ਅੱਜ ਆਪਾਂ ਆਸਾ ਦੀ ਵਾਰ ਇਹਦੀ 14ਵੀਂ ਪੌੜੀ ਲੈਣ ਲੱਗੇ ਹਾਂ ਜੀ। 470 ਅੰਗ ਦੇ ਉੱਤੇ ਸ਼ਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਏ ਰਾ, ਅਤ ਦੀਰਘ ਅਤ ਮੁੱਚ, ਹੋਏ ਜੀ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਆਪਾਂ ਨੂੰ ਕਹਿ ਰਹੇ ਆ, ਭਾਈ ਕਿ ਤੂੰ ਮਨੁੱਖ ਜੂਨ ਦੇ ਵਿੱਚ ਆਇਆ, ਦੁਨੀਆ ਦੇ ਵਿੱਚ ਸਭ ਤੋਂ ਸਿਖਰਲੀ ਜੂਨ ਹੈਗੀ ਆ। ਇਹਦੇ ਵਿੱਚ ਜਿਹੜਾ ਹੈਗਾ ਆਪਣੇ ਵਾਸਤੇ ਤਾਂ ਸਾਰੀਆਂ ਜੂਨਾਂ ਜਿਹੜੀਆਂ ਹੈਗੀਆਂ ਆਪਣੇ ਵਾਸਤੇ ਜੀਵਨ ਬਤੀਤ ਕਰਦੀਆਂ। ਆਹ ਜਿਹੜੀ ਮਨੁੱਖ ਜੂਨ ਹੈਗੀ ਆ, ਇਹਦੇ ਵਾਸਤੇ ਜਿਹੜਾ ਹੈਗਾ ਤੇਰੇ ਅੰਦਰ ਕੁਛ ਦਇਆ, ਦੂਸਰਿਆਂ ਦੇ ਵਾਸਤੇ ਜਿਹੜਾ ਹੈਗਾ ਪਰਉਪਕਾਰ, ਇਹ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਤੇਰੇ ਅੰਦਰ ਹੋਣੇ ਚਾਹੀਦੇ ਆ। ਨਹੀਂ ਤਾਂ ਕੱਲਾ ਜਿਹੜਾ ਹੈਗਾ ਤੇਰੇ ਅੰਦਰ ਹਉਮੈ, ਆਕੜ, ਆਪਣੀ ਜਿਹੜੀ ਹੈਗੀ ਆ ਤਮੋ ਗੁਣ ਦੇ ਵਿੱਚ ਜੀਵਨ ਬਤੀਤ ਕਰਨਾ। ਸਿਮਲ ਰੁੱਖ ਸਰਾਇਰਾ, ਸਿਮਲ ਦਾ ਇੱਕ ਰੁੱਖ ਹੁੰਦਾ ਹੈ ਪਹਾੜਾਂ ਦੇ ਉੱਤੇ, ਲੰਬਾ ਸਿੱਧਾ ਹੁੰਦਾ ਹੈ ਬਿਲਕੁਲ, ਔਰ ਬੜਾ ਉਹਦਾ ਤਣਾ ਵੀ ਕਾਫੀ ਜਿਹੜਾ ਹੈਗਾ ਮੋਟਾ ਹੁੰਦਾ ਹੈ। ਮੁੱਚ ਮਤਲਬ ਮੋਟਾ ਔਰ ਲੰਬਾ ਹੁੰਦਾ ਹੈ ਦਰਖਤ। ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ। ਕਹਿੰਦੇ ਇਸ ਤਰ੍ਹਾਂ ਸਿਮਲ ਵਰਗਾ ਨਾ ਹੋਏ ਕਿਤੇ ਤੇਰਾ ਜੀਵਨ। ਤੇਰੇ ਕੋਲ ਦੌਲਤ ਵੀ ਹੋਏ, ਤੇਰੇ ਕੋਲ ਸਾਰੇ ਸੁਵਿਧਾਵਾਂ ਹੋਣ, ਤੇ ਤੂੰ ਜਿਹੜਾ ਹੈਗਾ ਗਮਰੋੜ ਰਹੇ, ਤੂੰ ਕਿਸੇ ਦੀ ਮਦਦ ਹੀ ਨਾ ਕਰੇ। ਹੋਏ ਜੀ ਆਵੇਂ ਆਸ ਕਰ, ਜਾਏ ਨਿਰਾਸੇ ਕਿਤ। ਕਹਿੰਦੇ ਪੰਛੀ ਜਿਹੜੇ ਹੈਗੇ ਆ ਆਉਂਦੇ ਆਸ ਕਰਕੇ, ਤੇ ਕਿੱਥੇ ਜਾਣ ਫਿਰ ਉਹ। ਹੋਏ ਜੀ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ। ਕਿਉਂਕਿ ਸਿਮਲ ਦਾ ਜਿਹੜਾ ਰੁੱਖ ਹੁੰਦਾ ਹੈ, ਨਾ ਹੀ ਉਹਦੇ ਫਲ ਚੰਗੇ ਹੁੰਦੇ ਆ, ਉਹ ਜਿਹੜੇ ਹੈਗੇ ਮੋਟੇ ਮੋਟੇ ਅੰਬੀਆਂ ਜੀਆਂ, ਉਹਦੇ ਉਸ ਤੋਂ ਛੋਟੇ ਥੋੜ੍ਹੇ ਹੁੰਦੇ ਆ। ਉਹਨਾਂ ਨੂੰ ਨਾ ਤੋਤਾ ਜਿਹੜਾ ਹੈਗਾ ਮੂੰਹ ਮਾਰਦਾ, ਤੋਤੇ ਦੀ ਚੁੰਝ ਫਸ ਜਾਂਦੀ ਆ ਔਰ ਉਹ ਨਿਕਲ ਨਹੀਂ ਪਾਉਂਦੀ। ਐਸਾ ਉਹਦੇ ਵਿੱਚ ਜਿਹੜਾ ਹੈਗਾ ਚਿਪਕਣ ਵਾਲਾ ਹੁੰਦਾ। ਫਲ ਫਿੱਕੇ ਫੁੱਲ ਬਕੇ, ਉਹਨਾਂ ਦੇ ਫੁੱਲ ਵੀ ਨਹੀਂ ਕੰਮ ਆਉਂਦੇ, ਫਲ ਵੀ ਨਹੀਂ ਕੰਮ ਆਉਂਦੇ। ਉਹਦੇ ਕੰਮ ਨਾ ਆਵੇ ਪੱਤ, ਨਾ ਪੱਤੇ ਕੰਮ ਆਉਂਦੇ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਕਹਿੰਦੇ ਨਿਮਰਤਾ ਜਿਹੜੀ ਹੈਗੀ ਆ, ਨਿਉਣਾ ਜਿਹੜਾ ਹੈਗਾ, ਇਹ ਸਿਮਲ ਵਾਂਗੂ ਆਕੜ ਰੱਖਣੀ ਕਹਿੰਦੇ ਚੰਗੀ ਗੱਲ ਨਹੀਂ ਹੈਗੀ। ਨਿਉ ਕੇ ਚੱਲਣਾ ਜਿਹੜਾ ਹੈਗਾ, ਇਹ ਸਾਰੇ ਗੁਣਾਂ ਦਾ ਸਾਰ ਹੈਗਾ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਇਹ ਚੰਗੇ ਗੁਣਾਂ ਦੇ ਵਿੱਚੋਂ ਤਤ ਗੁਣ ਹੈਗੇ। ਮਿੱਠਾਪਨ, ਨਿਉ ਕੇ ਚੱਲਣਾ, ਮਿੱਠਤ ਨੀਵੀਂ, ਇਹ ਗੁਣ ਤੈਨੂੰ ਜਿਹੜੇ ਹੈਗੇ ਧਾਰਨ ਕਰਨੇ ਚਾਹੀਦੇ ਆ। ਤੈਨੂੰ ਸਿਮਲ ਰੁੱਖ ਨਹੀਂ ਬਣਨਾ ਚਾਹੀਦਾ। ਹਾਂ, ਇੱਕ ਹੋਰ, ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ। ਕਹਿੰਦੇ ਨਿਉਣਾ ਤਾਂ ਜਿਹੜਾ ਹੈਗਾ ਸਾਰੇ ਹੀ ਜਿਹੜੇ ਆਪਣੇ ਵਾਸਤੇ ਤਾਂ ਸਾਰੇ ਹੀ ਨਿਉਂਦੇ ਆ ਭਾਈ, ਪਰ ਦੂਸਰੇ ਦੇ ਵਾਸਤੇ ਜਿਹੜਾ ਹੈਗਾ ਕੋਈ, ਦੂਸਰੇ ਦੀ ਮਦਦ ਕਰਨ ਵਾਸਤੇ ਜਿਹੜਾ ਹੈਗਾ ਦੂਸਰੇ ਦੇ ਵਾਸਤੇ ਕੋਈ ਨਹੀਂ ਨਿਉਂਦਾ ਭਾਈ। ਆਪਣੇ ਵਾਸਤੇ ਜਿਹੜਾ ਹੈਗਾ ਕਿਸੇ ਤੋਂ ਪੈਸਾ ਖਿੱਚਣਾ ਹੈ, ਕਿਸੇ ਤੋਂ ਬਿਜ਼ਨਸ ਕਰਨਾ ਹੈ, ਤੇ ਆਪਾਂ ਬਹੁਤ ਨਿਉ ਜਾਵਾਂਗੇ ਔਰ ਮਿੱਠਾ ਵੀ ਬੋਲਾਂਗੇ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਤਾਰੇ ਤਰਾਜੂ ਤੋਲੀਏ, ਨਿਵੇ ਸੋ ਗੌਰਾ ਹੋਏ। ਇੱਕ ਹੋਰ ਚੀਜ਼ ਬਈ, ਕਿਤੇ ਮਰਜ਼ੀ ਪਰਖ ਕੇ ਦੇਖ ਲਓ ਕਿ ਜਿਹੜਾ ਵੀ ਤਰਾਜੂ ਦਾ ਪਲੜਾ ਜਿਹੜਾ ਹੈਗਾ ਉਹ ਨਿਵਦਾ ਹੈਗਾ, ਝੁਕਦਾ ਹੈਗਾ, ਉਹ ਜਿਹੜਾ ਹੈਗਾ ਭਾਰੀ ਹੁੰਦਾ ਹੈ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ। ਪਰ ਜਿਹੜਾ ਅਪਰਾਧੀ ਹੁੰਦਾ, ਜਿਹਨੇ ਅਪਰਾਧ ਕਰਨਾ ਹੈ, ਉਹ ਤਾਂ ਬਹੁਤ ਹੀ ਜ਼ਿਆਦਾ ਨਿਉ ਜਾਂਦਾ ਹੈ। ਉਹ ਤਾਂ ਧਰਤੀ ਦੇ ਨਾਲ ਲੱਗ ਜਾਂਦਾ ਹੈ ਭਾਈ, ਜਿਹਨੇ ਮਿਰਗ ਨੂੰ ਮਾਰਨਾ ਹੁੰਦਾ। ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਏ, ਸੀਸ ਨਿਵਾਏ ਕਿਆ ਥੀਏ, ਜਾ ਹਿਰਦੈ ਕਸੁੱਦੇ ਜਾਏ। ਕਹਿੰਦੇ ਸੀਸ ਨਿਵਾਉਣ ਦੇ ਨਾਲ ਜਿਹੜਾ ਹੈਗਾ ਕੀ ਹੁੰਦਾ ਹੈ, ਜੇ
ਇਨਸਾਨ ਦੇ ਹਿਰਦੇ ਦੇ ਵਿੱਚ ਜਿਹੜਾ ਹਿਰਦਾ ਨਾ ਨਿਵੇ, ਹਿਰਦਾ ਸਿਮਲ ਮੰਗੂ ਹੋਏ, ਹਿਰਦਾ ਜਿਹੜਾ ਹੈਗਾ ਮਾੜੇ ਪਾਸੇ ਨੂੰ ਜਾਏ ਤੇ ਨਿਉਣ ਦਾ ਕੋਈ ਫਾਇਦਾ ਨਹੀਂ ਹੈ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਇਸ ਬਾਣੀ ਦੀ ਪਹਿਲਾਂ ਵੀ ਆਪਾਂ ਕਥਾ ਕੀਤੀ ਸੀ। ਵੇਖ ਲਓ ਉਹ ਕਥਾ ਤੇ ਇਹ ਕਥਾ ਬਿਲਕੁਲ ਟੋਟਲੀ ਡਿਫਰੈਂਟ ਹੋ ਜਾਣੀ, ਬਿਲਕੁਲ ਡਿਫਰੈਂਟ ਹੋ ਜਾਣੀ। ਠੀਕ ਹੈ ਜੀ, ਉਦੋਂ ਹੋਰ ਸੀ ਅਵਸਥਾ, ਹੁਣ ਹੋਰ। ਇੱਥੇ ਦੇਖੋ ਬਾਣੀ 'ਚ ਸਾਨੂੰ ਇਹ ਸਮਝਾਇਆ ਗਿਆ ਕਿ ਜਿਹੜਾ ਸਿਮਰਨ ਰੁੱਖ ਆ ਨਾ, ਉਹ ਦੇਖੋ ਕਿੰਨਾ ਵੱਡਾ ਹੈ, ਕਿੱਡਾ ਚੌੜਾ ਹੈ। ਸਾਡੇ ਇੱਥੇ ਨਾ ਕੰਪਨੀ ਬਾਗ ਹੈਗਾ, ਨਿੱਜਾ ਸਾਹਿਬ ਗੋਰਿਆਂ ਨੇ ਲਵਾਏ ਸੀ ਕੁਝ ਰੁੱਖ, ਹਜੇ ਵੀ ਹੈਗੇ ਆ। ਕਾਫੀ ਵੱਡੇ ਰੁੱਖ ਨੇ, ਉਹ ਆਮ ਰੁੱਖ ਨਹੀਂ ਹੈਗੇ। ਆਪਣੇ ਜਿਹੜੀ ਨਾਰਮਲ ਜਾਤੀਆਂ ਜੁਤੀਆਂ ਨਾ ਰੁੱਖਾਂ ਦੀਆਂ, ਉਹਨਾਂ ਤੋਂ ਬਹੁਤ ਵੱਡੇ ਰੁੱਖ ਨੇ, ਬਹੁਤ ਚੌੜੇ। ਤੇ ਏਦਾਂ ਵਾ ਕਿ ਹੁਣ ਇਹ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਸਿਮਰ ਰੁੱਖ ਆ ਉਹ ਵੱਡਾ ਜ਼ਰੂਰ ਹੈਗਾ, ਪਰ ਉਹ ਵੱਡੇ ਹੋਣ ਦਾ ਫਾਇਦਾ ਕੀ ਜੇ ਤੁਹਾਡੇ 'ਚ ਕੋਈ ਗੁਣ ਨਾ ਹੋਇਆ। ਦੇਖੋ ਰੁੱਖ ਛੋਟਾ ਜਿਹਾ ਹੀ ਹੈ, ਉਹਨੂੰ ਕਿੰਨੇ ਫਲ ਲੱਗੇ ਹੁੰਦੇ ਆ, ਮਿੱਠੇ ਫਲ ਲੱਗਦੇ ਆ। ਤੇ ਜੇ ਆਪਾਂ ਉਹਦੇ ਨਾਲ ਉਹਦੀ ਤੁਲਨਾ ਕਰਦੇ ਆ ਤੇ ਸਿੰਬਲ ਦਾ ਰੁੱਖ ਆ ਬੇਸ਼ੱਕ ਵੱਡਾ ਹੈ, ਉਹਦਾ ਫਾਇਦਾ ਨਹੀਂ ਹੈਗਾ। ਇਸੇ ਤਰ੍ਹਾਂ ਧਰਤੀ ਤੇ ਵੇਖੋ ਕਈ ਮਨੁੱਖ ਏਦਾਂ ਦੇ ਹੈਗੇ ਨੇ ਜਿਹੜੇ ਬਹੁਤ ਵੱਡੇ, ਵੇਖਣ ਨੂੰ ਬੜੇ ਬੜੇ ਵੱਡੇ ਲੱਗਦੇ, ਪਰ ਉਹਨਾਂ ਦਾ ਜ਼ਿਆਦਾ ਯੋਗਦਾਨ ਨਹੀਂ ਹੁੰਦਾ। ਉਹ ਮਤਲਬ ਸਮਝ ਲਓ ਕਿ ਉਹ ਏਦਾਂ ਦੇ ਰੁੱਖ ਆ, ਮਤਲਬ ਲੋਕਾਂ ਦੇ ਕੰਮ ਨਹੀਂ ਹੋਣਾ ਨਾ, ਬਸ ਸਾਈਜ਼ ਹੀ ਵੱਡਾ ਹੈ, ਅੰਦਰੋਂ ਬਿਲਕੁਲ ਕੰਗਾਲ ਨੇ ਉਹ। ਜਿੱਦਾਂ ਕਹਿੰਦੇ ਆ ਕਿ ਸਿੰਬਲ ਦੇ ਰੁੱਖ ਨੂੰ ਵੇਖ ਕੇ, ਉਹਦੇ ਫਲ ਨੂੰ ਵੇਖ ਕੇ ਜੇ ਕੋਈ ਜਾਨਵਰ ਜਾਂ ਕੋਈ ਪੰਛੀ ਜਾਂਦਾ ਵੀ ਹੈ, ਤੇ ਉਹ ਨਿੱਜਾ ਸਾਹਿਬ ਨੇ ਪਹਿਲਾਂ ਵੀ ਸਮਝਾਇਆ ਸੀ ਇੱਕ ਵਾਰੀ ਕਿ ਉਹਦੀ ਜਦੋਂ ਚੁੰਝ ਵਿੱਚ ਮਾਰਦਾ ਨਾ ਤੇ ਉਹਦਾ ਜਿਹੜਾ ਫਲ ਆ ਨਾ ਉਹ ਇੱਕ ਰੂੰਜੇ ਵਰਗਾ ਵਾ, ਉਹ 'ਚ ਉਹਦੀ ਪੰਛੀ ਦੀ ਚੁੰਝ ਫਸ ਜਾਂਦੀ ਹੈ, ਉਹ ਨਿਕਲਦੀ ਨਹੀਂ ਮੁੜ ਕੇ, ਉਹ ਲੇਸਲਾ ਜਿਹਾ ਹੈ ਫਲ ਉਹਦਾ। ਮਤਲਬ ਕਹਿਣ ਤੋਂ ਭਾਵ ਆ ਕਿ ਸਾਨੂੰ ਰੁੱਖ ਦੇ ਨਾਲ ਉਹਨਾਂ ਨੇ ਤੁਲਨਾ ਕਰਕੇ ਇਹ ਸਮਝਾਇਆ ਵਾ ਕਿ ਜੇਕਰ ਤੇਰੇ ਜ਼ਿੰਦਗੀ ਦੇ ਵਿੱਚ ਕੇਵਲ ਆਪਣਾ ਹੀ ਸੁੱਖ ਹੈ, ਤੂੰ ਕੇਵਲ ਆਪਣਾ ਹੀ ਫਾਇਦਾ ਸੋਚਦਾ ਹੈ, ਤੇ ਬਈ ਤੇਰਾ ਕੋਈ ਜੀਵਨ ਜਿਹੜਾ ਨਾ ਬਹੁਤਾ ਵਧੀਆ ਨਹੀਂ ਹੈ, ਕਿਉਂਕਿ ਤੂੰ ਪਦਾਰਥ, ਤੇਰੀ ਜ਼ਿੰਦਗੀ ਦਾ ਮਕਸਦ ਹੀ ਪਦਾਰਥ ਹੈ। ਇਹ ਧਰਤੀ ਤੇ ਤੁਸੀਂ ਬਹੁਤ ਘੱਟ ਮਨੁੱਖ ਦੇਖੋਗੇ ਜਿਨ੍ਹਾਂ ਦਾ ਜ਼ਿੰਦਗੀ ਦਾ ਮਕਸਦ ਪਦਾਰਥ ਨਹੀਂ ਹੈ। ਅਸਲ 'ਚ ਪਦਾਰਥ ਪਤਾ ਕੀ ਆ, ਪਦਾਰਥ ਸਾਡੇ ਜੀਵਨ ਦੀ ਲੋੜ ਆ, ਸਾਡੇ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਬਾਣੀ ਸਾਨੂੰ ਇਹੋ ਚੀਜ਼ ਸਮਝਾ ਰਹੀ ਹੈ। ਹੁਣ ਜਿਹੜੀ ਕੱਲ ਜਿੰਨੀ ਵੀ ਕਥਾ ਚੱਲੀ ਸੀ, ਉਹ ਕਥਾ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਸਮਝਾਇਆ ਸੀ ਕਿ ਜਿਹੜਾ ਗਿਆਨ ਤੋਂ ਹੀਣਾ, ਉਹ ਭਗਤੀ ਤੋਂ ਹੀਣਾ ਜਿਹੜਾ ਮਨੁੱਖ ਹੁੰਦਾ ਹੈ, ਉਹ ਕੋਈ ਵਧੀਆ ਨਹੀਂ ਹੁੰਦਾ। ਹੁਣ ਵੇਖਿਆ ਨਾ ਕਿ ਕਲਯੁਗ ਦੇ ਵਿੱਚ ਕਿਹੜਾ ਰੱਥ ਹੈਗਾ, ਉਹ ਕਹਿੰਦੇ ਅੱਗ ਦਾ ਰੱਥ ਆ ਤੇ ਅਗਨੀ ਦਾ ਰੱਥ ਆ, ਤੇ ਉੱਥੇ ਜਿਹੜਾ ਰਥਵਾਨ ਬੈਠਾ ਹੈ ਉਹ ਹੈਗਾ ਹੈ ਝੂਠ, ਕੂੜ, ਹਨਾ। ਤੇ ਉਹ ਕਹਿੰਦੇ ਆ ਕਿ ਜਿੱਦਾਂ ਹੁਣ ਕੂੜ ਬੈਠਾ ਹੋਵੇ ਤੇ ਇੰਨੀ ਪਾਵਰਫੁਲ ਸ਼ਕਤੀ ਅਗਨੀ ਹੋਵੇ ਤੇ ਉਹਦੇ ਤੋਂ ਕੀ ਫਾਇਦਾ ਉਠਾਏਗਾ? ਨਹੀਂ, ਉਹ ਨੁਕਸਾਨ ਹੀ ਕਰੇਗਾ। ਔਰ ਇਸੇ ਤਰ੍ਹਾਂ ਮਨੁੱਖ ਆਪਣਾ ਜਿਹੜਾ ਜੀਵਨ ਆ, ਉਹ ਜੀਵਨ ਦੀ ਜਿਹੜੀ ਗੇਮ ਹੈ, ਹਾਰ ਜਾਂਦਾ ਹੈ। ਦੇਖੋ ਜਿੰਨਾ ਚਿਰ ਤੱਕ ਤੁਸੀਂ ਇਮਤਿਹਾਨ ਚੋਂ ਪਾਸ ਨਹੀਂ ਨਾ ਹੋ ਜਾਂਦੇ, ਉਹਨਾਂ ਚਿਰ ਤੱਕ ਤੁਹਾਨੂੰ ਸਰਟੀਫਿਕੇਟ ਨਹੀਂ ਜੇ ਨਿੱਜਰ ਸਾਹਿਬ ਮਿਲਦਾ ਸਕੂਲੇ, ਕਿ ਮਿਲ ਜਾਂਦਾ? ਨਹੀਂ। ਤੁਹਾਡਾ ਟੀਚਰ ਕਹਿੰਦਾ ਹੈ ਕਿ ਪੇਪਰ ਦੁਬਾਰਾ ਦਿਓ ਜੀ, ਤੁਸੀਂ ਪਾਸ ਨਹੀਂ ਹੋਏ। ਹੁਣ ਬੋਰਡ ਦੇ ਐਗਜ਼ਾਮ ਆ, ਵੇਖ ਲਓ ਬੱਚੇ ਪੇਪਰ ਦਿੰਦੇ, ਜਿਹੜੇ ਫੇਲ ਹੋ ਜਾਂਦੇ ਆ, ਜਿਹਦੇ ਥੋੜੇ ਨੰਬਰ ਘੱਟ ਆਉਣ ਦੇ ਕਹਿੰਦੇ ਕੰਪਾਰਟਮੈਂਟ ਪਾ ਕੇ ਤੈਨੂੰ ਚਾਂਸ ਦੇ ਦਿਓ, ਨਹੀਂ ਤੇ ਦੂਜੇ ਨੂੰ ਕਹਿੰਦੇ ਬਈ ਸ਼ੁਰੂ ਤੋਂ ਪੜ੍ਹ। ਇਸੇ ਤਰ੍ਹਾਂ ਪ੍ਰਕਿਰਤੀ ਕੀ ਕਰਦੀ ਹੈ ਕਿ ਸਾਨੂੰ ਬਾਰ-ਬਾਰ ਨਾ ਇਹ ਜੂਨੀਆਂ 'ਚ ਧਕੇਲ ਦਿੰਦੀ ਹੈ। ਜਦੋਂ ਕਬੀਰ ਸਾਹਿਬ ਪਾਸ ਹੋ ਗਏ ਆ ਤੇ ਕਬੀਰ ਸਾਹਿਬ ਜੀ ਨੇ ਕਲੇਮ ਕਰ ਲਿਆ, ਮਨ ਨਿਰਮਲ ਬਿਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਇਹ ਉਹਨਾਂ ਨੇ ਸਟੇਟਮੈਂਟ ਦੇਤੀ ਕਿ ਮੈਂ ਹੁਣ ਇਮਤਿਹਾਨ 'ਚੋਂ ਪਾਸ ਹੋ ਗਿਆ। ਫਿਰ ਬਾਣੀ 'ਚ ਇੱਕ ਹੋਰ ਤੁਕ ਆਉਂਦੀ ਹੈ, ਐਸੀ ਮਰਨੀ ਜੋ ਮਿਲੇ ਬੌੜ ਨਾ ਮਰਨਾ ਹੋਵੇ। ਜਿਹੜਾ ਬੰਦਾ ਐਸੀ
ਮੌਤ ਮਰ ਜਾਂਦਾ ਹੈ, ਫਿਰ ਉਹਨੂੰ ਦੁਬਾਰਾ ਮਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਬੰਦਾ ਇੱਕ ਸਕੂਲੇ ਪਾਸ ਹੋ ਗਿਆ ਨਿੱਜਰ ਸਾਹਿਬ, ਉਹਨੂੰ ਦੁਬਾਰਾ ਪੇਪਰ ਦੇਣ ਦੀ ਲੋੜ ਨਹੀਂ ਆ, ਉਹ ਪਾਸ ਹੋ ਗਿਆ ਵਾ। ਇਹ ਪ੍ਰਕਿਰਤੀ ਹੈ। ਪ੍ਰਕਿਰਤੀ ਦੇ ਵਿੱਚ ਜਦੋਂ ਤੁਸੀਂ ਪਦਾਰਥਾਂ ਤੋਂ ਉੱਪਰ ਉੱਠ ਕੇ ਇੱਕ ਧਰਮ ਦੇ ਅਨੁਸਾਰ, ਜਿੱਦਾਂ ਸੰਤੋਖ ਦੇ ਰੱਥ ਦੇ ਉੱਤੇ ਬਹਿ ਕੇ ਤੁਸੀਂ ਜੀਵਨ ਬਤੀਤ ਕਰਦੇ ਜੋ, ਤੇ ਇਸ ਭਵ ਸਾਗਰ ਤੋਂ ਪਾਰ ਲੰਘਣਾ ਬਹੁਤ ਆਸਾਨ ਹੈ। ਜਦੋਂ ਆਪਾਂ ਅਗਨ ਦੇ ਰੱਥ ਤੇ ਬੈਠੇ ਆ ਔਰ ਝੂਠ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਆ, ਜੋ ਬੋਲਣਾ ਹੈ ਉਹ ਨਹੀਂ ਬੋਲਦੇ, ਕੁਝ ਹੋਰ ਬੋਲ ਦਿੰਦੇ। ਜੋ ਸੋਚਣਾ ਚਾਹੀਦਾ ਸੀ ਉਹ ਨਹੀਂ ਸੋਚਿਆ, ਕੁਝ ਹੋਰ ਸੋਚ ਲਿਆ। ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ, ਕੁਝ ਹੋਰ ਕੀਤਾ ਸੀ। ਇਹ ਸਭ ਨਿਸ਼ਾਨੀਆਂ ਨੇ ਕੂੜ ਦੀਆਂ, ਕਿ ਸਾਡਾ ਜੀਵਨ ਨਿੱਜਰ ਸਭ ਕੂੜ ਦੇ ਵੱਲ ਜਾ ਰਿਹਾ ਹੈ, ਝੂਠ ਦੇ ਵੱਲ। ਦੇਖੋ, ਪਰਮਾਤਮਾ ਤੁਹਾਨੂੰ ਮਿਲਣਾ ਨਹੀਂ ਜੇ, ਕਿਉਂਕਿ ਪਰਮਾਤਮਾ ਇਸ ਕਰਕੇ ਨਹੀਂ ਮਿਲਣਾ, ਪਰਮਾਤਮਾ ਤੋਂ ਬਿਨਾ ਕੁਛ ਵੀ ਨਹੀਂ ਜਾਏਗਾ। ਉਹ ਕੋਈ ਬੰਦਾ ਥੋੜੀ ਹੈਗਾ ਜਿਹੜਾ ਉੱਥੇ ਆਪਣੀ ਕਚਹਿਰੀ ਸਜਾ ਕੇ ਬੈਠਾ, ਜਿਹਨੂੰ ਜਾ ਕੇ ਸਾਹਮਣੇ ਮਿਲਣਾ ਹੈ। ਪਰਮਾਤਮਾ ਨੂੰ ਮਿਲਣ ਦਾ ਕੇਵਲ ਇਹੋ ਤਰੀਕਾ ਹੈ, ਆਪਣੀ ਹੋਂਦ ਨੂੰ ਤੁਸੀਂ ਖਤਮ ਕਰ ਲਓ। ਹੋਂਦ ਨੂੰ ਖਤਮ ਕਰ ਲਓ। ਜਿਹੜਾ ਸਾਡਾ ਸਰੀਰ ਆ ਜਾਂ ਸਾਡਾ ਕਾਰਨ ਸਰੀਰ ਆ, ਇਹ 5 ਤੱਤਾਂ ਦਾ ਬਣਿਆ। 2 ਤੱਤ ਜਦੋਂ ਆਪਾਂ ਮਰ ਜਾਂਦੇ ਆ ਨਾ, ਸਾਡੇ ਤੋਂ ਅਲੱਗ ਹੋ ਜਾਂਦੇ ਨੇ। ਇੱਕ ਪਾਣੀ ਤੇ ਦੂਜਾ ਪ੍ਰਿਥਵੀ। 3 ਤੱਤ ਤੁਹਾਡੇ ਕੋਲ ਬਚਦੇ ਨੇ, ਇੱਕ ਆਕਾਸ਼, ਇੱਕ ਪਵਨ ਤੇ ਇੱਕ ਅਗਨ। ਅਗਨ ਤੋਂ ਭਾਵ ਪ੍ਰਾਣ, ਪ੍ਰਾਣ ਨਾਲ ਹੀ ਜਾਂਦੇ ਆ। ਜਿਹੜਾ ਜੀਵ ਹੈ ਨਾ, ਇਹਨਾਂ ਤਿੰਨਾਂ ਦਾ ਮਿਸ਼ਰਣ ਹੈ। ਜਿਹੜਾ ਸੂਖਮ ਸਰੀਰ ਹੈ ਉਹ ਫਿਰ ਅੱਗੇ ਚੱਲ ਜਾਂਦਾ ਵਾਪਸ ਗਰਭ ਜੂਨੀ ਚ, ਉਹਨੇ ਫਿਰ ਜਨਮ ਲੈਣਾ। ਜਦੋਂ ਆਪਾਂ ਇਸ ਜਿਹੜੀ ਸਾਡਾ ਕਿਰਿਆ ਹੈ, ਇਹਦਾ ਇਮਤਿਹਾਨ ਹੈ, ਜਦੋਂ ਅਸੀਂ ਇਹਨੂੰ ਪੂਰੀ ਤਰ੍ਹਾਂ ਸਹੀ ਤਰ੍ਹਾਂ ਪਾਸ ਕਰ ਲੈਂਦੇ ਆ, ਇਹ ਬੰਦਾ ਜਿਹੜਾ ਪ੍ਰਕਿਰਤੀ ਤੋਂ ਮੁਕਤ ਹੋ ਜਾਂਦਾ। ਜੇਕਰ ਆਪਾਂ ਚਲਾਕੀਆਂ ਚੱਲਣੇ ਆ, ਇੱਧਰ ਉੱਧਰ ਕੁਛ ਕਰਦੇ ਪਏ ਆ, ਇਹਦਾ ਮਤਲਬ ਕਿ ਆਪਾਂ ਬਹੁਤੇ ਦੂਰ ਨਹੀਂ ਜਾ ਸਕਦੇ। ਆਪਾਂ ਮਾੜਾ ਜਿਹਾ ਜਦੋਂ ਥੋੜਾ ਜਿਹਾ ਵੀ ਅੱਗੇ ਗਏ ਨਾ, ਤੇ ਗਰਭ ਮੰਡੇ 'ਚ ਚੱਲ ਜਾਣਾ ਆਪਾਂ। ਇਹ ਸੱਚ ਹੈਗਾ ਜੀ, ਕੋਈ ਗੱਲਾਂ ਨਹੀਂ ਹੈਗੀਆਂ। ਅੰਮ੍ਰਿਤਸਰ 'ਚ ਜਾਓ, ਇਹ ਸਾਡੇ ਲਾਗੇ ਇੱਕ ਸ਼ਮਸ਼ਾਨ ਘਾਟ ਹੈਗਾ, ਆਹ ਰੋਡਲੇ ਬਣੇ, ਬਾਬਾ ਸ਼ਹੀਦੀ ਸਾਹਿਬ ਤੇ ਨਿੱਜਰ ਸਾਹਿਬ ਇੱਕ ਪਰੇ ਹੈਗਾ ਵਾ, ਉਹ ਅੱਗੇ ਬਣੇ। ਹਾਂਜੀ ਹਾਂਜੀ। ਹਰ ਦਿਨ ਪਤਾ ਨਹੀਂ ਕਿੰਨੇ ਕੁ ਬੰਦੇ ਤੁਰੇ ਜਾ ਰਹੇ ਆ। ਤੁਸੀਂ ਅੰਦਰ ਜਾ ਕੇ ਵੇਖੋਗੇ ਨਾ। ਮੈਂ ਛੋਟਾ ਸਾਂ ਤੇ ਮੈਂ ਸੋਚਦਾ ਸਾਂ ਕਿ ਪਤਾ ਨਹੀਂ ਕੋਈ ਵੱਡਾ ਹੀ ਬੰਦਾ ਮਰਿਆ, ਇੰਨੀਆਂ ਗੱਡੀਆਂ ਲੱਗੀਆਂ। ਬਾਅਦ 'ਚ ਮੈਨੂੰ ਚਾਂਸ ਮਿਲਿਆ ਮੁਰਦਿਆਂ ਦੇ ਨਾਲ ਜਾਣ ਦਾ, ਕੋਈ ਫੈਮਿਲੀ 'ਚ ਡੈਥਾਂ ਹੋ ਗਈਆਂ। ਫਿਰ ਅੱਗੇ ਜਾ ਕੇ ਵੇਖਿਆ ਉੱਥੇ ਤੇ ਪਤਾ ਨਹੀਂ ਕਿੰਨੇ ਕੁ ਸੜ ਰਹੇ ਨੇ। ਹਰ ਕੋਈ ਬੰਦਾ ਤੁਰ ਰਿਹਾ ਹੈ। ਪਰ ਇਹ ਜਿਹੜਾ ਮਰਨਾ ਹੈ, ਮਰਨਾ ਬੜਾ ਇੰਪੋਰਟੈਂਟ ਹੈ। ਜੇਕਰ ਤੁਸੀਂ ਸਹੀ ਤਰ੍ਹਾਂ ਜੀਵਨ ਬਤੀਤ ਨਹੀਂ ਕੀਤਾ ਤੇ ਤੁਹਾਡੀ ਮੌਤ ਵੀ ਏਡੀ ਵਧੀਆ ਨਹੀਂ ਹੋਣੀ। ਜੀਵਨ ਨੂੰ ਜਿਉਣਾ ਹੈ। ਇਹ ਗੁਰੂਆਂ ਨੇ ਜਿੰਨੀ ਵੀ ਬਾਣੀ ਲਿਖੀ ਹੈ ਨਾ, ਸਾਰੀ ਰੋਲ ਮਾਡਲਿੰਗ ਕੀਤੀ ਹੈ। ਸਾਨੂੰ ਕੇਵਲ ਉਹਨਾਂ ਨੇ ਇਹ ਦੱਸਿਆ ਹੈ ਕਿ ਬਈ ਤੂੰ ਥੋੜਾ ਧਿਆਨ ਨਾਲ ਬੱਚੇ ਬਤੀਤ ਕਰ। ਇਹ ਜੀਵਨ ਬੜਾ ਇੰਪੋਰਟੈਂਟ ਹੈ, ਤੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ। ਤੂੰ ਇਹ ਨਾ ਹੋਵੇ ਕਿ ਆਪਣਾ ਸਾਰਾ ਸਮਾਂ ਤੂੰ ਗਲਤ ਚੀਜ਼ਾਂ ਨੂੰ ਇਕੱਠਾ ਕਰਨ 'ਚ ਬਤੀਤ ਕਰਦੇ। ਹੁਣ ਦੇਖੋ, ਜਿਹੜੇ ਬੱਚਿਆਂ ਨੇ ਅੱਗੇ ਅਫਸਰ ਬਣਨਾ ਹੁੰਦਾ ਨਾ, ਉਹ ਸਭ ਤੋਂ ਪਹਿਲਾਂ ਆਪਣੇ ਟਾਈਮ ਨੂੰ ਵਹਿੰਦੇ ਆ ਕਿ ਮੇਰੇ ਕੋਲ ਦਿਨ 'ਚ ਇੰਨੇ ਘੰਟੇ ਆ। ਉਹ ਫਿਰ ਆਪਣੇ ਟਾਈਮ ਨੂੰ ਕਿੱਥੇ ਯੂਟਿਲਾਈਜ਼ ਕਰਦੇ ਨੇ, ਕਿੱਥੇ ਪਾਣੀ ਦਾ ਕਿੱਥੇ ਪਾਣੀ ਮਤਲਬ ਸਮੇਂ ਦਾ ਇਸਤੇਮਾਲ ਕਰਦੇ ਨੇ। ਹੁਣ ਤੇ ਹੁਣ ਜਿਹੜਾ ਟਾਈਮ ਆ, ਉਹ ਨਿੱਜਰ ਸਾਹਿਬ ਹੁਣ ਭਲਾ ਬੰਦਾ ਕਿੱਥੇ ਬਤੀਤ ਕਰਦਾ। ਜੇ ਤੇ ਉਹ ਬੰਦਾ ਸਹੀ ਜਗ੍ਹਾ ਤੇ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਤੇ ਨੈਚੁਰਲੀ ਉਹਨੂੰ ਫਾਇਦਾ ਮਿਲੂਗਾ। ਉਹਨੂੰ ਜੇ 12 ਘੰਟਿਆਂ ਚੋਂ 7-8 ਘੰਟੇ ਕਿਸੇ ਗਲਤ ਜਗ੍ਹਾ ਤੇ ਇਸਤੇਮਾਲ ਕਰ ਰਿਹਾ ਹੈ ਤੇ ਨੈਚੁਰਲੀ ਨਿੱਜਰ ਸਾਹਿਬ ਉਹਦੀ ਮੰਜ਼ਿਲ ਜਿਹੜੀ ਆ ਦੂਰ ਹੋ ਜਾਣੀ ਜੇ। ਕਿਉਂਕਿ ਮੰਜ਼ਿਲ ਨੂੰ ਪਹੁੰਚਣ ਲਈ ਨਿੱਜਰ ਸਾਹਿਬ ਤੁਹਾਨੂੰ ਉੱਧਰ ਇਨਵੈਸਟਮੈਂਟ ਕਰਨੀ ਪੈਣੀ ਆ। ਬਿਲਕੁਲ, ਜਿੱਥੇ ਇਨਵੈਸਟਮੈਂਟ ਕਰਦੇ ਆ ਆਊਟਪੁੱਟ ਉੱਥੇ ਹੀ ਆਉਣੀ ਆ ਗੁਰਕੀ ਸਾਹਿਬ। ਇਹ ਤਾਂ ਨਿਯਮ ਹੈ ਪ੍ਰਕਿਰਤੀ ਦਾ। ਹਾਂ, ਇਹ ਤੇ ਨਿੱਜਰ ਸਾਹਿਬ ਬੜੀ ਕਲੈਰਿਟੀ ਦੇ ਨਾਲ ਗੱਲ ਸਮਝਾਈ ਗਈ ਹੈ ਕਿ ਤੇਰੇ ਅਵਰ ਕਾਜ ਤੇਰੇ ਕਿਸੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਹਾਂਜੀ ਠੀਕ ਹੈ, ਇਦਾਂ ਹੀ ਲਿਖਣਾ। ਥੋੜਾ ਹੋ ਸਕਦਾ 2-4 ਅੱਖਰ ਅੱਗੇ ਪਿੱਛੇ ਲੱਗ ਗਏ ਹੁਣ। ਹਾਂਜੀ, ਹੁਣ ਅਵਰਕਾਸ਼ ਇੱਥੇ ਚੀਜ਼ ਨੂੰ ਸਮਝ। ਹਾਂ, ਅਵਰਕਾਸ਼ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਂਜੀ ਪਿੱਛੇ ਹਾਂਜੀ। ਤੇ ਉਹ ਮਤਲਬ ਤੇ ਇਹੋ ਹੀ ਆ ਕਿ ਤੇਰਾ ਜਿਹੜਾ ਜੀਵਨ ਆ ਉਹਦੇ ਵਿੱਚ ਤੂੰ ਆਪਣੇ ਸਮੇਂ ਨੂੰ ਸਹੀ ਤਰ੍ਹਾਂ ਇਸਤੇਮਾਲ ਕਰ। ਦੇਖੋ ਪਤਾ ਕੀ ਹੁੰਦਾ, ਜੇ ਤੇ ਤੁਸੀਂ ਸੋਚੋ ਨਾ ਕਿ ਮੇਰੇ ਕੋਲ ਖੁੱਲਾ ਟਾਈਮ ਆਵੇ, ਤੁਹਾਡੇ ਕੋਲ ਭਾਵੇਂ 100 ਘੰਟਿਆਂ ਦਾ ਦਿਨ ਹੋਵੇ ਨਾ, ਤੇ ਨਜ਼ਰ ਸਾਹਿਬ ਉਹ ਵੀ ਥੋੜਾ ਜਿਹਾ। ਬਿਲਕੁਲ ਸਹੀ ਹੈ, ਬਿਲਕੁਲ ਥੋੜਾ ਹੈਗਾ ਗੁਰਕੀ ਸਾਹਿਬ, ਬਿਲਕੁਲ ਥੋੜਾ ਹੈਗਾ। ਇਹ ਤੇ ਸ਼ੁਕਰ ਕਰੋ ਸਾਡੇ ਤੇ ਰੱਬ ਨੇ ਮਿਹਰ ਕੀਤੀ ਤੇ ਆ ਥੋੜਾ ਜਿਹਾ ਰਾਤ ਦਾ ਸਿਸਟਮ ਅਰੇਂਜ ਕੀਤਾ। ਕਿਤੇ ਰਾਤ ਨਾ ਹੋਵੇ ਤੇ ਬੰਦਾ ਸੌਵੇਂ ਹੀ ਨਾ। ਬਿਲਕੁਲ, ਫਿਰ ਬੰਦੇ ਨੇ ਜਿਹੜਾ ਫਾਈਲਾਂ ਕਲੋਜ਼ ਹੀ ਨਹੀਂ ਹੋਣੀਆਂ ਜਿਹੜੀਆਂ ਓਪਨ ਕੀਤੀਆਂ ਹੋਈਆਂ। ਹਾਂ, ਉਹ ਤੇ ਬੜੀ ਗੜਬੜ ਹੋ ਜਾਣੀ ਸੀ। ਇਹ ਤੇ ਪ੍ਰਕਿਰਤੀ ਨੇ ਬੜਾ ਵਧੀਆ ਨਿਯਮ ਬਣਾਇਆ। ਉਹ ਤੇ ਪ੍ਰਮਾਤਮਾ ਦਾ ਸ਼ੁਕਰ ਕਰੋ, ਇੱਕ ਸੂਰਜ ਬਣਾਇਆ। ਜੇ ਪ੍ਰਮਾਤਮਾ ਚਾਹੁੰਦਾ ਤੇ ਇੱਕ ਸੂਰਜ ਹੋਰ ਬਣਾ ਦੇਣਾ ਸੀ। ਆਹੋ, ਦਿਨ ਹੀ ਰਹਿਣਾ ਸੀ ਧਰਤੀ ਤੇ। ਹਾਂ, ਬਿਲਕੁਲ। ਕੀ ਫਰਕ ਪੈਂਦਾ? ਹੁਣ ਮੇਰੇ ਵਰਗਾ ਪ੍ਰਮਾਤਮਾ ਬਣਿਆ ਹੋਵੇ, ਮੈਂ ਤੇ 3 ਸੂਰਜ ਬਣਾਦਾ, ਮੇਰਾ ਕਿਹੜਾ ਟੈਕਸ ਹੋਣਾ ਹੈ? ਮਾੜਾ ਜਿਹਾ ਇਸ਼ਾਰਾ ਹੀ ਤੇ ਕਰਨਾ ਹੈ। ਤੇ ਸੂਰਜ ਹੁੰਦਾ ਤੇ ਬਸ ਖਤਮ ਕਹਾਣੀ, ਫਿਰ ਦਿਨ ਹੀ ਚੜਿਆ ਰਹਿਣਾ ਸੀ ਇੱਥੇ, ਰਾਤ ਦਾ ਮਸਲਾ ਹੀ ਨਹੀਂ ਹੈਗਾ। ਪਰ ਨਹੀਂ, ਸਾਨੂੰ ਉਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਕਿਉਂਕਿ ਤੈਨੂੰ ਟਾਈਮ ਦਾ ਪਤਾ ਲੱਗੇ। ਅੱਜ ਦਿਨ ਚੜ ਗਿਆ, ਫਿਰ ਰਾਤ ਹੋ ਗਈ, ਫਿਰ ਦਿਨ ਚੜ ਗਿਆ, ਕਿ ਹੌਲੀ ਹੌਲੀ ਕਰਕੇ ਟਾਈਮ ਅੱਗੇ ਜਾ ਰਿਹਾ। ਔਰ ਜਿੱਥੇ ਮੰਜ਼ਿਲ ਤੇ ਤੂੰ ਜਾਣਾ ਹੈ ਉਹ ਉੱਥੇ ਪਹੁੰਚਣਾ ਬੜਾ ਜ਼ਰੂਰੀ ਹੈ। ਉਹ ਹੈ ਸਹਿਜ ਅਵਸਥਾ। ਦੇਖੋ, ਜਿੰਨਾ ਚਿਰ ਤੱਕ ਆਪਾਂ ਸਹੀ ਜੀਵਨ ਨਹੀਂ ਬਤੀਤ ਕਰਦੇ ਉਹਨਾਂ ਚਿਰ ਸਾਡੇ ਜੀਵਨ 'ਚ ਸਹਿਜ ਨਹੀਂ ਜਿਉਣਾ। ਕਿਉਂਕਿ ਉਹ ਜਿਹੜਾ ਸਹਿਜ ਹੈ ਨਾ, ਉਹ ਤੋਂ ਬਿਨਾਂ ਜੀਵਨ ਦੀ ਸੋਚ ਹੀ ਨਹੀਂ ਆਉਣੀ। ਉਹਨਾਂ ਚਿਰ ਮਨ ਨਿਰਮਲ ਨਹੀਂ ਹੋਣਾ। ਸਹਿਜ ਹੋਣਾ ਬੜਾ ਜ਼ਰੂਰੀ। ਦੇਖੋ, ਸਾਡਾ ਇੱਕ ਰੂਪ ਹੈ ਤੁਹਾਡੇ ਅੰਦਰ। ਦੇਖੋ, ਕਬੀਰ ਸਾਹਿਬ ਨੇ ਉਸ ਰੂਪ ਨੂੰ ਪ੍ਰਾਪਤ ਕਰ ਲਿਆ। ਤੁਹਾਡਾ ਵੀ ਹੈਗਾ, ਮੇਰੇ ਕੋਲ ਵੀ ਹੈਗਾ। ਥੋੜਾ ਬਹੁਤਾ ਮੈਂ ਵੀ ਉੱਧਰ ਚੱਲਿਆ। ਉਸ ਲਈ ਤੁਹਾਨੂੰ ਸਾਰਿਆਂ ਨਾਲ ਤੁਹਾਨੂੰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਸਾਡਾ ਇੱਕ ਨਾ ਬੈਟਰ ਵਰਜਨ ਹੈਗਾ ਸਾਡੇ ਅੰਦਰ। ਮੇਰੇ ਅੰਦਰ ਨਾ ਇੱਕ ਚੰਗਾ ਗੋਰਖੀ ਹੈਗਾ। ਤੁਹਾਡੇ ਅੰਦਰ ਵੀ ਹੈਗਾ। ਨਿੱਜਰ ਸਾਹਿਬ ਜੀ ਦੇ ਅੰਦਰ ਵੀ ਇੱਕ ਨਿੱਜਰ ਸਾਹਿਬ, ਇੱਕ ਵਧੀਆ ਨਿੱਜਰ ਸਾਹਿਬ ਉਹਨਾਂ ਦੇ ਅੰਦਰ ਹੈ। ਕਬੀਰ ਸਾਹਿਬ ਨੇ ਲੱਭ ਲਿਆ। ਕਬੀਰ ਸਾਹਿਬ ਤੇ ਕਹਿ ਰਹੇ ਨਾ, ਮਨ ਨਿਰਮਲ ਬਿਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ। ਉਹਨਾਂ ਦਾ ਸਵਾਲ ਕੰਪਲੀਟ, ਪੇਪਰ ਪਾਸ ਹੋ ਗਿਆ। ਸਾਡਾ ਜਿਹੜਾ ਬੈਟਰ ਵਰਜਨ ਆ, ਜਿਹੜਾ ਸਾਡੇ ਅੰਦਰ ਲੁਕਿਆ, ਜਿਹੜਾ ਗੁਪਤ ਆ, ਜਿਹੜਾ ਪ੍ਰਕਿਰਤੀ ਨੇ ਆਪਣੇ ਹਿਸਾਬ ਨਾਲ ਛੁਪਾ ਕੇ ਰੱਖਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਥੱਲੇ ਨੱਪਿਆ, ਉਹ ਤੁਹਾਡੇ ਅੰਦਰ ਹੈਗਾ। ਉਹ ਇਨਸਾਨ ਬੜਾ ਜ਼ਬਰਦਸਤ ਇਨਸਾਨ ਹੈ ਤੁਹਾਡੇ ਅੰਦਰ, ਨਿਜਰ ਸਾਹਿਬ। ਬਿਲਕੁਲ ਸਹੀ ਹੈ। ਉਹਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਸਾਰੇ ਗੁਣ ਅੰਦਰ ਪਏ ਹੋਏ ਆ। ਹਾਂ, ਉਹ ਬੜਾ ਤਗੜਾ ਇਨਸਾਨ ਤੁਹਾਡੇ ਅੰਦਰ। ਔਰ ਬਾਕੀ ਜੇ ਤੁਸੀਂ ਆਪਣੇ ਨਾਲ ਉਹਦਾ ਬ੍ਰਹਮ ਸੁਪਰ ਹਿਊਮਨ ਵੀਰ ਜੀ ਕਹਿੰਦੇ ਆ ਜੀ, ਸੁਪਰ ਹਿਊਮਨ ਨਹੀਂ, ਸੁਪਰ ਤੇ ਨਹੀਂ ਕਹਿ ਸਕਦੇ ਉਹਨੂੰ ਆਪਾਂ ਇਹ ਕਹਿ ਜਿਹੜਾ ਸਕਦੇ ਅੰਦਰ ਦੀ ਗੱਲ ਕਰ ਰਹੇ ਜੀ। ਹਾਂ, ਜਿਹੜਾ ਤੁਹਾਡੇ ਅੰਦਰ ਇੱਕ ਚੰਗਿਆਈ ਵਾਲਾ ਜਿਹੜਾ ਇੱਕ ਮਨੁੱਖ ਹੈ ਤੁਹਾਡੇ ਅੰਦਰ, ਜਿਹੜਾ ਨਿਰਮਲ ਹੈ, ਪਵਿੱਤਰ ਹੈ, ਜਿਹਨੂੰ ਆਤਮਾ ਕਹਿੰਦੇ ਆਪਾਂ। ਠੀਕ ਹੈ ਜੀ। 2 ਲੈਵਲ ਤੇ ਬੰਦਾ ਜੀਵਨ ਬਤੀਤ ਕਰਦਾ ਹੈ, ਇੱਕ ਮਨ ਲੈਵਲ ਤੇ ਇੱਕ ਆਤਮਾ ਲੈਵਲ ਤੇ। ਤੁਹਾਡਾ ਤਨ, ਤੁਹਾਡਾ ਮਨ ਤੇ ਅੱਗੇ ਆਤਮਾ ਹੈ। ਇਹਦੇ ਵਿੱਚ ਕਨੈਕਟਰ ਹੈਗਾ ਹੈ ਮਨ। ਜਿਹੜਾ ਤੁਹਾਡਾ ਮਸਤਕ ਹੈ ਨਾ, ਉਹ ਇੱਕ ਅਲੱਗ ਚੀਜ਼ ਹੈ। ਮਸਤਕ ਤੁਹਾਡੇ ਅੰਦਰ ਰੱਬ ਨੇ ਇਸ ਕਰਕੇ ਫਿੱਟ ਕੀਤਾ ਕਿ ਤੁਹਾਡੇ ਜੀਵਨ ਨੂੰ ਥੋੜਾ ਸਰਲ ਕੀਤਾ ਜਾਵੇ, ਕਿਉਂਕਿ ਉਹਦੇ ਕੰਮ ਹੈਗੇ ਨੇ। ਜਿਹਦਾ ਬਾਡੀ ਨੂੰ ਕੰਟਰੋਲ ਕਰਦਾ ਹੈ, ਖੂਨ ਖਾਨ ਸਪਲਾਈ, ਇਹ ਉਹ ਤੁਹਾਡੇ ਲਫ਼ਜ਼, ਇਹ ਸਾਰੇ ਤੁਹਾਡੇ ਮਸਤਕ ਦਾ ਕੰਮ ਹੈ। ਮਸਤਕ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਏ, ਭਾਵੇਂ ਮਨ ਅੰਦਰ ਹੋਵੇ, ਇਹ ਮਸ਼ੀਨ ਓਨੀ ਵਧੀਆ ਨਹੀਂ ਚੱਲੇਗੀ। ਠੀਕ ਹੈ ਜੀ। ਮਨ ਜਿਹੜਾ ਹੈਗਾ ਉਹ ਸੰਕਲਪ ਤੇ ਵਿਕਲਪ ਕਰਦਾ ਹੈ, ਉਹ ਡਿਸੀਜਨ ਲੈਂਦਾ ਹੈ। ਉਹ ਇਸ ਮਸਤਕ ਦਾ ਇਸਤੇਮਾਲ ਕਰਦਾ। ਉਹ ਇਹ ਮਸਤਕ ਦੇ ਅੰਦਰ ਮੈਮਰੀ ਹੈਗੀ ਨਾ, ਸਿਮਰਤੀ ਕਹਿੰਦੇ ਨੂੰ ਆਪਾਂ, ਜਲ ਸ਼ਕਤੀ। ਇਹਨਾਂ ਇੰਦਰੀਆਂ ਦਾ ਇਸਤੇਮਾਲ ਕਰਦਾ ਹੈ। ਹੈਡ ਆ। ਮਨ ਕੀ ਕਰਦਾ ਹੈ? ਸਰੀਰ ਤੇ ਆਤਮਾ ਦੇ ਵਿਚਕਾਰ ਇੱਕ ਕਨੈਕਟਰ ਹੈ। ਮਨ ਤੋਂ ਬਿਨਾਂ ਇਹ ਕਨੈਕਸ਼ਨ ਨਹੀਂ ਜੁੜ ਸਕਦਾ। ਜੇਕਰ ਤੁਸੀਂ ਆਤਮਾ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਜੋ, ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਮਨ ਮਿਲਦਾ ਹੈ। ਸਭ ਤੋਂ ਪਹਿਲਾਂ ਤੁਹਾਡਾ ਤਨ ਮਿਲੇਗਾ। ਤਨ ਨੂੰ ਤੁਸੀਂ ਮਹਿਸੂਸ ਕਰ ਸਕਦੇ, ਅਨੁਭਵ ਕਰ ਸਕਦੇ ਹੋ। ਮਨ ਸੂਖਮ ਹੈ, ਦਿਖਦਾ ਨਹੀਂ, ਅਦ੍ਰਿਸ਼ ਸ਼ਕਤੀ ਹੈ, ਬਹੁਤ ਪਾਵਰਫੁਲ।
ਹਾਈਲੀ ਇੰਟੈਲੀਜੈਂਟ ਉਹ ਜੀਵ ਆ, ਉਹ ਤੁਹਾਡੇ ਅੰਦਰ ਰਹਿੰਦਾ। ਉਹ ਜਿਹੜਾ ਜੀਵ ਆ, ਉਸ ਜੀਵ ਦੀ ਜਿਹੜੀ ਹੋਂਦ ਆ ਹਉਮੈ ਕਰਕੇ ਆ, ਤੇ ਹਉਮੈ ਕਰਕੇ ਉਹ ਜਿੰਦਾ ਹੈ। ਜਦੋਂ ਹਉਮੈ ਮਰ ਜਾਂਦੀ ਆ ਤੇ ਜੀਵ ਵੀ ਮਰ ਜਾਂਦਾ। ਇੱਛਾ ਸ਼ਕਤੀ ਜਿਹੜੀ ਹੈ ਨਾ ਸਾਡੀ, ਸਾਨੂੰ ਇੱਕ ਸਰੀਰ ਤੋਂ ਦੂਜੇ ਸਰੀਰ ਦੇ ਵੱਲ ਖਿੱਚ ਕੇ ਲੈ ਜਾਂਦੀ। ਤੁਸੀਂ ਜਿੰਨੀ ਜ਼ਿਆਦਾ ਇੱਛਾ ਕਰ ਲਈ ਨਾ, ਓਨਾ ਜ਼ਿਆਦਾ ਗੱਡੀ ਦਾ ਜਿਹੜਾ ਚੱਕਾ ਘੁੰਮ ਜਾਣਾ ਜੀ। ਜਦੋਂ ਤੁਸੀਂ ਭਗਤੀ ਕੀਤੀ, ਆਤਮ ਤੱਤ ਨੂੰ ਜਾਣਿਆ, ਆਤਮਾ ਨੂੰ ਅਨੁਭਵ ਕਰ ਲਿਆ ਨਾ, ਸਭ ਤੋਂ ਪਹਿਲਾਂ ਤੁਹਾਡੀਆਂ ਇੱਛਾਵਾਂ ਖਤਮ ਹੋ ਜਾਣੀਆਂ। ਨਿੱਜਰ ਸਾਹਿਬ, ਇਹ ਸੱਚ ਜੇ। ਤੁਹਾਡੀ ਬਾਹਰ ਦੀ ਗਤੀ ਸਾਰੀ ਰੁਕ ਜੂਗੀ। ਇੱਥੋਂ ਤੱਕ ਧਾਰਮਿਕ ਸਥਾਨਾਂ ਤੇ ਵੀ ਨਹੀਂ ਤੁਸੀਂ ਜਾਣਾ। ਇਹ ਬਿਲਕੁਲ ਫੈਕਟ ਹੋਵੇਗਾ। ਮੈਂ ਜੋ ਗੱਲਾਂ ਕਹਿ ਰਿਹਾ ਵਾਂ ਕੋਈ ਗੱਪਾਂ ਨਹੀਂ ਹੈਗੀਆਂ, ਪ੍ਰੈਕਟੀਕਲ 101% ਤੁਹਾਡੇ ਜੀਵਨ ਚ ਆਉਣਗੀਆਂ। ਫਿਰ ਰਾਮਾਨੰਦ ਜੀ ਦੀ ਤੁਕ ਤੁਹਾਨੂੰ ਚੇਤੇ ਆਉਣੀ ਹੈ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਪੰਗ। ਕਿੱਥੇ ਜਾਵਾਂ, ਕਿਉਂ ਜਾਵਾਂ? ਇਹ ਗੱਲਾਂ ਜਿਹੜੀਆਂ ਨੇ ਜੀਵਨ ਚ ਆਉਣੀਆਂ ਨੇ। ਜੇ ਹਜੇ ਤੁਹਾਡਾ ਦਿਲ ਕਰਦਾ ਕਿ ਹਜੂਰ ਸਾਹਿਬ ਚੱਲ ਜਾ, ਕਿਤੇ ਹੋਰ ਗੁਰਦੁਆਰੇ ਭੱਜਾ ਫਿਰਾਂ, ਕਿਸੇ ਫਲਾਨੀ ਟਿਮਕੀ ਨਦੀ ਜਾਂ ਕੋਈ ਪਹਾੜਾਂ ਦੇ ਵਿੱਚ ਬਣੇ ਗੁਰਦੁਆਰੇ ਭੱਜਾ ਫਿਰਾਂ, ਜਾਓ। ਮੈਂ ਕਹਿੰਦਾ ਮਨਾ ਨਹੀਂ ਮੈਂ ਕਰਦਾ। ਜੇਕਰ ਏਦਾਂ ਦੀ ਇੱਛਾ ਹੈਗੀ ਤੁਹਾਡੇ ਅੰਦਰ, ਤੇ ਇਹਦਾ ਮਤਲਬ ਤੁਸੀਂ ਪਹੁੰਚੇ ਨਹੀਂ ਜੋ, ਕਿਉਂਕਿ ਇੱਛਾ ਹੈਗੀ ਅੰਦਰ। ਆਤਮਾ ਤਾਕਤ ਚ ਜਦੋਂ ਤੁਹਾਡੀ ਸੁਰਤੀ ਚੱਲ ਗਈ ਤੇ ਸਮਝ ਲਓ ਕਿ ਤੁਹਾਡਾ ਜਿਹੜਾ ਮਨ ਆ ਨਾ ਤੇ ਤਨ ਇੱਕ ਹੋ ਗਏ, ਇਕੱਠੇ ਹੋ ਜਾਣਾ। ਇਹ ਬ੍ਰਹਮਲੀਨ ਹੋ ਜਾਣਾ ਨੇ। ਨਿੱਜਰ ਸਾਹਿਬ, ਇੱਛਾ ਦਾ ਖਤਮ ਹੋਣਾ ਬੜਾ ਇੰਪੋਰਟੈਂਟ ਹੈ। ਇੱਛਾ ਜਿਹੜੀ ਆ, ਜਿਹੜੀ ਬਾਹਰ ਦੀ ਆ, ਜਿਹੜੀ ਪਦਾਰਥ ਚਾਹੇ ਕਿਸੇ ਰੂਪ ਚ ਵੀ ਲਾ ਲਓ, ਇੱਕ ਸਮਾਂ ਹੋਣਾ ਤੁਸੀਂ ਇੱਛਾ ਤੋਂ ਮੁਕਤ ਹੋਣਾ ਹੈ। ਬਹੁਤ ਹੀ ਇੰਪੋਰਟੈਂਟ ਹੈ। ਜੇਕਰ ਤੁਸੀਂ ਇੱਛਾ ਤੋਂ ਮੁਕਤ ਨਹੀਂ ਹੋ ਰਹੇ, ਤੁਹਾਡੇ ਅੰਦਰ ਇੱਛਾ ਹੈਗੀ ਹੈ ਹੋਰ ਪੈਸਾ ਇਕੱਠਾ ਕਰਾਂ, ਹੋਰ ਜ਼ਮੀਨ ਜਾਇਦਾਦ ਇਕੱਠੀ ਕਰਾਂ, ਹੋਰ ਧਨ ਦੌਲਤ ਇਕੱਠਾ ਕਰਾਂ, ਹੋਰ ਨਾਂ ਬਣਾ ਲਾਂ, ਮੈਨੂੰ ਲੋਕੀ ਜਾਣਨ, ਮੇਰੀ ਸ਼ਕਤੀ ਨੂੰ ਜਾਣਨ, ਇਹਦਾ ਮਤਲਬ ਕਿ ਹਜੇ ਮਨ ਪ੍ਰਗਟ ਹੈ, ਮਨ ਲੀਨ ਨਹੀਂ ਹੋਇਆ, ਬ੍ਰਹਮਲੀਨ ਨਹੀਂ ਹੋਇਆ। ਜਦੋਂ ਮਨ ਤੁਹਾਡਾ ਬ੍ਰਹਮਲੀਨ ਹੋ ਗਿਆ ਨਿੱਜਰ ਸਾਹਿਬ, ਸਾਰਾ ਕੁਝ ਆਪਣੇ ਆਪ ਹੀ ਸ਼ਾਂਤ ਹੋ ਜਾਣਾ। ਕਿਉਂਕਿ ਆਤਮਾ ਦਿਖਣੀ ਨਹੀਂ ਜੀ। ਜਿੰਨਾ ਚਿਰ ਤੱਕ ਝੀਲ ਦੇ ਵਿੱਚ ਪਾਣੀ ਹਿੱਲ ਰਿਹਾ ਨਾ, ਤੇ ਇਹਦਾ ਮਤਲਬ ਕਿ ਹਜੇ ਚੰਦਰਮਾ ਹੈਗਾ ਹੈ, ਪਰ ਝੀਲ ਚ ਉਹਦਾ ਦਰਪਣ ਨਹੀਂ ਜੋ ਬਣਨਾ। ਮਨ ਜਦੋਂ ਰੁਕ ਜਾਂਦਾ ਹੈ, ਚਿੱਤ ਆਟੋਮੈਟਿਕਲੀ ਸਟਾਪ ਹੋ ਜਾਂਦਾ ਹੈ। ਜਿਹੜੀ ਆਤਮਾ ਨੂੰ ਆਪਾਂ ਲੱਭਦੇ ਫਿਰਦੇ ਹਾਂ, ਉਹ ਤੁਸੀਂ ਉੱਥੇ ਦਰਸ਼ਨ ਕਰ ਲੈਂਦੇ। ਫਿਰ ਹਾਲ ਜਿਹੜਾ ਤੁਸੀਂ ਸਮਾਧੀ ਚ ਜਾ ਕੇ ਉਹਨੂੰ ਅਨੁਭਵ ਕਰ ਰਹੇ ਜੋ, ਅਜੇ ਸਹਿਜ ਅਵਸਥਾ ਨਹੀਂ ਆਈ। ਸਹਿਜ ਅਵਸਥਾ ਮਤਲਬ ਸਮਾਧੀ ਚ ਜਾਣ ਦੀ ਲੋੜ ਹੀ ਨਹੀਂ ਹੈ, ਤੁਹਾਡਾ ਜੀਵਨ ਹੀ ਸਮਾਧੀ ਬਣ ਜਾਣਾ। ਠੀਕ ਹੈ ਜੀ, ਆਪ ਪਲੀਜ਼ ਅੰਡਰਸਟੈਂਡ ਕਰੋ। ਅੱਛਾ, ਆ ਚੱਲੀਏ ਜੀ। ਫਿਰ ਉਹ ਕਹਿੰਦੇ ਨੇ ਕਿ ਸਿੰਬਲ ਰੁੱਖ ਜਿਹੜਾ ਹੈਗਾ ਹੈ, ਆਪਾਂ ਸਿੰਬਲ ਦੇ ਰੁੱਖ ਨਹੀਂ ਬਣਨਾ ਜੀ। ਆਪਾਂ ਅੱਗੇ ਚਲੀਏ ਨਿੱਜਰ ਸਾਹਿਬ। हो जे आवे आस कर जाए निरासे की, फल फिक्के फुल बक बके, कामना आवे पत, मिठत नीवी नानका, गुण चंगियाइयां तत्, सबको निवे आपको पर को निवे ना कोय। इकबाल जी, आप कुछ कहना चाहते जो आप माइक ऑन कर रहे? जी जी सर जी, गुस्ताखी माफ। मैं ये कहना चाਹੁੰਦਾ, ਅਸੀਂ ਐਡੇ ਭਾਗਾਂ ਵਾਲੇ ਬੰਦੇ ਆ ਨਾ, ਇੰਨੇ ਭਾਗਾਂ ਵਾਲੇ ਬੰਦੇ ਆ। ਸਾਨੂੰ ਜਿਹੜੀਆਂ ਬਾਣੀ ਦੀਆਂ ਤੁਕਾਂ ਨੇ, ਜਿਹੜੀਆਂ ਨਿੱਜਰ ਸਾਹਿਬ ਸੁਣਾਉਂਦੇ ਨੇ, ਇਹ ਸੁਣਨਾ ਹੈ, ਇਹ ਸੁਣਨਾ ਹੈ। ਤੇ ਇਹਦੇ ਸੁਣਨੇ ਦੇ ਉੱਤੇ ਜਿਹੜਾ ਤੁਸੀਂ ਸੁਹਾਗਾ ਫੇਰਦੇ ਹੋ ਨਾ, ਸਾਨੂੰ 24 ਕੈਰਟ ਗਿਆਨ ਮਿਲਦਾ। 24 ਕੈਰਟ। ਇਹ ਸਿਰਫ ਇੰਨਾ ਮੈਂ ਕਹਿਣਾ ਚਾਹੁੰਦਾ ਸੀ। ਗੁਸਤਾਖੀ ਮਾਫ, ਮੈਂ ਤੁਹਾਡੇ 2 ਮਿੰਟ ਲੈ ਲੇ। ਕੋਈ ਗੱਲ ਨਹੀਂ, ਕੋਈ ਗੱਲ। ਬਹੁਤ ਵਧੀਆ। ਦੇਖੋ ਸਾਧ ਸੰਗਤ ਜੀ, ਅਸੀਂ ਤੇ ਚਾਹੁੰਦੇ ਹਾਂ ਸੱਤ ਤੇ ਸੰਗ। ਸੱਤ ਦਾ ਸੰਗ ਕਰਨਾ ਬੜਾ ਔਖਾ, ਪਰ ਸੰਗ ਜੇ ਕਰਨ ਦੇ ਲਾਇਕ ਹੈਗਾ ਤੇ ਉਹ ਨਿੱਜਰ ਸਾਹਿਬ ਕੱਲਾ ਸੱਤ ਹੀ ਹੈ। ਬਾਕੀ ਸੰਗ ਤੇ ਐਵੇਂ ਹੀ ਹੈ। ਇਹ ਸਭ ਇੱਕ ਪ੍ਰਕਿਰਤੀ ਚ ਆਪਾਂ ਆਉਂਦੇ ਹਾਂ। ਆਪ ਚੀਜ਼ ਨੂੰ ਅੰਡਰਸਟੈਂਡ ਕਰੋ। ਦੇਖੋ, ਇਹ ਪ੍ਰਕਿਰਤੀ ਤੇ ਨਾ ਹਰ ਇੱਕ ਜੀਵ ਜਿਹੜਾ ਨਾ ਆਪਣੀ ਹੋਂਦ ਬਣਾ ਕੇ ਬੈਠਾ। ਇਹ ਚਰਨਜੀਤ ਜਦੋਂ ਇਹ ਧਰਤੀ ਤੋਂ ਚਲਾ ਗਿਆ ਨਾ, ਮੇਰੀ ਜਗ੍ਹਾ ਦੁਬਾਰਾ ਭਰੀ ਨਹੀਂ ਜਾ ਸਕਦੀ ਨਿੱਜਰ ਸਾਹਿਬ, ਉਹ ਖਾਲੀ ਹੋ ਜਾਏਗੀ। ਜਦੋਂ ਤੁਸੀਂ ਜਾਓਗੇ, ਉਹ ਨਿੱਜਰ ਸਾਹਿਬ ਵਰਗਾ ਦੂਜਾ ਬੰਦਾ ਨਹੀਂ ਹੈਗਾ ਪ੍ਰਿਥਵੀ ਤੇ। ਇਹ ਸੰਸਾਰ ਹੈ ਏਦਾਂ ਦਾ। ਹੁਣ ਵੇਖੋ, ਸਿੱਧੂ ਮੂਸੇਵਾਲਾ ਮਰ ਗਿਆ, ਮਾਰ ਦਿੱਤਾ ਉਹਨੂੰ,
ਹੁਣ ਐਸਾ ਸਿੰਗਰ ਦੁਬਾਰਾ ਨਹੀਂ ਆਉਣਾ ਨਿੱਜਰ ਸਾਹਿਬ। ਪਰਮਾਤਮਾ ਨੇ ਨਾ ਇੱਕ ਐਸਾ ਜਿਹੜਾ ਜਾਮਾ ਦਿੱਤਾ ਹੈ ਸਾਨੂੰ, ਜਿਹੜਾ ਰੂਪ ਦਿੱਤਾ ਹੈ, ਅਸੀਂ ਇੱਥੇ ਕੁਝ ਕਰਨ ਆਏ ਆ। ਸਾਡੀ ਆਪਣੀ ਹੋਂਦ ਆ, ਆਪਾਂ ਭੀੜ ਥੋੜੀ ਹੈਗੇ ਆ। ਤੁਸੀਂ ਭੀੜ ਚ ਵੜ ਕੇ ਵੇਖ ਲਓ, ਤੁਸੀਂ ਉਸੇ ਤਰ੍ਹਾਂ ਰਹਿੰਦੇ ਜੋ। ਉਹ ਜਿਹੜਾ ਸਾਡਾ ਵਰਜਨ ਆ, ਜਿਹੜਾ ਅਸੀਂ ਥੋੜਾ ਜਿਹਾ ਮਨ ਮੈਲਾ ਕਰ ਲਿਆ ਹੈ, ਕਹਿੰਦੇ ਇਸ ਮਨ ਕੋ ਜਨਮ ਕੀ ਮਨ ਲਾਗੀ ਕਾਲਾ ਹੁਆ ਸਵਾ। ਉਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੱਗੀ ਹੈ ਨਾ, ਉਹਨੂੰ ਉਤਾਰਨ ਦਾ ਬੜਾ ਜ਼ਬਰਦਸਤ ਮੌਕਾ ਹੈਗਾ। ਔਰ ਇਸ ਟਾਈਮ ਕਲਯੁਗ ਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ, 2-2.5 ਸਾਲ ਦੀ ਗੇਮ ਹੈ। 2-2.5 ਸਾਲ ਚ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ ਆਪਣੇ ਆਪ ਹੀ। ਔਰ ਫਿਰ ਕਿਸੇ ਕੋ ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਖੁਦ ਹੀ ਪਤਾ ਲੱਗਣਾ ਹੈ। ਫਿਰ ਤੁਸੀਂ ਬਾਣੀ ਪੜ੍ਹੋ, ਤੁਹਾਨੂੰ ਬਾਣੀ ਨੇ ਸਰਟੀਫਿਕੇਟ ਦੇ ਦੇਣਾ ਹੈ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਤੁਸੀਂ ਆਪ ਕਿੰਨੇ ਬ੍ਰਹਮ ਗਿਆਨੀ ਹੈਗੇ, ਉਹਨਾਂ ਦੀ ਤੁਕਾਂ ਪੜ੍ਹੋ। ਤੁਹਾਡੇ ਅੰਦਰ ਦਾ ਜਿਹੜਾ ਅਨੁਭਵ ਆ, ਤੁਹਾਡੇ ਅੰਦਰ ਦਾ ਜੋ ਗਿਆਨ ਪ੍ਰਗਟ ਹੋ ਰਿਹਾ, ਉਹਨਾਂ ਸਾਈਨ ਕਰ ਦੇਣੇ, ਸਰਟੀਫਿਕੇਟ ਦੇਣਗੇ। ਜਿੱਦਾਂ ਇੱਕ ਕੰਪਨੀ ਸਰਟੀਫਿਕੇਟ ਦੇ ਦਿੰਦੀ ਹੈ ਨਾ ਕਿ ਇਹ ਪ੍ਰੋਡਕਟ ਜਿਹੜਾ ਪਾਸ ਹੈ ਨਿੱਜਰ ਸਾਹਿਬ, QC ਕੁਆਲਿਟੀ ਚੈੱਕ। ਬਿਲਕੁਲ ਇਸੇ ਤਰ੍ਹਾਂ ਬ੍ਰਹਮ ਗਿਆਨੀਆਂ ਨੇ ਤੁਹਾਨੂੰ ਸਰਟੀਫਿਕੇਟ ਦੇ ਦੇਣਾ। ਪਰ ਇੱਕ ਗੱਲ ਯਾਦ ਰੱਖਿਓ, ਸਰਟੀਫਿਕੇਟ ਗੁਰੂ ਗ੍ਰੰਥ ਸਾਹਿਬ ਚੋਂ ਹੀ ਲੈਣਾ ਵਾ, ਕਿਸੇ ਬੰਦੇ ਕੋ ਨਾ ਲੈ ਲਿਓ। ਬੰਦੇ ਬੜੇ ਖਤਰਨਾਕ ਹੈਗੇ, ਨਕਲੀ ਵੀ ਦੇ ਸਕਦੇ ਤੁਹਾਨੂੰ। ਹਾਂਜੀ, ਅੱਗੇ ਚੱਲੀਏ ਨਿੱਜਰ ਸਾਹਿਬ। ਹਾਂਜੀ, ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਕਿ ਮਿੱਠਤ ਨੀਵੀਂ ਆ ਭਾਈ। ਮਿੱਠਾਪਨ ਜਿਹੜਾ ਹੈਗਾ ਨਿਉਣ ਦੇ ਵਿੱਚ, ਤੇ ਮਿੱਠਾ ਜਿਹੜਾ ਹੈਗਾ ਹਰੇਕ ਨਾਲ ਮਿੱਠਾ ਬੋਲਣਾ ਜਿਹੜਾ ਹੈਗਾ, ਇਹ ਗੁਣਿਆਂ ਚੰਗਿਆਈਆਂ ਹੈਗੀਆਂ, ਤੱਤ ਗੁਣ ਹੈਗੇ ਆ। ਪਰ ਇੱਕ ਚੀਜ਼ ਯਾਦ ਰੱਖੀ ਵੀ ਸਾਰੇ ਜਿਹੜੇ ਹੈਗੇ ਆਪਣੇ ਵਾਸਤੇ ਜਿਹੜਾ ਹੈਗਾ ਹਰੇਕ ਕੋਈ ਨਿਭਦਾ ਹੈ, ਪਰ ਉਵੇਂ ਦਾ ਨਾ ਬਣੀ। ਤੂੰ ਜਿਹੜਾ ਹੈਗਾ ਦੂਸਰਿਆਂ ਦੀ ਮਦਦ ਕਰਨੀ ਸਿੱਖੀ। ਤੇ ਇੱਕ ਜਿਹੜਾ ਹੈਗਾ ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾਏ। ਜਿਹਨੇ ਕੋਈ ਅਪਰਾਧ ਕਰਨਾ ਹੈ, ਦੂਜੇ ਨੂੰ ਨੁਕਸਾਨ ਪਹੁੰਚਾਉਣਾ ਹੈ, ਆਪਣਾ ਫਾਇਦਾ ਕਰਨਾ ਹੈ, ਉਹ ਜਿਹੜਾ ਹੈਗਾ ਉਹ ਤਾਂ ਬਹੁਤ ਹੀ ਮਿੱਠਾ ਵੀ ਬੋਲੂਗਾ ਔਰ ਨਿਭ ਕੇ ਵੀ ਚੱਲੂਗਾ ਭਾਈ। ਸੀਸ ਨਿਭਾਏ ਕਿਆ ਥੀ ਹੈ ਜਾਂ ਹਿਰਦੇ ਕੋ ਸੁਧ ਜਾਏ। ਕਹਿੰਦੇ ਉਹਦੇ ਨਿਉਣ ਦਾ ਕੀ ਫਾਇਦਾ ਜਿਹੜਾ ਹੈਗਾ, ਜਦੋਂ ਹਿਰਦੇ ਚੋਂ ਅੰਦਰੋਂ ਜਿਹੜਾ ਹੈਗਾ ਉਹ ਗਲਤ ਰਸਤੇ 'ਤੇ ਜਾ ਰਿਹਾ ਹੈ। ਇਸ ਤੋਂ ਅੱਗੇ ਜਿਹੜਾ ਹੈਗਾ ਫਿਰ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਹੈ, ਮਹਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਭਿਗੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰ। ਕਹਿੰਦੇ ਆ ਦੇਖੋ ਐਗਜ਼ਾਮਪਲ ਦਿੱਤਾ ਹੈ ਇਹ ਪੰਡਿਤ ਦਾ, ਕਿ ਉਹ ਧਾਰਮਿਕ ਗ੍ਰੰਥ ਪੜ੍ਹਦਾ ਹੈ ਤੇ ਸੰਧਿਆ ਵੀ ਜਿਹੜਾ ਹੈਗਾ 3 ਟਾਈਮ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਪੂਜਾ ਪਾਠ ਵੀ ਕਰਦਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ, ਤੇ ਔਰ ਦੂਸਰਿਆਂ ਨੂੰ ਵੀ ਜਿਹੜਾ ਹੈਗਾ ਸੰਵਾਦ ਵੀ ਕਰਦਾ ਹੈ, ਦੂਸਰਿਆਂ ਨੂੰ ਸਮਝਾਉਂਦਾ ਵੀ ਹੈਗਾ। ਸਿਲ ਪੂਜਸ ਬਗਲ ਸਮਾਦਨ, ਔਰ ਮੂਰਤੀ ਦੀ ਪੂਜਾ ਵੀ ਕਰਦਾ ਹੈ। ਪਰ ਜਿਹੜਾ ਹੈਗਾ ਇਹ ਇਸ ਤਰ੍ਹਾਂ ਕਰਦਾ ਹੈ, ਅੰਦਰੋਂ ਜਿਹੜਾ ਹੈਗਾ ਉਹਦਾ ਮਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਨਹੀਂ ਪੂਜਾ ਕਰ ਰਿਹਾ ਭਾਈ। ਸਿਰਫ ਜਿਹੜਾ ਹੈਗਾ ਇਹ ਰੂਟੀਨ ਹੈਗਾ, ਉਹਦਾ ਮਨ ਜਿਹੜਾ ਹੈਗਾ ਇਹ ਬਗਲੇ ਵਾਂਗੂ ਹੈ। ਮਨ ਦੇ ਵਿੱਚ ਜਿਹੜਾ ਹੈਗਾ ਮਾਇਕ ਪਦਾਰਥ ਜਿਹੜੇ ਹੈਗੇ ਉਹਨਾਂ ਦੀ ਖਿੱਚ ਪਈ ਹੋਈ ਹੈ। ਮੁੱਖ ਝੂਠ ਵਿਭੂਖਣ ਸਾਰੰਗ, ਔਰ ਝੂਠ ਜਿਹੜਾ ਹੈਗਾ ਜੋ ਬੋਲਦਾ ਹੈ ਉਹ ਅੰਦਰੋਂ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗਾ ਉਹ ਅੰਦਰ ਉਹ ਚੀਜ਼ ਨਹੀਂ ਹੈਗੀ। ਇਹ ਝੂਠ ਜਿਹੜਾ ਹੈਗਾ ਇਹਨੂੰ ਐਸਾ ਉਹਨੇ ਜਿਹੜਾ ਹੈਗਾ ਝੂਠ ਨੂੰ ਜਿਹੜਾ ਹੈਗਾ ਨਾ ਮੁੱਖ ਦੇ ਉੱਤੇ ਝੂਠ ਐਸਾ ਸਜਾ ਕੇ ਰੱਖਿਆ ਕਿ ਝੂਠ ਨੂੰ ਜਿਹੜਾ ਹੈਗਾ ਸੱਚ ਬਣਾ ਕੇ ਪੇਸ਼ ਕਰ ਦਿੰਦਾ ਹੈ। ਉਹ ਐਸਾ ਗਹਿਣੇ ਵਾਂਗੂ ਜਿਹੜਾ ਹੈਗਾ ਝੂਠ ਜਿਹੜਾ ਹੈਗਾ ਵੱਢਦਾ ਹੈ ਉਹ ਭਾਈ, ਵੀ ਅਗਲੇ ਨੂੰ ਜਿਹੜਾ ਹੈਗਾ ਧੋਖਾ ਹੋ ਜਾਂਦਾ ਹੈ ਉਹਦੇ ਝੂਠ ਦੇ ਨਾਲ। ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੰਦਾ ਹੈ। ਮੁੱਖ ਝੂਠ ਵਿਭੂਖਣ ਸਾਰੰਗ, ਤ੍ਰੈ ਪਾਲ ਤਿਹਾਲ ਵਿਚਾਰੰ, ਔਰ 3 ਪਾਲਾਂ ਵਾਲੀ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਹੈਗੀ ਉਹ ਮੰਤਰ ਤਿਹਾਲ ਕਹਿੰਦੇ ਆ। 3 ਵਾਰੀ ਜਿਹੜੇ ਹੈਗੇ ਆ ਉਹ ਆਪਣਾ ਰੂਟੀਨ ਜਿਹੜਾ ਨਿਤਨੇਮ ਜਿਹੜਾ ਹੈਗਾ ਉਹਦਾ ਕਰਦਾ ਹੈ ਭਾਈ, ਵਿਚਾਰਦਾ ਹੈ। ਗਲੇ ਮਾਲਾ ਤਿਲਕ ਲਿਲਾਟੰ, ਗਲ ਦੇ ਵਿੱਚ ਮਾਲਾ ਵੀ ਪਾਈ ਹੋਈ ਆ ਔਰ ਮੱਥੇ ਦੇ ਉੱਤੇ ਲਿਲਾਟ ਦੇ ਉੱਤੇ ਤਿਲਕ ਵੀ ਲਗਾਉਂਦਾ ਹੈ। 2 ਧੋਤੀ ਵਸਤਰ ਕਪਾਟੰ, ਔਰ 2 ਧੋਤੀਆਂ ਵੀ ਰੱਖਦਾ ਹੈ ਭਾਈ, ਇੱਕ ਤੇੜ ਤੇ ਇੱਕ ਉੱਪਰ, ਤੇ ਆਪਣਾ ਸਿਰ ਵੀ ਢੱਕਦਾ ਹੈ ਭਾਈ। ਜੇ ਜਾਣਸ ਬ੍ਰਹਮੰ ਕਰਮੰ, ਸਭ ਹੋ ਘਟਨੇ ਚੋ ਕਰਮੰ,
ਪਰ ਕਹਿੰਦੇ ਉਹਨੂੰ ਪਤਾ ਹੀ ਨਹੀਂ ਆ ਵੀ ਪਰਮਾਤਮਾ ਜਿਹੜਾ ਬ੍ਰਹਮ ਜਿਹੜਾ ਹੈਗਾ ਉਹ ਕੀ ਚਾਹੁੰਦਾ ਆ। ਮਾਲਕ ਪਰਮਾਤਮਾ ਦੀ ਨੇੜਤਾ ਕਿਵੇਂ ਪ੍ਰਾਪਤ ਹੁੰਦੀ ਆ? ਉਹਦੀ ਨੇੜਤਾ ਤਾਂ ਪ੍ਰਾਪਤ ਹੁੰਦੀ ਆ, ਮਾਲਕ ਜਿਹੜਾ ਹੈਗਾ ਸੱਚ ਹੈਗਾ, ਮਾਲਕ ਜਿਹੜਾ ਹੈਗਾ ਨਿਰਮਲ ਹੈਗਾ। ਤੇ ਜਦ ਤੱਕ ਆਪਾਂ ਆਪਣਾ ਮਨ ਨਿਰਮਲ ਨਹੀਂ ਹੋਏਗਾ, ਮਨ ਨੂੰ ਨਿਰਮਲ ਕਰਨ ਦਾ ਜਿਹੜਾ ਹੈ ਸਾਧਨ ਨਹੀਂ ਆਪਾਂ ਉਪਯੋਗ ਕਰਾਂਗੇ, ਤਦ ਤੱਕ ਜਿਹੜੀ ਗੱਲ ਨਹੀਂ ਬਣੇਗੀ ਭਾਈ। ਜੇ ਜਾਣਸ ਬ੍ਰਹਮੰ ਕਰਮੰ, ਜੇ ਉਹ ਬ੍ਰਹਮ ਕਰਮ ਮਨ ਨਿਰਮਲ ਕਰਨ ਵਾਲਾ, ਮਨ ਨੂੰ ਜਿਹੜਾ ਹੈਗਾ ਮੈਲ ਤੋਂ ਮਨ ਦੀ ਮੈਲ ਲਾਉਣ ਵਾਲਾ ਕਰਮ ਜੇ ਜਾਣ ਲੈਂਦਾ ਤੇ ਉਹਨੂੰ ਪਤਾ ਲੱਗਦਾ ਭਾਈ ਇਹ ਜਿਹੜਾ ਜੋ ਕੁਛ ਵੀ ਮੈਂ ਕਰ ਰਿਹਾ ਆ ਇਹ ਸਾਰਾ ਦਾ ਫੋਕਟ ਕਰਮ ਕਰ ਰਿਹਾ ਆ, ਸਭ ਫੋਕਟ ਨਿਸ਼ਚੋ ਕਰਮੰ। ਬਿਲਕੁਲ ਨਿਸ਼ਚਾ ਹੋ ਜਾਂਦਾ ਬਈ ਜੋ ਵੀ ਮੈਂ ਕਰਮ ਕਾਂਡ ਬਾਹਰ ਹੀ ਕਰ ਰਿਹਾ ਇਹ ਤਾਂ ਮੇਰੇ ਸਰੀਰ ਦੇ ਨਾਲ ਕਰ ਰਿਹਾ ਆ। ਮੈਂ ਮਨ ਤਾਂ ਜਿਹੜਾ ਹੈਗਾ ਫਰੀ ਛੱਡਿਆ ਹੋਇਆ, ਮੈਂ ਮਨ ਤਾਂ ਜਿਹੜਾ ਹੈਗਾ ਝੂਠ ਦੇ ਵਿੱਚ ਕੂੜ ਦੇ ਵਿੱਚ ਘੁੰਮ ਰਿਹਾ ਹੈ। ਉਹ ਨਿਰਮਲ ਕਰਮ ਹੈਗਾ ਭਾਈ। ਕਹੋ ਨਾਨਕ ਨਿਸ਼ਚੋ ਧਿਆਵੈ, ਉਹ ਨਿਰਮਲ ਕਰਮ ਹੈ। ਧਿਆਨ ਪਰਮੇਸ਼ਰ ਦਾ ਧਿਆਨ ਨਿਸ਼ਚਾ ਕਰਕੇ ਜਿਹੜਾ ਹੈਗਾ, ਮਨ ਕਰਕੇ ਨਿਸ਼ਚਾ ਕਰਕੇ, ਮਤਲਬ ਮਨ ਦੇ ਨਾਲ ਧਿਆਨ ਕਰਨਾ। ਕਹੋ ਨਾਨਕ ਨਿਸ਼ਚੋ ਧਿਆਵੈ, ਪਰ ਵਿਣ ਸਤਿਗੁਰ ਵਾਟ ਨਾ ਪਾਵੈ। ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਇਹ ਰਸਤਾ ਨਹੀਂ ਲੱਭਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ ਇੱਥੇ ਫਿਰ ਕਾਫੀ ਉੱਚੀ ਗੱਲ ਕੀਤੀ ਹੈ। ਜ਼ਿਆਦਾਤਰ ਲੋਕ ਨਾ 99% ਲੋਕ ਇੱਥੇ ਅੜੇ ਹੋਏ ਨੇ। ਆਪ ਸਮਝਦੇ ਹੋ 99% ਲੋਕ ਇਸ ਪ੍ਰੋਬਲਮ 'ਚ ਫਸੇ ਹੋਏ ਨੇ। ਕਹਿੰਦੇ ਪੜ੍ਹ ਪੁਸਤਕ ਸੰਧਿਆ ਬਾਅਦ, ਕਹਿੰਦੇ ਕਿਤਾਬਾਂ ਪੜ੍ਹਦਾ, ਗ੍ਰੰਥਾਂ ਨੂੰ ਪੜ੍ਹ ਕੇ ਫਿਰ ਵਿਚਾਰ ਚਰਚਾ ਕਰਦਾ, ਗੋਸ਼ਟੀ ਕਰਦਾ, ਗਿਆਨ ਦੀਆਂ ਗੱਲਾਂ ਕਰਦਾ। ਤੁਸੀਂ ਉੱਥੇ ਜਾਓਗੇ ਨਾ ਬਨਾਰਸ ਦੇ ਵਿੱਚ, ਉੱਥੇ ਕਹਿੰਦੇ ਆ ਕਿ ਉਹਨਾਂ ਨੂੰ ਗ੍ਰੰਥ ਯਾਦ ਨੇ। ਐਸੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਗ੍ਰੰਥ ਵੇਦ ਵੀ ਯਾਦ, ਇੰਨੀ ਸਿਮਰਤੀ ਦੇ ਵਿੱਚ ਗਿਆਨ ਭਰਿਆ, ਇੱਕ ਤੁਕ ਦਾ ਪਤਾ। ਗੋਰਖੀ ਸਾਹਿਬ ਦੇਖੋ ਹੁਣ ਆਪਣੇ ਸਾਹਮਣੇ ਹੈਗੇ ਗੋਰਖੀ ਸਾਹਿਬ, ਦੇਖੋ ਜਿਹੜੇ ਹੈਗੇ ਆ ਵੇਦੀ ਕਹਿੰਦੇ ਆ ਜਿਨ੍ਹਾਂ ਨੂੰ ਵੇਦ ਦਾ ਗਿਆਨ ਆ, ਦੁਵੇਦੀ ਕਹਿੰਦੇ 2 ਵੇਦਾਂ ਦਾ ਗਿਆਨ ਆ, ਤ੍ਰਿਵੇਦੀ 3 ਵੇਦਾਂ ਦਾ ਗਿਆਨ ਹੈ, ਚਤੁਰਵੇਦੀ 4 ਵੇਦਾਂ ਦਾ ਗਿਆਨ ਹੈ। ਨਾਮ ਤਾਂ ਸਾਹਮਣੇ ਹੈਗੇ, ਨਾਮ ਰਹਿ ਗਏ। ਲਾ ਲਓ ਹੁਣ ਸਾਡੇ ਵੀ ਇੱਥੇ ਵਾਧੂ। ਇੱਥੇ ਗੁਰੂ ਇਕਬਾਲ ਸਾਹਿਬ ਜੀ ਕਹਿੰਦੇ ਨੇ ਕਿ ਲਿਆਓ ਜੀ ਇਹਨਾਂ ਨੂੰ ਇਨਾਮ ਦਿਓ ਬੱਚਿਆਂ ਨੂੰ। ਕਾਹਦਾ ਨਾਮ ਜੀ? ਇਹਨਾਂ ਨੂੰ ਇੰਨੀ ਬਾਣੀ ਕੰਠ। ਠੀਕ ਹੈ, ਕੰਠ ਹੋਣਾ ਮਾੜੀ ਗੱਲ ਨਹੀਂ ਹੈ, ਪਰ ਤੁਸੀਂ ਇੱਕ ਸਟੇਜ ਤੇ ਤੁਸੀਂ ਇਕੱਲੇ ਕੰਠ ਕਰਾ ਕੇ ਗੱਲ ਖਤਮ ਕਰ ਦਿੱਤੀ ਤੇ ਕਿੰਨਾ ਨੁਕਸਾਨ ਕਰਤਾ। ਬੱਚੇ ਨੂੰ ਗਿਆਨ ਤੇ ਨਹੀਂ ਨਾ ਕਰਾਇਆ ਕਿ ਪੁੱਤ ਲਿਖਿਆ ਕੀ, ਤੈਨੂੰ ਪਤਾ ਹੈ ਇਹਦੇ ਅੰਦਰ ਕੀ ਲਿਖਿਆ। ਉਹ ਇੰਪੋਰਟੈਂਟ ਹੈ। ਤੂੰ ਕੰਠ ਕਰਾ ਦੇ, ਬਸ ਸਿਮਰਤੀ ਚ ਪਾਲਾ। ਹੁਣ ਮੈਂ ਪਹਾੜੇ ਸਿੱਖੇ ਆ, ਉਦੋਂ 10 ਤੱਕ ਆਉਂਦੇ ਸੀ, 12 ਤੱਕ ਆਉਂਦੇ ਸੀ, ਮਤਲਬ ਉਹ ਤੇ ਪਹਾੜੇ ਸਿੱਖੇ, ਉਹ ਤੇ ਮੇਰੀ ਸਿਮਰਤੀ ਚ ਚੱਲ ਗਏ। ਹੁਣ ਜਿਹੜੀ ਬਾਣੀ ਦਾ ਮੈਂ ਇਸਤੇਮਾਲ ਕਰਨਾ ਹੈ, ਜੀਵਨ ਨੂੰ ਉੱਪਰ ਖੜਨਾ ਹੈ, ਜਿਹੜਾ ਮੇਰਾ ਬੈਟਰ ਵਰਜਨ ਹੈ, ਮੇਰੇ ਅੰਦਰ ਜੋ ਚੰਗਾ ਚਰਨਜੀਤ ਹੈ, ਜੋ ਬਹੁਤ ਹੀ ਵਧੀਆ ਹੈ, ਤੇ ਜਿਹ ਚ ਨਿਮਰਤਾ ਹੈਗੀ ਹੈ, ਜੇ ਸੱਚ ਹੈਗਾ, ਦਇਆ ਹੈਗੀ, ਸੰਤੋਖ ਹੈਗੀ ਹੈ, ਉਹਨੂੰ ਤੇ ਮੈਂ ਪ੍ਰਗਟ ਹੀ ਨਹੀਂ ਕੀਤਾ। ਤੇ ਜਿਹਨੂੰ ਪ੍ਰਗਟ ਕਰਕੇ ਬੈਠਾ ਉਹ ਤੇ ਵੈਸੇ ਵੀ ਲੋਹ ਵਰਜਨ ਹੈ। ਲੋਹ ਵਰਜਨ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਏਸੀ ਹੈਗਾ, ਤੁਸੀਂ ਬੰਦ ਕੀਤਾ ਤੇ ਤੁਸੀਂ ਪੱਖੀ ਦਾ ਯੂਜ਼ ਕਰ ਰਹੇ ਹੋ। ਬਾਣੀ ਕਹਿੰਦੀ ਆ ਨਾਮ ਕੁਮਾਰੀ ਰਾਣਕਾ ਚੜੀ ਰਹੇ ਦਿਨ ਰਾਤ, ਸੱਚ ਚਿਤ ਆਨੰਦ। ਉਹਨੂੰ ਤੇ ਤੁਸੀਂ ਲੱਭਿਆ ਹੀ ਨਹੀਂ। ਬਿਲਕੁਲ ਤੁਸੀਂ ਆਤਮਾ ਛੱਡਤੀ, ਉਹ ਮਨ ਦੇ ਪਿੱਛੇ ਲੱਗੇ ਫਿਰਦੇ ਜੋ। ਉਹ ਮਨ ਤੇ ਹੈ ਵੀ ਚੰਡਾਲ ਹੈਗਾ, ਉਹ ਕਿੱਥੇ ਲਈ ਫਿਰਦਾ ਸਾਨੂੰ, ਉਹ ਤੁਹਾਨੂੰ ਵੀ ਪਤਾ ਹੈ। ਕਿੱਥੇ ਵਿਚਾਰ, ਕਿੱਡੇ ਗੰਦੇ ਵਿਚਾਰ, ਪਤਾ ਨਹੀਂ ਕਿੱਥੇ ਲੈ ਜਾਂਦਾ ਨਿੱਜਰ ਸਾਹਿਬ, ਮਿੰਟੋ ਮਿੰਟੀ। ਬਿਲਕੁਲ ਮਿੰਟ ਲਾਉਂਦਾ। ਤੁਸੀਂ ਬੈਠੇ ਗੁਰਦੁਆਰੇ ਜੋ, ਤੁਸੀਂ ਬੜੀਆਂ ਅੱਖਾਂ ਬੰਦ ਕਰਦੇ ਜੋ, ਇਹ ਪਤਾ ਨਹੀਂ ਕੀ ਵੇਂਦਾ ਨਿੱਜਰ ਸਾਹਿਬ। ਕਿੱਡਾ ਪਾਵਰਫੁਲ। ਤੁਸੀਂ ਅੱਖਾਂ ਬੰਦ ਕਰ ਲਓ, ਤੁਹਾਡੀਆਂ ਅੱਖਾਂ ਬੰਦ ਦੇ ਗਾੜੀ ਤੁਹਾਡੇ ਅੰਦਰ ਤਸਵੀਰ ਬਣਾ ਦੇਣੀ ਨੇ ਉਸ ਚੀਜ਼ ਦੀ। ਕਿੱਡਾ ਪਾਵਰਫੁਲ ਹੈ। ਤਾਂ ਇਹ ਗੱਲਾਂ ਹੈਗੀਆਂ ਨੇ, ਪਰ ਇੱਥੇ ਸਾਨੂੰ ਉਹ ਸਮਝਾ ਰਹੇ ਨੇ ਕਿ ਪੁਸਤਕਾਂ ਵੀ ਪੜ੍ਹੀਆਂ, ਗਿਆਨ ਵੀ ਬੜਾ ਪ੍ਰਾਪਤ ਕੀਤਾ, ਤੇ ਫਿਰ ਤੂੰ ਪੱਥਰ ਦੀ ਪੂਜਾ ਵੀ ਕਰਦਾ ਹੈ, ਫਿਰ ਬੰਗਲਾ ਭਗਤ ਵੀ ਬਣਿਆ ਫਿਰਦਾ ਹੈ। ਬੰਗਲਾ ਭਗਤ ਅੱਖਾਂ ਬੰਦ, ਪੂਰਾ ਹੰਸ ਬਣਿਆ ਫਿਰਦਾ ਹੈ। ਹਾਂ, ਸਮਾਧੀ ਦਾ ਧਿਆਨ ਚ ਉਹਦੇ ਬ੍ਰਿਤੀ ਮੱਛੀਆਂ। ਹਾਂ, ਬਗਲਾ ਭਗਤ ਦਾ ਮਤਲਬ ਹੈ ਸਮਾਧੀ ਵੀ ਲਾਉਂਦਾ ਹੈ ਭਾਈ, ਬਗਲੇ ਵਾਂਗੂ।
ਹਾਂ, ਪਰ ਅੰਦਰ ਮੱਛੀਆਂ ਦੀ ਬਿੜਤੀ ਹੈ। ਉਹ ਬੰਗਲਾ ਦੇ ਚਲਾਕੀ ਦੇ ਕਰਕੇ ਬੈਠਾ ਹੈ। ਹਾਂ। ਉਹ ਏਦਾਂ ਬੈਠਾ ਹੁੰਦਾ ਹੈ ਕਿ ਮੱਛੀ ਆ ਜੇ ਤੇ ਮੈਂ ਉਸੇ ਟਾਈਮ ਅੱਖਾਂ ਖੋਲਣਾ ਤੈਨੂੰ ਫੜ ਲਾਂ। ਬਿਲਕੁਲ। ਇਸੇ ਤਰ੍ਹਾਂ ਉਹ ਕਹਿੰਦੇ ਪਤਾ ਨਹੀਂ ਹੁਣ ਤੂੰ ਕੀ ਨਾਟਕ ਕਰ ਰਿਹਾ, ਕੀ ਤੂੰ ਖੇਖਣ ਕਰਦਾ ਪਿਆ, ਪਰ ਅੰਦਰ ਤੇਰੇ ਅੰਦਰ ਮੱਛੀਆਂ ਹੈਗੀਆਂ ਨੇ। ਤੂੰ ਧਾਰਮਿਕ ਸਥਾਨ ਤੇ ਵੀ ਗਿਆ, ਹੁਣ ਪਤਾ ਨਹੀਂ ਉੱਥੇ ਕੀ ਫੜਦਾ ਪਿਆ। ਨਿੱਜਰ ਸਾਹਿਬ, ਅੰਦਰੋਂ ਤੇ ਗੜਬੜ ਹੈ ਨਾ। ਬਾਹਰੀ ਤੂੰ ਲੱਗਦਾ ਵੀ ਆ ਧਾਰਮਿਕ ਇਨਸਾਨ, ਫਿਰ ਅਗਲੇ ਬੰਨੇ ਵੇਖੋ ਉਹਨਾਂ ਨੇ ਮਨਾ ਨਹੀਂ ਕੀਤਾ, ਪਲੀਜ਼ ਅੰਡਰਸਟੈਂਡ ਕਰੋ ਬਾਣੀ ਚ। ਫਿਰ ਤੁਸੀਂ ਕਹਿੰਦੇ ਆ ਮੁੱਖ ਝੂਠ ਵਿਭੂਖਣ ਸਾਰੰਗ, ਵਿਭੂਖਣ ਸਾਰੰਗ ਕਹਿੰਦੇ ਮੂੰਹ ਤੇ ਝੂਠ ਇਸ ਤਰ੍ਹਾਂ ਹੈ, ਇਸ ਤਰ੍ਹਾਂ ਗਹਿਣੇ ਵਾਂਗੂ ਸਜਾ ਕੇ ਰੱਖਿਆ ਹੋਇਆ, ਬਿਲਕੁਲ ਸੱਚ ਲੱਗਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹਦੇ ਝੂਠ ਦਾ। ਅੰਦਰ ਜਿਹੜਾ ਹੈਗਾ ਇਹਦਾ ਉੱਪਰੋਂ ਬਿਲਕੁਲ ਧਾਰਮਿਕ ਬਣਿਆ, ਅੰਦਰ ਜਿਹੜਾ ਹੈਗਾ ਅਗਲੇ ਦੀ ਜਜਮਾਨ ਦੀ ਮਾਇਆ ਕਿਵੇਂ ਖਿੱਚਣੀ ਹੈ ਜਜਮਾਨ ਤੋਂ, ਉਹ ਸੋਚੀ ਜਾ ਰਿਹਾ ਅੰਦਰ। ਕਹਿੰਦੇ ਜਿਹੜੇ ਧਾਰਮਿਕ ਮਨੁੱਖ ਆਪਣੇ ਆਪ ਨੂੰ ਸਮਝ ਰਹੇ ਨੇ ਜਾਂ ਆਪਣੇ ਆਪ ਨੂੰ ਸਮਝਦੇ ਨੇ ਕਿ ਬੜੇ ਗਿਆਨੀ ਆ, ਜਾਂ ਬਾਹਰੀ ਭੇਸ ਨੂੰ ਬਦਲ ਕੇ ਬੈਠੇ ਨੇ, ਉਹ ਕਹਿੰਦੇ ਕਿ ਵਿਚਾਰੇ ਅੰਦਰੋਂ ਕਾਫੀ ਕਮਜ਼ੋਰ ਨੇ। ਉਹਦੇ ਚਲਾਕੀ ਦੇ ਨਾਲ ਉਹਨਾਂ ਨੇ ਕੀ ਕੀਤਾ ਕਿ ਝੂਠ ਨੂੰ ਮਖਮਲ ਦੇ ਵਿੱਚ ਲਪੇਟ ਦਿੱਤਾ। ਹਾਂ, ਚਮਕ ਦੇ ਵਿੱਚ ਕਿਤਾਬੀ ਗਿਆਨ। ਹੁਣ ਤੁਹਾਡੇ ਸਾਹਮਣੇ ਕੋਈ ਬੰਦਾ, ਇੱਥੇ ਮੈਂ ਬਥੇਰੇ ਬਾਬੇ ਵੇਖੇ ਆ, ਉਹ ਜੀ ਉਹ ਨਾ ਉਹ ਬਾਬਾ ਤੇ ਹੈਗਾ, ਉਹ ਮੱਥਾ ਨਾ ਗੁਰੂ ਗ੍ਰੰਥ ਸਾਹਿਬ ਨੂੰ ਟਿਕਾਉਂਦਾ, ਆਪਣੇ ਆਪ ਨੂੰ ਨਹੀਂ ਕਹਿੰਦਾ ਮੈਨੂੰ ਨਾ ਟੇਕੋਗੇ। ਮੈਂ ਉਹ ਬੰਦਾ ਬਹੁਤ ਚਲਾਕ ਆ। ਉਹਨੇ ਕੀ ਕੀਤਾ ਕਿ ਤੁਹਾਡੀ ਸ਼ਰਧਾ ਵੇਖੀ ਕਿੱਥੇ ਆ, ਫਿਰ ਉਹਨਾਂ ਨੇ ਸਰੂਪ ਉੱਥੇ ਰੱਖ ਲਿਆ ਤੇ ਹੁਣ ਉੱਥੇ ਜਾਂਦੇ ਜੇ ਤੁਸੀਂ ਅਗਲਾ ਆਪਣਾ ਕੰਮ ਕਢਾ ਲੈਂਦਾ। ਉਹਨੂੰ ਪਤਾ ਹੈ ਕਿ ਮੱਥਾ ਜਿਹਨੂੰ ਮਰਜ਼ੀ ਟੇਕੋ, ਪੈਸੇ ਤੇ ਮੈਨੂੰ ਹੀ ਮਿਲਣੇ, ਬਾਬੇ ਨੇ ਥੋੜੀ ਖੜਨੇ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਬਾਬੇ ਨੇ ਕਿਹੜਾ ਹਿੱਸਾ ਮੰਗਣਾ? ਜਦੋਂ ਬੰਦਾ ਮਰ ਜਾਂਦਾ ਹੈ, ਵੇਖਿਆ ਨੀ ਉਹਦੀਆਂ ਮੂਰਤੀਆਂ ਲਾਉਂਦੇ ਲੋਕੀ ਚੌਂਕਾਂ ਦੇ ਵਿੱਚ, ਉਹਦੀਆਂ ਬਰਸ਼ੀਆਂ ਵੀ ਮਨਾਉਂਦੇ ਆ। ਕਿਉਂ? ਕਿਉਂਕਿ ਮਰ ਗਿਆ, ਖਤਰਾ ਕੋਈ ਨਹੀਂ ਹੈਗਾ ਉਹਦਾ। ਹਾਂ, ਜਿੰਦਾ ਬੰਦਾ ਬੜਾ ਖਤਰਨਾਕ ਹੁੰਦਾ ਹੈ ਕਿਉਂਕਿ ਉਹਨੇ ਪਤਾ ਨਹੀਂ ਕਿੱਧਰ ਤੁਹਾਡੀ ਸੂਈ ਘੁਮਾ ਦੇਣੀ ਆ। ਤੁਹਾਡੇ ਤੋਂ ਇਹ ਕੰਮ ਕਰਵਾ ਸਕਦਾ ਹੈ, ਤੁਹਾਨੂੰ ਮੁਕਤ ਕਰ ਸਕਦਾ ਹੈ। ਮਰਿਆ ਉਹਨੇ ਕੀ ਮੁਕਤ ਕਰਨਾ? ਉਹ ਤੇ ਉੱਥੇ ਬੈਠਾ ਵਿਚਾਰਾ ਸਟੈਚੂ, ਉਹਦੇ ਹੁਣ ਉਹਦੇ ਸਿਰ ਤੇ ਬਿੱਠਾਂ ਬਹਿੰਦੀਆਂ ਨੇ, ਉਹ ਜਾਨਵਰ ਬੈਠੇ ਨੇ, ਤੇ ਉਹਨੇ ਕੀ ਕੁਝ ਕਰ, ਉਹਨੇ ਬੈਠ ਥੋੜੀ ਲਾ ਲੈਣੀ ਆਪਣੇ ਸਿਰ ਤੋਂ। ਇਸੇ ਹੀ ਤਰ੍ਹਾਂ ਜਦੋਂ ਬੰਦਾ ਮਰ ਜਾਂਦਾ ਹੈ, ਫਿਰ ਲੋਕ ਕੀ ਕਰਦੇ ਆ, ਉਹਦੀਆਂ ਕਬਰਾਂ ਬਣਾ ਲੈਂਦੇ ਨੇ, ਉਹਦੇ ਕੋਈ ਧਾਰਮਿਕ ਸਥਾਨ ਬਣਾ ਦਿੰਦੇ ਨੇ, ਕਿਉਂਕਿ ਹੁਣ ਕਮਾਈ ਦਾ ਸਾਧਨ ਬਣ ਚੁੱਕਿਆ। ਇੱਥੇ ਇੱਕ ਠੱਗ ਜਿਹਾ ਸੀ, ਉਹ ਇੱਕ ਪਤਾ ਨਹੀਂ ਕਿੱਥੋਂ ਦਾ ਸੀ, ਬਾਹਰਲਾ ਤਾਮਿਲਨਾਡੂ ਦਾ ਹੋਣਾ ਮੇਰੇ ਹਿਸਾਬ ਨਾਲ, ਜਾਂ ਕੇਰਲਾ ਕੁਰਲਾ ਦਾ। ਉਸ ਬਾਬੇ ਨੇ ਕੀ ਕੀਤਾ, ਨਿਜਰ ਸਾਹਿਬ ਪਤਾ ਨਹੀਂ ਪਿੱਪਲ ਕੇ ਬੋੜ ਥੱਲੇ ਨਾ ਉਹਨੇ ਸ਼ਿਵਲਿੰਗ ਪਹਿਲਾਂ ਲੁਕਾਤਾ, ਟੋਆ ਪੁੱਟ ਕੇ ਨਾ। ਬੜਾ ਚਲਾਕ ਬੰਦੇ ਲੋਕ, ਮੈਂ ਨਾ ਹੈਰਾਨ। ਉਹਨੂੰ ਪਤਾ ਇੰਡੀਆ 'ਚ ਮੂਰਖਾਂ ਦੀ ਕਮੀ ਨਹੀਂ, ਵਾਧੂ। ਉਹ ਥੱਲੇ ਲੁਕਾਤਾ ਉਹਨੇ, ਤੇ ਨਿਜਰ ਸਾਹਿਬ 10-12 ਸਾਲ ਪਾਣੀ ਪਾਉਂਦਾ ਰਿਹਾ ਉਹਨੂੰ। ਮੁੜ ਕੇ ਹਾਰ ਕੇ ਕਹਿੰਦਾ ਮੈਨੂੰ ਸੁਪਨਾ ਆਇਆ ਵਾ ਇਹਦੇ ਥੱਲੇ ਸ਼ਿਵਲਿੰਗ ਹੈਗਾ। ਨਿਜਰ ਸਾਹਿਬ ਫਿਰ ਉਹਨਾਂ JCB ਲਿਆਂਦੀ ਆ, ਫਿਰ ਸ਼ਿਵਲਿੰਗ ਵਿੱਚੋਂ ਕੱਢ ਲਿਆ। ਹੁਣ ਕਹਿੰਦੇ ਇੱਥੇ ਮੰਦਿਰ ਸਥਾਪਿਤ ਕਰੋ, ਤੇ ਬਾਬਾ ਵੀ ਮਸ਼ਹੂਰ ਹੋ ਗਿਆ, ਮੰਦਿਰ ਵੀ ਬਣ ਗਿਆ, ਫ੍ਰੀ 'ਚ ਪੈਸੇ ਵੀ ਆ ਗਏ। ਤੇ ਇੱਥੇ ਸਾਡੇ ਵਰਗੇ ਮੂਰਖ ਵੀ ਬਥੇਰੇ ਹੈਗੇ ਜਿਹੜੇ ਪੈਸੇ ਦੇਣ ਵਾਸਤੇ ਬੈਠੇ। ਬਾਬਾ ਜੀ ਇਹ ਤੇ ਬੜੇ ਸ਼ਕਤੀ ਵਾਲੇ ਬਾਬਾ ਜੀ ਆ। ਉਹਨਾਂ ਨੇ ਕਹਿਣਾ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਸ਼ਿਵਲਿੰਗ ਇੱਥੇ? ਉਹ ਕਹਿੰਦਾ ਮੈਨੂੰ ਸੁਪਨਾ ਆਇਆ। ਹੁਣ ਉਸ ਬਾਬੇ ਨੂੰ ਮੈਂ ਪੁੱਛਾਂ ਕਿ ਬਾਬਾ ਹੋਰ ਕਿੰਨੇ ਕੁ ਰੁੱਖਾਂ ਥੱਲੇ ਸ਼ਿਵਲਿੰਗ ਹੈਗਾ, ਸਾਨੂੰ ਉਹ ਵੀ ਦੱਸ। ਬਿਲਕੁਲ। ਹਾਂ, ਤੇ ਉਹ ਬਾਬੇ ਨੇ ਕਹਿਣਾ ਮੈਨੂੰ ਨਹੀਂ ਪਤਾ। ਕਿਉਂ? ਕਿਉਂਕਿ ਉਹ ਸ਼ਿਵਲਿੰਗ ਦਾ ਉਹਨੂੰ ਪਤਾ ਵਾ ਜਿਹੜਾ ਨੇ ਆਪ ਲਕਾਇਆ ਸੀ। ਆਪ ਜਸਟ ਦੇਖੋ ਸਾਧ ਸੰਗਤ ਜੀ, ਲੋਕ ਬੜੇ ਚਲਾਕ ਨੇ, ਇਹ ਤੇ ਬੇਵਕੂਫ ਬਣਾਉਂਦੇ ਨੇ। ਉਹਨਾਂ ਨੂੰ ਕੇਵਲ ਥੋੜੇ ਜਿਹੇ ਪੈਸੇ ਚਾਹੀਦੇ ਨੇ। ਠੀਕ ਹੈ ਜੀ, ਆਪ ਅੰਡਰਸਟੈਂਡ ਕਰੋ। ਹੁਣ ਅਗਲੇ ਬੰਨੇ ਕਹਿ ਰਹੇ ਨੇ ਕਿ ਆ ਬੋਲੋ ਨਿਜਰ ਸਾਹਿਬ, ਗੱਲ ਮਾਲਾ ਤਿਲਕ ਲਾਟਣ, ਗਲ 'ਚ ਮਾਲਾ ਵੀ ਪਾਉਂਦਾ ਹੈ, ਤਿਲਕ ਤੇ ਤਿਲਕ ਵੀ ਲਾਉਂਦਾ ਹੈ, ਤੇ ਤੇਰੀ ਬਸਤਰ ਕਪਾਟਨ, 2 ਧੋਤੀਆਂ ਹੈਗੀਆਂ, ਕਪਾਟ ਤੇ ਢੱਕਦਾ ਵੀ ਹੈ, ਸਿਰ ਵੀ ਢੱਕਦਾ ਹੈ ਪਾਏ। ਪਰ ਜਿਹੜਾ ਹੈਗਾ ਇਹਨੂੰ ਨਹੀਂ ਪਤਾ ਵੀ ਪਰਮਾਤਮਾ ਜਿਹੜਾ ਹੈਗਾ ਉਹ ਨਿਰਮਲ ਹੈਗਾ। ਉਹ ਜਿਹੜਾ ਮਨ ਨਿਰਮਲ ਕਰਨ ਦੇ ਨਾਲ ਹੀ ਮਾਲਕ ਨੇ ਖੁਸ਼ ਹੋਣਾ ਹੈ। ਇਹ ਬਾਕੀ ਸਾਰਾ ਕੰਮ ਫੋਕਟ ਹੈਗਾ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮ। ਜੇ ਪਤਾ ਲੱਗ ਜੇ ਉਹਨੂੰ ਬਈ ਆਹ ਮਨ ਨੂੰ ਨਿਰਮਲ ਕਰਨਾ ਹੀ ਕਰਮ ਹੈਗਾ, ਤੇ ਸਮਝ ਜੂ, ਤੈਨੂੰ ਪਤਾ ਲੱਗ ਜੂ ਮੈਂ ਤਾਂ ਹਾਲੇ ਤੱਕ ਫੋਕਟ ਕਰਮ ਹੀ ਕਰ ਰਿਹਾ। ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੇ। ਕਹਿੰਦੇ ਅਸਲੀ ਕੰਮ ਧਿਆਨ ਹੈ ਪਰਮੇਸ਼ਰ ਦਾ। ਜਿਹੜਾ ਮਨ ਲਗਾ ਕੇ ਨਿਸ਼ਚੈ ਕਰਕੇ ਧਿਆਨ ਸਿਮਰਨ ਕਰਦਾ ਹੈ,
ਉਹ ਗੇਮ ਨੂੰ ਜਿੱਤ ਜਾਂਦਾ ਹੈ ਭਾਈ। ਮਨ ਨਿਰਮਲ ਹੋ ਜਾਂਦਾ ਹੈ, ਵਿਚਾਰ ਬੰਦ ਕਰਨੇ, ਮਨ ਮੈਲਾ ਹੀ ਵਿਚਾਰਾਂ ਦੇ ਨਾਲ ਆ, ਇਸ ਤਰੀਕੇ ਦੇ ਨਾਲ ਵਿਚਾਰ ਜਿਹੜੇ ਹੈਗੇ ਖਤਮ ਹੁੰਦੇ ਆ। ਪਰ ਇਹ ਰਸਤਾ ਜਿਹੜਾ ਹੈਗਾ ਬਿਨ ਸਤਿਗੁਰ ਵਾਟ ਨਾ ਪਾਵੇ, ਨਹੀਂ ਲੱਭਦਾ ਬ੍ਰਹਮ ਗਿਆਨੀਆਂ ਤੋਂ ਬਗੈਰ। ਹਾਂਜੀ ਵੀਰ ਜੀ। ਹਾਂਜੀ, ਇੱਥੇ ਦੇਖੋ ਨਾ, ਉਹ ਕਬੀਰ ਸਾਹਿਬ ਨੇ ਕਿੰਨਾ ਮਨਾ ਕੀਤਾ ਹੈ ਕਿ ਉਹ ਤੂੰ ਉੱਪਰ ਜਾ ਕੇ ਉੱਥੇ ਕੂਕਦਾ ਹੈ, ਮਸੀਹ ਦੇ ਉੱਪਰ ਜਾ ਕੇ ਬੜੀਆਂ ਹੇਕਾਂ ਲਾਉਣਾ ਕਿ ਅੱਲਾ ਬਹਿਰਾ ਵਾ। ਹੁਣ ਇੱਥੇ ਆਪਣੇ ਪੰਜਾਬ ਦੇ ਵਿੱਚ ਵੀ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਵਿਚਾਰੇ ਨੂੰ ਦੁੱਖ ਪਹੁੰਚੂਗਾ। ਉਹ ਬੜੀ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਾਵੇਂ ਮੈਨੂੰ ਪਤਾ ਨਹੀਂ ਉਹਨਾਂ ਕੋਲ 4 ਘੰਟੇ ਬੁਲਾ ਲਓ, ਪਰ ਬਾਣੀ ਚ ਇਦਾਂ ਦਾ ਕੋਈ ਲਿਖਿਆ ਨਹੀਂ। ਜੋ ਸਾਹਿਬ ਏਦਾਂ ਉੱਚੀ ਉੱਚੀ ਬੋਲਣ ਦਾ ਮਤਲਬ ਹੈਗਾ, ਬਾਣੀ ਚ ਕੋਈ ਤੁਕ ਮਿਲੀ ਤੁਹਾਨੂੰ ਅਜੇ ਤੱਕ ਨਾ ਇੱਥੇ ਵਿਚਾਰ ਕੀਤੀ ਹੈ ਕਿ ਏਦਾਂ ਉੱਚੀ ਉੱਚੀ ਵਾਹਿਗੁਰੂ ਦਾ ਜਾਪ ਕਰਨਾ ਹੈ? ਬਾਣੀ ਤਾਂ ਕਹਿੰਦੀ ਹੈ ਮਨ ਦੇ ਨਾਲ ਜਾਪ ਕਰਨਾ ਹੈ। ਬਾਣੀ ਮਨ ਤੋਂ ਪਾਸੇ ਹੁੰਦੀ ਹੀ ਨਹੀਂ ਹੈ, ਮਨ ਤੋਂ ਅੱਗੇ ਵੱਧਦੀ ਨਹੀਂ ਹੈ ਬਾਣੀ। ਬਸ ਹੁਣ ਉਹ ਜਿਹੜੇ ਬਾਬੇ ਜੀ, ਉਹਨਾਂ ਕੋਲ ਘੱਟੋ ਘੱਟ ਪਤਾ ਨਹੀਂ ਕਿੰਨਾ ਕੁ ਤਾਂ ਉਹਨਾਂ ਕੋਲ ਪੈਲੀ ਇਕੱਠੀ ਹੋਈ ਹੋਣੀ ਹੈ ਤੇ ਕਿੰਨੀ ਕੁ ਭੀੜ ਇਕੱਠੀ ਹੋਣੀ ਹੈ, ਤੇ ਲੋਕਾਂ ਦੀ ਉਹ ਭਗਤੀ ਕਰਾਉਂਦੇ ਆ। ਤੇ ਉਹ ਆਪ ਜਸਟ ਸੋਚੋ ਕਿ ਉਹ ਬੰਦੇ ਨੇ ਪੂਰਾਂ ਦੇ ਪੂਰੇ ਡੋਬ ਦੇਣੇ, ਕਿਉਂ? ਗਿਆਨ ਨਹੀਂ ਹੈਗਾ ਉਹਦੇ ਨਾਲ। ਵੀਰ ਜੀ ਕੀ ਹੁੰਦਾ ਹੈ, ਦੇਖੋ ਉਹ ਆਟੋ ਪਾਇਲਟ ਤੇ ਚਲੀ ਗਈ ਗੱਡੀ ਔਰ ਮਨ ਜਿਹੜਾ ਹੈਗਾ ਫ੍ਰੀ ਹੋ ਗਿਆ। ਬਸ ਮਨ ਫ੍ਰੀ ਹੋ ਗਿਆ, ਇੱਥੇ ਹੀ ਪ੍ਰੋਬਲਮ ਹੈਗੀ ਹੈ। ਜੇ ਮਨ ਵੀ ਨਾਲ ਲੱਗੇ ਤਾਂ ਇਹ ਗੱਲ ਹੁੰਦੀ ਤੇ ਨਿੱਜਰ ਸਾਹਿਬ ਤੇ ਉਹ ਤੇ ਮੁਸਲਮਾਨ ਨੂੰ ਕਹਿ ਦਿੰਦੇ ਕਿ ਹਾਂ ਵੀ ਤੂੰ ਨਮਾਜ਼ ਅਦਾ ਕਰੀ ਜਾ, ਮਨ ਨੂੰ ਛੱਡ ਦੇ। ਹਾਂ, ਇਹ ਤੇ ਇਹਨਾਂ ਨੂੰ ਪੁੱਛੋ ਕਿ ਉੱਥੇ ਮਹਾਰਾਜ ਨੇ ਤੇ ਮਨਾ ਕਰਤਾ, ਗੁਰੂ ਨਾਨਕ ਪਾਤਸ਼ਾਹ ਨੇ, ਕਿ ਬਈ ਤੇਰੀ ਮਸੀਹ ਚ ਆਉਣ ਦਾ ਫਾਇਦਾ ਨਹੀਂ ਆ ਜੇ ਤੇਰਾ ਮਨ ਤੇਰੇ ਨਾਲ ਨਹੀਂ ਆਇਆ। ਬਿਲਕੁਲ। ਇਹ ਗਗਨ ਜੀ ਕੁਝ ਕਹਿਣਾ ਚਾਹੁੰਦੇ? ਗਗਨ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਅਬਾਊਟ ਡੂਇੰਗ ਸਿਮਰਨ ਵੈਰੀ ਲਾਊਡ, ਮੇਰੀ ਆਵਾਜ਼ ਸੁਣਦੀ ਸਾਰੇ? ਹਾਂਜੀ ਹਾਂਜੀ ਹਾਂਜੀ, ਆ ਰਹੀ। ਹਾਂਜੀ ਹਾਂਜੀ, ਲਾਊਡ ਐਂਡ ਕਲੀਅਰ। ਥੈਂਕ ਯੂ ਵਾਹਿਗੁਰੂ। ਆਈ ਫੀਲ ਕਿ ਜਿਹੜਾ ਆਪਾਂ ਜਿੱਦਾਂ ਨਿੱਜੀ ਸਾਹਿਬ ਜੀ ਕਹਿੰਦੇ ਆ ਕਿ ਉੱਚੀ ਸਿਮਰਨ ਕਰਨ ਦਾ ਕੋਈ ਮਤਲਬ ਨਹੀਂ ਹੈ। ਗੁਰਬਾਣੀ ਚ ਏਦਾਂ ਨਹੀਂ ਕਹਿੰਦੇ ਕਿ ਮਨ ਨਾਲ ਸਿਮਰਨ ਕਰਨਾ ਬਹੁਤ ਜ਼ਰੂਰੀ ਸਾਇਲੈਂਸ ਦੇ ਵਿੱਚ, ਪਰ ਕਿੰਨੀ ਸੰਗਤ ਹੈਗੀ ਆ ਉਹ ਕਹਿੰਦੇ ਕਿ ਉੱਚੀ ਸਿਮਰਨ ਕਰਨਾ ਬਹੁਤ ਜ਼ਰੂਰੀ ਆ। ਮੈਨੂੰ ਇਸ ਗੱਲ ਤੇ ਬਹੁਤ ਜਿੱਦਾਂ ਪ੍ਰੋਬਲਮ ਪਈ ਸੀਗੀ ਕਿ ਮੇਰੇ ਤੋਂ ਉੱਚੀ ਸਿਮਰਨ ਨਹੀਂ ਹੁੰਦਾ, ਤੇ ਉਹਦੇ ਕਰਕੇ ਕਿੰਨਿਆਂ ਨੇ ਮੈਨੂੰ ਏਦਾਂ ਕਹਿਤਾ ਕਿ ਮੈਂ ਜਿੱਦਾਂ ਰੱਬ ਨੂੰ ਮਿਲਣੀ ਸਾਰੀ ਜਿੰਦਰ ਉੱਚੀ ਸਿਮਰਨ ਨਾ ਕੀਤਾ। ਉੱਚੀ ਸਿਮਰਨ ਕਰਨਾ ਬਹੁਤ ਹੀ ਜ਼ਰੂਰੀ ਆ। ਉਹਦੇ ਕਰਕੇ ਜਿੱਦਾਂ ਹੌਲੀ ਹੌਲੀ ਮੈਂ ਓਬਵੀਅਸਲੀ ਇੰਨਾ ਉੱਚੀ ਸਿਮਰਨ ਨਹੀਂ ਕੀਤਾ, ਪਰ ਆਹ ਜਿਹੜੀ ਤੁਸੀਂ ਗੱਲ ਕਹੀ ਆ ਵਿਚ ਆਈ ਰੀਅਲੀ ਵਾਂਟ ਟੂ ਕਨਫਰਮ, ਤੁਸੀਂ ਮੈਨੂੰ ਚੰਗੀ ਤਰ੍ਹਾਂ ਸਮਝਾਓ ਕਿ ਉੱਚੀ ਸਿਮਰਨ ਕਰਨ ਦਾ ਕੀ ਫਾਇਦਾ ਤੇ ਵਾਈ ਇਜ਼ ਨੀਡਡ, ਕਿਉਂ ਜ਼ਰੂਰੀ ਆ ਇਹ ਉੱਚੀ ਸਿਮਰਨ ਕਰਨਾ? ਕਿਉਂਕਿ ਮੈਨੂੰ ਤਾਂ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਲੋੜ ਹੈ ਇੰਨਾ ਉੱਚੀ ਸਿਮਰਨ ਕਰਨ ਦੀ, ਪਰ ਮੈਂ ਕਿਸੇ ਨੂੰ ਤਾਂ ਕੁਝ ਕਹਿ ਵੀ ਨਹੀਂ ਸਕਦੀ। ਐਜ਼ ਵੀ ਨੋ ਕਿ ਆਪਾਂ ਨੂੰ ਸੋਚ ਕੇ ਗੱਲ ਕਰਨਾ ਬਹੁਤ ਜ਼ਰੂਰੀ ਹੈ, ਸਮਝ ਕੇ ਗੱਲ ਕਰਨੀ ਜ਼ਰੂਰੀ ਹੈ, ਕਿਸੇ ਦਾ ਦਿਲ ਨਹੀਂ ਦਿਖਾਉਣਾ ਹੈ ਨਾ। ਤੇ ਮੈਂ ਤਾਂ ਚੁੱਪ ਰਹੀ, ਪਰ ਇਸ ਸੰਗਤ ਦੇ ਵਿੱਚ ਕਮ ਸੇ ਕਮ ਆਪਾਂ ਇਹ ਸਵਾਲ ਪੁੱਛ ਸਕਦੇ ਹਾਂ। ਇਸ ਕਰਕੇ ਮੈਨੂੰ ਇਹ ਸੰਗਤ ਪਸੰਦ ਹੈ ਕਿ ਇੱਥੇ ਜਿਹੜੀ ਆਪਣੇ ਦਿਲ ਦੀ ਗੱਲ ਆਪਾਂ ਖੁੱਲ ਕੇ ਕਰ ਸਕਦੇ ਤੇ ਕੋਈ ਕਿਸੇ ਨੂੰ ਕੁਛ ਕਹਿੰਦਾ ਵੀ ਨਹੀਂ। ਸੋ ਪਲੀਜ਼ ਥੋੜਾ ਜਿਹਾ ਮੈਨੂੰ ਹੋਰ ਸਮਝਾਵੇ। ਤੇ ਪਹਿਲੀ ਚੀਜ਼ ਤਾਂ ਦੇਖੋ ਜੀ, ਸਿਮਰਨ ਜਿਹਨੂੰ ਥੈਂਕ ਯੂ ਵਾਹਿਗੁਰੂ ਫॉर ਗੁੱਡ ਸਿਮਰਨ ਜੀ ਸਮਾਜ ਥੋੜਾ ਹੋਰ ਸਮਝਾਵੇ, ਜੇ ਹੋਰ ਸੰਗਤ ਵੀ ਸੁਣਦੀ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਆਪਾਂ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਮਾਮਲੇ ਦੇ ਉੱਤੇ। ਥੈਂਕ ਯੂ ਵਾਹਿਗੁਰੂ। ਹਾਂਜੀ, ਉਹ ਨਾ ਸਿਮਰਨ ਜਿਹਨੂੰ ਕਹਿੰਦੇ ਆ ਨਾ, ਸਿਮਰਨ ਹੈ ਕੀ ਹੈ? ਸਿਮਰਨ ਹੈਗਾ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ, ਮਾਲਕ ਨੂੰ ਯਾਦ ਕਰਨਾ, ਮਾਲਕ ਨੂੰ ਯਾਦ ਕਰਨਾ। ਤੇ ਮਾਲਕ ਜਿਹੜਾ ਹੈਗਾ ਤੁਹਾਡੇ ਫਿਜ਼ੀਕਲੀ ਬਾਡੀ ਦੇ ਨਾਲ ਯਾਦ ਹੋਏਗਾ ਮਾਲਕ, ਕਿ ਮਾਲਕ ਜਿਹੜਾ ਹੈਗਾ ਤੁਹਾਡੇ ਮਨ ਦੇ ਨਾਲ ਯਾਦ ਹੋਏਗਾ ਮਾਲਕ। ਬਸ ਸਿਮਰਨ ਇਹਨੂੰ ਕਹਿੰਦੇ ਆ ਬਈ ਮੈਨੂੰ ਸਮਰਨਿਆ। ਔਰ ਮਾਲਕ ਨੂੰ ਯਾਦ ਕਰਨਾ ਕੀ ਹੈ? ਮਾਲਕ ਦਾ ਰੂਪ ਰੇਖ ਰੰਗ ਨਹੀਂ ਹੈ। ਮਾਲਕ ਜਿਹੜਾ ਹੈਗਾ ਆਪਣੇ ਅੰਦਰ ਹੈ, ਆਪਣੀ ਆਤਮਾ ਹੈ, ਆਤਮ ਤਲ ਤੇ ਜੀਣਾ, ਆਹ ਹੈਗਾ ਮਾਲਕ ਨੂੰ ਯਾਦ ਕਰਨਾ। ਜੇ ਆਪਾਂ ਮਾਲਕ ਆਤਮਾ ਆਪਾਂ ਹਮੇਸ਼ਾ ਸਮਝਦੇ ਮੈਂ ਇਕੱਲਾ ਹੈਗਾ। ਜੇ ਆਪਾਂ ਮਾਲਕ ਜਿਹੜਾ ਹੈਗਾ ਆਪਣੀ ਆਤਮਾ ਨੂੰ ਆਪਣੇ ਨਾਲ ਜਿਹੜਾ ਹੈਗਾ ਯਾਦ, ਹਮੇਸ਼ਾ ਆਤਮਾ ਦੇ ਨਾਲ ਆਤਮ ਤਲ ਤੇ ਰਹੀਏ, ਤੇ ਫਿਰ ਆਪਾਂ ਕੋਈ ਪਾਪ ਨਹੀਂ, ਕੋਈ ਗਲਤ ਕੰਮ ਨਹੀਂ ਕਰ ਸਕਦੇ। ਬਸ ਇਹੀ ਸਿਮਰਨ ਹੈਗਾ, ਇਹੀ ਸਮਰਨ ਕਰਨਾ ਔਰ ਇਹੀ ਧਿਆਨ ਕਰਨਾ ਹੈ ਭਾਈ। ਧਿਆਨ ਜਿਹੜਾ ਹੈਗਾ ਦੇਖੋ ਕਹਿੰਦੇ ਨਾ ਬੱਚੇ ਦਾ, ਤੇ ਵੀ ਦੇਖ ਤੇਰਾ ਧਿਆਨ ਕਿੱਧਰ ਆ?
ਜੇ ਹੁਣ ਆਪਾਂ ਆਤਮਾ ਦੇ ਵੱਲ ਧਿਆਨ ਹੈਗਾ ਆਪਣਾ ਆਪਾਂ, ਤੇ ਫਿਰ ਆਪਾਂ ਜਿਹੜੇ ਹੈਗੇ ਆ ਬਿਲਕੁਲ ਜਿਹੜੇ ਹੈਗੇ ਆ ਸਮਝ ਲਓ ਵੀ ਉਹ ਘੜੀਆਂ ਜਿਹੜੀਆਂ ਹੈਗੀਆਂ ਆਪਣੀਆਂ ਸਫਲ ਹੈਗੀਆਂ। ਹਾਂਜੀ ਗੋਰਖੀ ਸਾਹਿਬ। ਵਾਹਿਗੁਰੂ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ। ਤੁਹਾਡਾ ਸ਼ੋਰ ਹੀ ਬਹੁਤ ਜ਼ਿਆਦਾ ਹੈ ਜੀ। ਦੇਖੋ ਵਾਹਿਗੁਰੂ। ਹਾਂਜੀ ਵਾਹਿਗੁਰੂ ਜੀ, ਬੋਲੋ ਬੋਲੋ। ਤੁਹਾਡੇ ਲੱਗੇ ਨਾ ਬੈਕਗ੍ਰਾਉਂਡ ਤੇ ਆਵਾਜ਼ ਬਹੁਤ ਆ ਰਹੀ ਹੈ। ਉਹ ਥੋੜਾ ਹੌਲੀ ਬੋਲੋ ਯਾਰ ਤੁਸੀਂ ਇਧਰੋਂ। ਹਾਂਜੀ ਵਾਹਿਗੁਰੂ ਜੀ, ਗੱਲ ਏਦਾਂ ਆ ਵੀ ਅਸਲ ਦੇ ਵਿੱਚ ਵੀ ਜਿਹੜਾ ਹੈਗਾ ਨਾ ਗੁਰੂ ਗ੍ਰੰਥ ਸਾਹਿਬ ਆ, ਉਹਦੇ ਵਿੱਚ ਇਹ ਆ ਮਾਇਆ ਧਾਰੀ ਆ ਅੰਨਾ ਬੋਲਾ, ਸ਼ਬਦ ਨਾਲ ਸੁਣੇ ਰੋਲ ਘਚੋਲਾ। ਬਹੁਤ ਰੋਲ ਘਚੋਲਾ। ਹਾਂਜੀ, ਇਹ ਰੱਬ ਬੋਲਾ ਨਹੀਂ ਹੈਗਾ। ਬੋਲੇ ਜਿਹੜੇ ਹੈਗੇ ਆ, ਜਿਹੜੇ ਸਿਮਰਨ ਕਰਦੇ ਆ ਅਸੀਂ, ਉਹ ਬੋਲੇ ਆ। ਤੇ ਬੋਲਾ ਬੰਦਾ ਹਮੇਸ਼ਾ ਉੱਚੀ ਬੋਲਦਾ। ਉੱਚੀ ਸਿਮਰਨ ਕਰਕੇ ਜ਼ਰੂਰ ਆ ਕੇ ਅਸੀਂ ਜਿਹੜਾ ਬੋਲਾਂਗੇ ਉਹ ਦੂਸਰੇ ਦੀ ਗੱਲ ਅਸੀਂ ਨਹੀਂ ਸੁਣਾਂਗੇ, ਕਿਉਂਕਿ ਜਿਹੜਾ ਬੰਦਾ ਬੋਲਦਾ ਦੂਸਰੇ ਦੀ ਗੱਲ ਨਹੀਂ ਸੁਣ ਸਕਦਾ। ਇਹ ਹੈ ਜੀ ਬਸ ਉੱਚੀ ਬੋਲਣ ਦਾ ਫਾਇਦਾ ਮੈਨੂੰ ਤੇ ਇਹਦਾ ਹੋਰ ਨਹੀਂ ਕੋਈ। ਜਿਹੜਾ ਸਲੋ ਬੋਲਦਾ ਹੈਗਾ ਉਹ ਹਰ ਇੱਕ ਦੀ ਗੱਲ ਸੁਣ ਸਕਦਾ। ਹਾਂ ਤੁਸੀਂ ਬਾਕੀ ਦੇ ਬਾਰੇ ਠੀਕ ਹੈ। ਮਾਇਆ ਧਾਰੀ ਬੋਲਾ, ਸ਼ਬਦ ਨਾਲ ਸੁਣੇ ਰੋਲ ਘਚੋਲਾ। ਗੁਰੂ ਗ੍ਰੰਥ ਸਾਹਿਬ ਦੇ ਇਹ ਜ਼ਰੂਰ ਹੈਗਾ ਜੀ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਨਿਜੋ ਸਾਹਿਬ। ਹਾਂਜੀ ਹਾਂਜੀ, ਵੈਸੇ ਤੇ ਇਹਨਾਂ ਨੇ ਵਧੀਆ ਜਵਾਬ ਦਿੱਤਾ। ਕਹਿੰਦੇ ਉੱਚੀ ਬੋਲਣ ਦੀ ਤਾਂ ਲੋੜ ਹੈ ਜੇ ਅਗਲਾ ਬੋਲਾ ਹੋਵੇ। ਨਿਜੋ ਸਾਹਿਬ ਬਿਲਕੁਲ। ਤੇ ਜਦੋਂ ਪਰਮਾਤਮਾ ਹੈਗਾ ਤੇ ਉਹ ਤੇ ਬੋਲਾ ਨਹੀਂ ਹੈ, ਉਹ ਤਾਂ ਅੰਦਰ ਹੀ ਬੈਠਾ ਹੈ ਜੀ, ਬਿਲਕੁਲ ਆਪਣੇ ਅੰਦਰ ਹੈ ਆਪਣੇ। ਵਧੀਆ ਲੌਜਿਕ ਹੈ। ਇਹ ਬੰਦਾ ਬੋਲਾ ਤੇ ਚਲੋ ਮੰਨ ਲਾ ਮੇਰੇ ਵਰਗਾ ਨਿਜੋ ਸਾਹਿਬ ਉੱਚੀ, ਸਾਡੇ ਨੇ ਇੱਕ ਹੈਗੀ ਮਾਸੀ ਸਾਡੀ ਤੇ ਵਿਚਾਰੀ ਮਸ਼ੀਨ ਵੀ ਨਹੀਂ ਲਾਉਂਦੀ ਤੇ ਬੜਾ ਉੱਚੀ ਬੋਲਣਾ ਪੈਂਦਾ। ਤੇ ਅਸੀਂ ਤੇ ਭਾਈ ਬੜੇ ਦੁਖੀ ਹੋ ਜਾਂਦੇ ਜਦੋਂ ਇਹਨਾਂ ਕਮਿਊਨੀਕੇਟ ਕਰਨਾ ਹੋਵੇ ਨਾ, ਕਿਉਂਕਿ ਨਿਜੋ ਸਾਹਿਬ ਉਹਨੂੰ ਸੁਣਦਾ ਨਹੀਂ ਹੈ ਤੇ ਬੜੀ ਉੱਚੀ ਉੱਚੀ ਬੋਲਣਾ ਪੈਂਦਾ। ਤੇ ਜੇ ਆਪਾਂ ਪ੍ਰਮਾਤਮਾ ਨੂੰ ਵੀ ਉਦਾਂ ਹੀ ਸਮਝਦੇ ਆ, ਇਹ ਤੇ ਸਾਡੀ ਕੋਈ ਸਿਆਣਪ ਨਹੀਂ ਹੈ। ਦੇਖੋ ਬਾਣੀ ਚ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਜਗ੍ਹਾ ਕਿਹਾ ਹੈ, ਕਹਿੰਦੇ ਕਿ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਇੰਨੀ ਗੱਲ ਜ਼ਰੂਰ ਕਹਿੰਦੇ ਆ ਕਿ ਜਿਸ ਵੇਲੇ ਅਸੀਂ ਅਨੰਦ ਸ਼ਬਦ ਸੁਣਦੇ ਆ, ਸਾਡਾ ਅੰਨਾਪਣ ਦੂਰ ਹੁੰਦਾ, ਸਾਡਾ ਬੋਲਾਪਨ ਦੂਰ ਹੁੰਦਾ ਆ। ਪਰ ਉਹ ਬੋਲਾਪਨ ਤੋਂ ਬਾਅਦ ਦੂਰ ਤਾਂ ਹੀ ਹੋਣਾ ਜੇ ਅਸੀਂ ਸੁਣਾਂਗੇ ਤਾਂ, ਤੇ ਸੁਣਾਂਗੇ ਤਾਂ ਜੇ ਅਸੀਂ ਚੁੱਪ ਕਰ ਜਾਵਾਂਗੇ ਤਾਂ। ਹਾਂ, ਇਹ ਵੀ ਬਾਣੀ ਚ ਇੱਕ ਤੁਕ ਆਉਂਦੀ ਆ, ਕਹਿੰਦੇ ਕਿ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਜਿੰਨਾ ਚਿਰ ਤੱਕ ਮੈਂ ਹਾਂ ਨਾ, ਉਹਨਾਂ ਚਿਰ ਤੱਕ ਆਤਮਾ ਜਿਹੜੀ ਪ੍ਰਗਟ ਨਹੀਂ ਹੋਵੇਗੀ। ਮੇਰਾ ਹੋਣਾ ਹੀ ਆਤਮਾ ਨੂੰ ਪ੍ਰਗਟ ਹੋਣ ਤੋਂ ਰੋਕ ਹੈ। ਜਦੋਂ ਆਪਾਂ ਦੇਖੋ ਜਾਗਰਤ ਸਪਨ ਸੁਖਾਪਤੀ ਤੇ ਤੁਰਿਆ ਅਵਸਥਾ ਦੇ ਵਿੱਚ ਅਸੀਂ ਨਹੀਂ ਹੁੰਦੇ। ਅਸੀਂ ਕੀ ਹੁੰਦੇ ਆ? ਸੁਖਾਪਤੀ ਚ ਵੀ ਨਹੀਂ ਹੁੰਦੇ, ਪਰ ਉਦੋਂ ਹੀ ਸੁੱਤੇ ਹੁੰਦੇ ਆ। ਜਦੋਂ ਤੁਰਿਆ ਅਵਸਥਾ ਚ ਅਸੀਂ ਜਾਗਰਤ ਅਵਸਥਾ ਚ ਪਹੁੰਚ ਜਾਂਦੇ ਆ, ਉਦੋਂ ਸਾਨੂੰ ਸਮਾਧੀ ਨਸੀਬ ਹੋ ਜਾਂਦੀ। ਉਹ ਇੱਕ ਬਹੁਤ ਵੱਡੀ ਇੱਕ ਅਵਸਥਾ ਹੈ। ਔਰ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਹੀ ਆਪਾਂ ਸਾਰਾ ਪ੍ਰਯਾਸ ਕਰ ਰਹੇ ਹਾਂ। ਬਾਣੀ ਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਕ ਚ ਸਮਝਾਇਆ ਕਿ ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ। ਇੱਕੋ ਹੀ ਸ਼ਲੋਕ ਦੇ ਵਿੱਚ ਪੂਰੀ ਪਿਕਚਰ ਕਲੀਅਰ ਕਰ ਦਿੰਦੇ ਨੇ। ਸਾਡੇ ਨਾਲ ਡਾਇਰੈਕਟ ਕਮਿਊਨੀਕੇਸ਼ਨ ਕਰਦੇ ਨੇ। ਪਰ ਇਸ ਤੁਕ ਨੂੰ ਕਿਦੋਂ ਬੋਲਣਾ ਇਹਨਾਂ ਨੇ? ਵਿਜੇ ਸਾਹਿਬ ਕਿਤੇ ਹੈ ਇਸ ਤੁਕ ਦਾ ਜ਼ਿਕਰ ਜ਼ਿਆਦਾ ਕਰਕੇ ਤੁਸੀਂ ਓਪਨਲੀ ਵੇਖਿਆ ਸੁਣਿਆ ਕਿਤੇ? ਨਹੀਂ, ਉਹ ਤਾਂ ਵਿਚਾਰ ਮਾਰਨ ਦੀ ਵੀ ਗੱਲ ਕੋਈ ਨਹੀਂ ਕਰਦਾ ਜੀ। ਵਿਚਾਰ ਮਾਰਨ ਦੀ ਵੀ ਗੱਲ ਨਹੀਂ ਕੋਈ ਕਰਦਾ। ਉਹ ਤਾਂ ਕਹਿੰਦੇ ਆ ਬਸ ਮੂੰਹ ਦੇ ਨਾਲ ਬੋਲੀ ਜਾਓ, ਬਸ ਬੋਲੀ ਜਾਓ, ਤੇ ਮਨ ਜਿਹੜਾ ਹੈਗਾ ਉਹਨੂੰ ਖੁੱਲਾ ਛੱਡ ਦਿਓ। ਮਨ ਨੂੰ ਫੜਨ ਦੀ ਕੋਈ ਗੱਲ ਹੀ ਨਹੀਂ ਕਰਦਾ। ਔਰ ਵੀਰ ਜੀ ਜਿਹੜੀ ਗੁਰਬਾਣੀ ਦੇ ਵਿੱਚੋਂ ਹੀ ਹੈ ਕਿ ਅੱਖੀ ਬਾਝੋਂ ਦੇਖਣਾ, ਬਿਨ ਕੰਨਾ ਸੁਣਨਾ, ਹਾਂਜੀ ਜੀਭੇ ਬਾਝੋਂ ਬੋਲਣਾ, ਬਿਨ ਹੱਥਾਂ ਕਰਨਾ। ਬਿਲਕੁਲ। ਹੁਣ ਇਹਨੂੰ ਕਿਹਨੂੰ ਕਿੱਥੇ ਛੱਡੀਏ? ਹਾਂ, ਦੂਸਰੀ ਪਾਤਸ਼ਾਹੀ ਦਾ ਫਿਰ ਉਹ ਕਹਿੰਦੇ ਉੱਚੇ, ਹਾਂ ਫਿਰ ਉਹ ਗੁਰਬਾਣੀ ਕਹਿ ਰਹੀ ਹੈ ਉੱਚੇ ਕੂਕੈ ਵਾਦਾ ਗਾਵੇ। ਅੱਜ ਕੱਲ ਹੀ ਪੜ੍ਹ ਕੇ ਪਰਸੋਂ ਜੋਦਾ ਗਾ ਵਿਚਾਰ, ਮੂਰਖ ਪੰਡਤ ਹਿਕਮਤ ਉਜਤ ਸੰਜੇ ਕਰੇ ਪਿਆ। ਉਹ ਕਿੱਦਾਂ ਕਰਾਂਗੇ? ਮਤਲਬ ਸਮਝ ਨਹੀਂ ਆ ਰਹੀ ਕੀ ਹੋ ਰਿਹਾ ਹੈ। ਹਾਂ, ਪਤਾ ਕੀ ਹੁੰਦਾ ਹੈ। ਚਲੋ ਕੋਈ ਨਹੀਂ ਆਪਾਂ ਤਾਂ ਗੋਰਖੀ ਸਾਹਿਬ ਇੱਕ ਚੀਜ਼ ਜਾਣਦਾ ਮੈਂ ਵੀ ਆਪਾਂ ਨੂੰ ਪਤਾ ਲੱਗ ਗਿਆ ਨਾ, ਤੇ ਆਪਾਂ ਬਸ ਆਪਣਾ ਦੇਖ ਲਈਏ, ਆਪਣੇ ਆਪ ਨੂੰ ਸ਼ੁੱਧ ਕਰ ਲਈਏ। ਬਾਕੀ ਜਿਹੜਾ ਹੈਗਾ ਕਿਸੇ ਨੂੰ ਕੁਛ ਨਾ ਕਹੀਏ। ਜੋ ਕੁਛ ਕੋਈ ਕਰ ਰਿਹਾ ਹੈ ਭਾਈ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਭਾਵੇਂ ਡਬਲ ਇਸ ਤੋਂ ਵਾਲੀਅਮ ਵਧਾ ਲਓ, ਕੋਈ ਪ੍ਰੋਬਲਮ ਨਹੀਂ ਹੈ। ਬਸ ਫਿਰ ਤੇ ਮੈਂ ਕਹਿੰਦਾ ਡੀਜੇ ਲਾ ਦਈਏ, ਰੱਬ ਨੂੰ ਸ਼ਾਇਦ ਛੇਤੀ ਸੁਣ ਜੇ। ਲਾਇਆ ਵੀ ਹੋਣਾ ਵਾ। ਠੀਕ ਹੈ ਜੀ, ਕੋਈ ਗੱਲ ਨਹੀਂ। ਖੁਸ਼ ਰਹਿਣ ਜੀ, ਇਹ ਖੁਸ਼ ਰਹਿਣ। ਵਾਹਿਗੁਰੂ ਜੀ ਡੀਜੇ ਸੈੱਟ ਲਾ ਕੇ ਵੀ ਤੁਸੀਂ ਸਿਮਰਨ ਕਰਨ ਲੱਗ ਪਿਓ। ਜੇਕਰ ਤੁਸੀਂ ਅਨੰਦ ਸ਼ਬਦ ਸੁਣਨ ਲੱਗ ਪਓਗੇ, ਡੀਜੇ ਸੈੱਟ ਸੁਣਨੋਂ ਹਟ ਜਾਂਦਾ।
ਹਾਂ ਇਹ ਪ੍ਰੈਕਟੀਕਲ ਕਰਕੇ ਦੇਖਿਆ ਹੈਗਾ ਜੀ, ਤਾਂ ਮੈਂ ਆਪਣਾ ਦਾਅਵੇ ਨਾਲ ਮੈਂ ਕਹਿ ਰਿਹਾ ਜੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਕਹਿ ਰਿਹਾ। ਠੀਕ ਹੈ, ਬਿਲਕੁਲ ਸਹੀ ਜੀ। ਹਾਂਜੀ, ਅਗਲੇ ਬੰਨੇ ਦੇਖੀਏ ਸਾਧ ਸੰਗਤ ਜੀ, ਫਿਰ ਉਹ ਕਹਿੰਦੇ ਨੇ ਕਿ ਇਹ ਜਿਹੜਾ ਬੰਦਾ ਹੈ ਨਾ, ਜਿਹੜਾ ਆਪਣੇ ਆਪ ਨੂੰ ਧਾਰਮਿਕ ਸਮਝਦਾ ਹੈ, ਉਹਨੇ ਦੇਖੋ ਉਹਨੇ 2 ਧੋਤੀਆਂ ਲਈਆਂ ਨੇ, ਤੇ ਸ਼ਾਮ ਦੇ ਵੇਲੇ ਵੇਖੋ ਸੰਧਿਆ ਦੇ ਵਿੱਚ ਕੀ ਕਰਦਾ ਹੈ, ਬੜੀ, ਤੇ ਉਹ ਕੀ ਕਰਦਾ ਹੈ ਕਿ ਬਸਤਰ ਪਾਉਂਦਾ ਸਾਫ਼ ਸੁਥਰੇ, ਤੇ ਫਿਰ ਉਹ ਵੇਖੋ ਕਿੱਦਾਂ ਉਹ ਕਰਮ ਕਾਂਡ ਕਰਦਾ ਹੈ। ਫਿਰ ਅਗਲੇ ਬੰਨੇ ਦੇਖੋ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਜੇ ਪਤਾ ਹੋਏ ਵੀ ਬਈ ਬ੍ਰਹਮ ਦਾ ਪਰਮਾਤਮਾ ਨੇ ਕਿਹੜਾ ਰਸਤਾ ਰੱਖਿਆ ਹੋਇਆ, ਮਾਲਕ ਨੂੰ ਮਿਲਣ ਦੇ ਵਾਸਤੇ ਕੀ ਕਰਨਾ ਪਊਗਾ, ਮਨ ਨੂੰ ਫੜਨਾ ਪਊਗਾ, ਤੇ ਉਹਨੂੰ ਪਤਾ ਲੱਗ ਜੇ ਵੀ ਸਾਰਾ ਕੁਝ ਜੋ ਮੈਂ ਕਰ ਰਿਹਾ ਹਾਂ ਜਾਂ ਕਰ ਰਿਹਾ ਸੀ, ਸਾਰਾ ਦਾ ਸਾਰਾ ਫੋਕਟ ਕਰਮ ਸੀਗਾ। ਹਾਂਜੀ ਵੀਰ ਜੀ। ਦੇਖੋ ਇੱਥੇ ਕੋਈ ਉੱਚੀ ਬੋਲਣ ਦੇ ਬਾਰੇ ਕੋਈ ਵਿਚਾਰ ਨਹੀਂ। ਜੋ ਉਹ ਕਹਿੰਦੇ ਕਿ ਜੇ ਤੈਨੂੰ ਪਤਾ ਲੱਗ ਜੇ ਸੀ ਬ੍ਰਹਮ ਦੇ ਬਾਰੇ, ਤੇ ਫਿਰ ਤੈਨੂੰ ਗਿਆਨ ਹੋ ਜਾਣਾ ਕਿ ਇਹ ਸਭ ਤੂੰ ਜਿਹੜਾ ਵਾ ਇੱਕ ਕਰਮ ਕਾਂਡ ਨਹੀਂ ਕਰ ਰਿਹਾ, ਤੂੰ ਫੋਕਟ ਕਰਮ ਕਰ ਰਿਹਾ, ਇਹਦਾ ਆਊਟਪੁੱਟ ਨਹੀਂ ਨਿਕਲੇਗਾ। ਠੀਕ ਹੈ ਜੀ, ਜਿੱਦਾਂ ਸਿੰਬਲ ਦੇ ਰੁੱਖ ਦੇ ਵਿੱਚ ਫਲ ਨਹੀਂ ਨਾ ਲੱਗਦਾ, ਉਸੇ ਤਰ੍ਹਾਂ ਹੀ ਦੇਖ ਨੂੰ ਤੇਰੇ ਕਰਮ ਬੜੇ ਵੱਡੇ ਨੇ, ਲੋਕੀ ਤੈਨੂੰ ਬਹੁਤ ਇੱਜ਼ਤ ਮਾਣ ਦੇਣਗੇ, ਲੋਕੀ ਤੇਰੇ ਗਲ 'ਚ ਹਾਰ ਪਾਉਣਗੇ, ਘਰਾਂ 'ਚ ਲਈ ਜਾਣਗੇ ਕਿ ਤੂੰ ਬ੍ਰਹਮ ਗਿਆਨੀ ਆ, ਪਰ ਫਾਇਦਾ ਨਹੀਂ। ਉਹ ਤਿਲ ਹੈਗੇ ਆ, ਕੋਲੂ 'ਚ ਲੈ ਜਾਓਗੇ, ਉਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਨਿਕਲੇਗਾ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਆ ਦੇਖੋ ਧਿਆਵੈ ਲਿਖਿਆ, ਧਿਆਨ ਲਿਖਿਆ, ਇੱਥੇ ਧਿਆਨ ਦੀ ਗੱਲ ਕਰ ਰਹੇ ਆ ਮਹਾਰਾਜ। ਇੱਥੇ ਜਿਹੜਾ ਹੈਗਾ ਉੱਚੀ ਉੱਚੀ ਕੂਕਣ ਦੀ ਤਾਂ ਗੱਲ ਹੀ ਨਹੀਂ ਕਰ ਰਹੇ, ਧਿਆਨ ਕਰਨਾ, ਧਿਆਨ ਨਿਸ਼ਚਾ ਕਰਕੇ ਜਿਹੜਾ ਹੈਗਾ, ਜਿਹੜਾ ਵੀ ਧਿਆਨ ਦੇ ਵਿੱਚ ਜਾਂਦਾ, ਧਿਆਨ ਕੀ ਹੈ ਬਈ, ਉਹਦੇ ਬਾਹਰ ਕੀ ਹੋ ਰਿਹਾ, ਸਾਰਾ ਕੁਝ ਉੱਥੋਂ ਉਹਦਾ ਕਟ ਅਪ ਹੋ ਗਿਆ, ਉਹਦਾ ਧਿਆਨ ਇੱਕ ਜਗ੍ਹਾ ਲੱਗ ਗਿਆ। ਬੱਚਾ ਹੈ ਹੁਣ ਜਿਹੜਾ ਹੈਗਾ ਖੇਡ ਰਿਹਾ, ਗੇਮ ਖੇਡ ਰਿਹਾ, ਪਿਓ ਜਿਹੜਾ ਜਾ ਕੇ ਕਹਿੰਦਾ ਕਾਕੇ ਆਹ ਕੰਮ ਕਰ ਲਿਆ, ਉਹ ਸੁਣਦਾ ਹੀ ਨਹੀਂ ਹੈ। ਦੂਜੀ ਵਾਰੀ ਫਿਰ ਕਹਿੰਦਾ, ਤੀਜੀ ਵਾਰੀ ਫਿਰ, ਜਾਂ ਚੌਥੀ ਵਾਰੀ ਜ਼ੋਰ ਦੀ ਬੋਲਦਾ ਹੈ ਤਾਂ ਕਹਿੰਦਾ ਕੀ ਗੱਲ ਪਾਪਾ। ਹੁਣ ਦੇਖੋ ਉਹਦਾ ਧਿਆਨ, ਦੇਖੋ ਧਿਆਨ ਦੀ ਗੱਲ ਆ ਧਿਆਨ ਮਹਾਰਾਜ ਕਹਿ ਰਹੀ, ਬਾਣੀ ਕਹਿੰਦੀ ਵੀ ਧਿਆਨ ਲਗਾ ਭਾਈ, ਤੇਰੀ ਸੁਰਤ ਜਿਹੜੀ ਹੈ ਕਿੱਥੇ ਆ। ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਬਗੈਰ ਬ੍ਰਹਮ ਗਿਆਨੀਆਂ ਤੋਂ ਆ ਦੇਖੋ, ਆ ਬ੍ਰਹਮ ਗਿਆਨ ਹੁਣ ਆਪਾਂ ਨੂੰ ਆ ਜਿਹੜੀ ਪਹਿਲੀ ਪਾਤਸ਼ਾਹੀ ਦੇ ਸ਼ਲੋਕ ਲੈ ਰਹੇ ਆ, ਤੇ ਆਪਣੇ ਜਿਹੜੇ ਹੈਗੇ ਜੜ੍ਹਾਂ ਹਿਲਾ ਕੇ ਰੱਖ ਰਹੇ ਆ। ਇਹ ਸਾਰਾ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਕਰਮ ਕਾਂਡਾਂ ਦਾ ਜਿਹੜਾ ਹੈਗਾ ਬਣਿਆ ਹੋਇਆ ਪਹਾੜ ਜਿਹੜਾ ਹੈਗਾ ਸਾਰਾ ਖਿੰਡ ਰਿਹਾ ਹੈ, ਇਹ ਬਿਲਡਿੰਗ ਜਿਹੜੀ ਹੈਗੀ। ਤੇ ਆਹ ਹੈਗੇ ਬ੍ਰਹਮ ਗਿਆਨੀ ਭਾਈ, ਆਹ ਵਾਟ ਦੱਸ ਰਹੇ ਆ, ਇਹਨਾਂ ਤੋਂ ਬਗੈਰ ਜਿਹੜਾ ਰਸਤਾ ਨਹੀਂ ਲੱਭੇਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ, ਬਾਣੀ 'ਚ ਲਿਖਿਆ ਜੀ ਗਿਆਨ ਧਿਆਨ ਕੁਛ ਕਰਮ ਨਾ ਜਾਣਾ। ਠੀਕ ਹੈ ਜੀ। ਹੁਣ ਉਹ ਕਹਿੰਦੇ ਗਿਆਨ ਨਹੀਂ ਜਾਣਦਾ, ਕਰਮ ਨਹੀਂ ਜਾਣਦਾ, ਧਿਆਨ ਨਹੀਂ ਜਾਣਦਾ। ਦੇਖੋ ਧਿਆਨ ਦਾ ਮਤਲਬ ਇਹੋ ਹੀ ਹੈ ਕਿ ਤੁਹਾਡਾ ਧਿਆਨ ਕਿੱਥੇ। ਗੁਰੂ ਨਾਨਕ ਪਾਤਸ਼ਾਹ ਨੇ ਉਸ ਮੁਸਲਮਾਨ ਨੂੰ ਇਹ ਗੱਲ ਸਮਝਾਈ ਕਿ ਬੇਸ਼ੱਕ ਤੂੰ ਨਮਾਜ਼ ਅਦਾ ਕਰ ਰਿਹਾ ਹੈ, ਤੇਰਾ ਸਰੀਰ ਇੱਥੇ ਮੌਜੂਦ ਆ, ਪਰ ਤੇਰੀ ਨਮਾਜ਼ ਉਨੇ ਚਿਰ ਤੱਕ ਸਵੀਕਾਰ ਨਹੀਂ ਹੋਣੀ ਜਿੰਨਾ ਚਿਰ ਤੱਕ ਤੇਰਾ ਧਿਆਨ ਨਮਾਜ਼ 'ਚ ਨਹੀਂ। ਉਹ ਹੁਣ ਤੁਸੀਂ ਸੋਚੋਗੇ, ਇੱਕ ਬੰਦਾ ਨਮਾਜ਼ ਅਦਾ ਕਰ ਰਿਹਾ, ਥੱਲੇ ਬਹਿੰਦਾ, ਕਿਤੇ ਖਲੋਂਦਾ ਹੈ, ਵਜੂ ਕਰਦਾ ਹੈ, ਹੱਥ ਪੈਰ ਧੋ ਕੇ ਇੱਥੇ ਬੈਠਾ ਹੈ, ਆਉਂਦਾ ਮਸਜਿਦ ਦੇ ਵਿੱਚ ਹੈ, ਤੇ ਤੁਸੀਂ ਕਹੋਗੇ ਕਿ ਮਹਾਰਾਜ ਕਿਹੜੀ ਗੱਲ ਕਰ ਛੱਡੀ, ਨਮਾਜ਼ ਤੇ ਅਦਾ ਕਰ ਰਿਹਾ। ਉੱਪਰ ਤੁਹਾਡੇ ਲਈ ਨਮਾਜ਼ ਹੈ, ਪਰ ਬ੍ਰਹਮ ਗਿਆਨੀ ਨੂੰ ਪਤਾ ਹੈ ਕਿ ਇਹ ਨਮਾਜ਼ ਨਹੀਂ ਹੈਗੀ, ਕਿਉਂਕਿ ਉਹ ਬੰਦਾ ਉੱਥੇ ਨਹੀਂ ਹੈਗਾ। ਉਹ ਬੰਦਾ ਫਿਜ਼ੀਕਲੀ ਉੱਥੇ ਹੈਗਾ, ਮੈਂਟਲੀ ਉੱਥੇ ਨਹੀਂ ਹੈਗਾ। ਇਸੇ ਹੀ ਤਰ੍ਹਾਂ ਜਦ ਤੱਕ ਤੁਹਾਡਾ ਧਿਆਨ ਇਕਾਗਰ ਨਹੀਂ ਹੁੰਦਾ, ਤੁਸੀਂ ਜਿੱਥੇ ਮਰਜ਼ੀ ਭੱਜੇ ਫਿਰੋ, ਤੁਸੀਂ ਉੱਥੇ ਨਹੀਂ ਜੋ ਹੈਗੇ ਜਿੱਥੇ ਤੁਸੀਂ ਆਪਣੇ ਆਪ ਨੂੰ ਸਮਝ ਰਹੇ ਜੋ। ਤੁਹਾਡਾ ਮਨ ਜਿੱਥੇ ਹੈਗਾ ਤੁਸੀਂ ਉੱਥੇ ਜੋ। ਠੀਕ ਹੈ ਜੀ, ਤੇ ਇਹ ਗੱਲ ਆਪਾਂ ਸਮਝਣ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਅੱਗੇ ਪੌੜੀ ਆ ਗਈ ਜੀ। ਪੌੜੀ ਸਾਰੀ ਚੀਜ਼ ਕਲੀਅਰ ਕਰ ਦੇਗੀ ਇੱਕਦਮ। ਜਿਹੜਾ ਹੈਗਾ ਪੌੜੀ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਹੁਣ ਇੱਥੇ ਨਾ ਤਾਂ ਕੱਪੜੇ ਦੀ ਗੱਲ ਕਰ ਰਹੇ ਆ, ਨਾ ਕਹਿੰਦੇ ਦੇਖ ਤੇਰਾ ਜਿਹੜਾ ਸਰੀਰ ਮਿਲਿਆ ਹੋਇਆ ਨਾ ਤੈਨੂੰ, ਇਹ ਕੱਪੜਾ ਮਿਲਿਆ ਹੋਇਆ ਆ, ਇਹ ਰੂਪ ਜਿਹੜਾ ਤੇਰਾ ਸੋਹਣਾ ਰੂਪ ਹੈਗਾ ਤੇਰਾ, ਇਹ ਤੇਰਾ ਸਰੀਰ ਵੀ ਜਾਊਗਾ ਤੇ ਤੇਰਾ ਕੱਪੜਾ ਵੀ, ਤੇ ਤੇਰਾ ਸਰੀਰ ਵੀ ਜਾਊਗਾ ਤੇ ਤੇਰਾ ਰੂਪ ਵੀ ਜਾਊਗਾ। ਇਹ ਸੋਹਣਾ ਰੂਪ ਵੀ ਇਹ ਚਲੇ ਜਾਣਾ, 2 ਦਿਨ ਦੀ ਚਾਂਦਨੀ ਹੈਗੀ ਆ।
ਇਹ ਸਰੀਰ ਤੋਂ ਜੋ ਕੰਮ ਲੈਣਾ ਹੈ ਉਹ ਕੰਮ ਲੈ ਲਾ ਭਾਈ, ਅਵੇਸਲਾ ਨਾ ਹੋ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਔਰ ਨਾਲ ਕੀ ਜਾਊਗਾ? ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਭਾਵਣਾ। ਆ ਤੇਰੇ ਕਰਮ ਜਾਣਗੇ ਭਾਈ, ਤੂੰ ਇਹ ਸਰੀਰ ਤੇ ਰੂਪ ਦੇ ਨਾਲ ਕੀਤਾ ਕੀ ਹੈ ਦੁਨੀਆ ਦੇ ਵਿੱਚ ਆ ਕੇ। ਤੂੰ ਕਿੱਥੇ ਜਿਹੜਾ ਹੈਗਾ ਆਪਣਾ ਟਾਈਮ ਕਿੱਥੇ ਲਗਾਇਆ ਹੈਗਾ, ਬਸ ਉਹ ਚੀਜ਼ ਤੇਰੇ ਨਾਲ ਜਾਏਗੀ ਭਾਈ। ਮੰਦੇ ਪਾਸੇ ਲਾਇਆ ਜਾਂ ਚੰਗੇ ਪਾਸੇ ਲਾਇਆ, ਇਹਨੇ ਨਾਲ ਜਾਣਾ ਹੈ ਤੇਰੇ। ਮੰਦਾ ਚੰਗਾ ਆਪਣਾ, ਕਿਉਂਕਿ ਇਹ ਤੈਨੂੰ ਜਿਹੜਾ ਹੈਗਾ ਨੈਕਸਟ ਜਿਹੜਾ ਇਹਦਾ ਫਲ ਦੇਣਾ ਹੈ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨੇ ਭਾਮਦੇ, ਰਾਹ ਭੀੜੇ ਅੱਗੇ ਜਾਵਣਾ। ਜੇ ਤੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਖਾਲੀ ਭੋਗ ਵਿਲਾਸ ਹੀ ਕਰਦਾ ਰਹਿ ਗਿਆ, ਦੁਨੀਆ ਦੇ ਪਦਾਰਥ ਹੀ ਭੋਗਦਾ ਰਹਿ ਗਿਆ, ਔਰ ਜਿਹੜਾ ਲੋਕਾਂ ਦੇ ਉੱਤੇ ਹੀ ਹੁਕਮ ਕਰਦਾ ਰਹਿ ਗਿਆ, ਔਰ ਮਨ ਸਵੰਨੇ ਦੇ ਜੋ ਮਨ ਚਾਹੁੰਦਾ ਹੈ ਉਹ ਸਾਰੇ ਆਪਣੇ ਜਿਹੜਾ ਮਨ ਦੀਆਂ ਪੂਰਤੀਆਂ ਹੀ ਕਰਦਾ ਰਹਿ ਗਿਆ ਭਾਈ, ਤੇ ਫਿਰ ਔਖਾ ਹੋਏਗਾ ਪਿਆਰਿਆ। ਮਨ ਬਹੁਤ ਵੱਧ ਜਾਣਾ ਹੈ, ਕਾਰਨਸ਼ੀਲ ਵੱਧ ਜਾਣਾ ਹੈ, ਤੇ ਅੱਗੇ ਰਾਹ ਬੜਾ ਭੀੜਾ ਹੈ ਭਾਈ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸਵੇਂ ਪਾਏ। ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਫਿਰ ਅੱਗੇ ਨਹੀਂ ਜਾ ਸਕੇਗਾ ਭਾਈ, ਫਿਰ ਡ੍ਰੌਪ ਹੋਏਗਾ, ਫਿਰ 84 ਲੱਖ ਜੂਨਾਂ ਦੇ ਵਿੱਚ ਜਾਏਗਾ। ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਉਸ ਵੇਲੇ ਬੜਾ ਡਰਾਉਣਾ ਲੱਗੇਗਾ ਜਦ ਤੂੰ ਜੂਨਾਂ ਦੇ ਵਿੱਚ ਜਿਹੜਾ ਹੈਗਾ ਦੋਜ਼ਖ ਵਿੱਚ, ਬਹੁਤ ਹੀ ਘਟੀਆ ਜੂਨਾਂ ਦੇ ਵਿੱਚ ਜਿਹੜਾ ਹੈਗਾ ਤੈਨੂੰ ਜਾਣਾ ਪੈ ਗਿਆ ਭਾਈ। ਤੇ ਹੁਣ ਵੀ ਦੇਖ, ਹਾਲੇ ਸਮਾਂ ਹੈਗਾ, ਤੇਰੀ ਉਮਰ ਹੈ, ਸਵਾਸ ਹੈਗੇ। ਕਰੇ ਅਵਗੁਣ ਪਛਤਾਵਣਾ, ਅਵਗੁਣ ਕਰੇਗਾ ਪਿਆਰਿਆ ਤੇ ਪਛਤਾਉਣਾ ਤਾਂ ਪੈਣਾ ਹੈਗਾ ਤੈਨੂੰ। ਹਾਂਜੀ ਗੋਰਖੀ ਸਾਹਿਬ। ਹਾਂਜੀ, ਬਾਣੀ 'ਚ ਲਿਖਿਆ ਹੈ ਜੀ, ਕਹਿੰਦੇ ਕੱਪੜਾ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਕੱਪੜ ਰੂਪ, ਹਾਂਜੀ, ਕੱਪੜ ਮਤਲਬ ਸਰੀਰ। ਹਾਂ ਵੇਖੋ, ਸਰੀਰ ਜਿਹੜਾ ਹੈ, ਦੇਖੋ ਇਹ ਸਰੀਰ ਰੂਪੀ ਕੱਪੜਾ ਹੈ। ਹੁਣ ਤੁਹਾਨੂੰ ਇਹ ਪਤਾ ਹੈ ਕਿੰਨਾ ਸੋਹਣਾ ਹੁੰਦਾ ਤੇ ਕਿੰਨਾ ਲੋਕਾਂ ਨੂੰ ਆਪਣੇ ਸਰੀਰ ਤੇ ਮਾਣ ਵੀ ਹੁੰਦਾ, ਖੂਬਸੂਰਤੀ ਤੇ ਹੁੰਦਾ, ਪਰ ਹੌਲੀ ਹੌਲੀ ਕਰਕੇ ਉਹ ਚੀਜ਼ ਖੁਰ ਜਾਂਦੀ ਹੈ। ਫਿਰ ਬੰਦਾ ਵਹਿੰਦਾ ਹੈ ਕਿ ਖੂਬਸੂਰਤੀ ਪਤਾ ਨਹੀਂ ਕਿੱਥੇ ਚਲ ਗਈ, ਹਨਾ। ਤੇ ਉਹ ਦੇਖੋ ਰੂਪ ਕਿੱਧਰੋਂ ਆਇਆ, ਕਿੱਥੇ ਚੜ ਗਿਆ। ਇਹ ਚੜਿਆ ਕਿੰਨੀ ਹੁਸਨ ਆ ਜਾਂਦਾ ਹੈ, ਮੁੜ ਕੇ ਫਿਰ ਹੌਲੀ ਹੌਲੀ ਕਰਕੇ ਬਿੰਨ ਸੇ ਜਾਂਦਾ ਹੈ। ਫਿਰ ਇੱਕ ਸਮਾਂ ਆਉਂਦਾ ਹੈ ਕਿ ਬੰਦੇ ਦੀ ਇੰਨੀ ਕਮਜ਼ੋਰੀ ਆ ਜਾਂਦੀ ਹੈ, ਆਪਣੇ ਸਰੀਰ ਦਾ ਜਿਹੜਾ ਉਹਦਾ ਮਾੜਾ ਮੋਟਾ ਕੰਮ ਹੈ ਉਹਨੂੰ ਕੰਟਰੋਲ ਕਰਨਾ ਵੀ ਔਖਾ ਹੋ ਜਾਂਦਾ ਹੈ, ਠੀਕ ਹੈ ਨਾ। ਤੇ ਇਸੇ ਤਰ੍ਹਾਂ ਦੇਖੋ ਇਹ ਸੰਸਾਰ ਹੈ, ਫਿਰ ਬੰਦਾ ਜੀਵ ਚੱਲ ਜਾਂਦਾ ਹੈ, ਛੱਡ ਕੇ ਤੁਰ ਜਾਂਦਾ ਹੈ। ਫਿਰ ਕਹਿੰਦੇ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਮੰਦਾ ਕਰੇਗਾ ਚੰਗਾ ਕਰੇਗਾ, ਤੇਰਾ ਆਪਣਾ ਵਾ। ਨਿੱਜਰ ਸਾਹਿਬ ਕਰ ਰਿਹਾ, ਚਰਨਜੀਤ ਕਰ ਰਿਹਾ, ਉਹ ਮਾੜਾ ਕੰਮ ਕਰ ਰਿਹਾ, ਉਹ ਤੂੰ ਉਹਨਾਂ ਨਾਲ ਵੇਖ ਕੇ ਤੂੰ ਵੀ ਮਾੜਾ ਕੰਮ ਨਾ ਸ਼ੁਰੂ ਕਰ। ਉਹ ਜੋ ਕਰ ਰਿਹਾ ਉਹ ਜ਼ਿੰਮੇਵਾਰ ਆ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਤੇਰਾ ਆਪਣਾ ਹੈ, ਤੂੰ ਕਰ ਰਿਹਾ ਹੈ, ਕਿ ਤੇਰੇ ਸਿਗਨੇਚਰ ਹੋ ਰਹੇ ਆ ਉੱਥੇ ਹਰ ਕਰਮ ਦੇ ਉੱਪਰ, ਤੇ ਤੂੰ ਪੁੱਛਿਆ ਜਾ ਰਿਹਾ ਹੈ, ਫਿਰ ਤੂੰ ਸਹਿਨ ਕਰ ਦੇਣਾ, ਕੰਮ ਹੋ ਜਾਂਦਾ। ਮਨ ਤੇਰਾ ਕਰਦਾ ਹੈ ਸਹਿਨ, ਪਰ ਤੂੰ ਬੁੱਧੀ ਤੋਂ ਵਿਚਾਰ ਨਹੀਂ ਕਰਦਾ ਨਾ। ਹੁਣ ਉਦੋਂ ਵੇਖੋ ਇੱਥੇ ਇੱਕ ਉਦੋਂ ਟੀਵੀ ਤੇ ਕੱਲ ਦੀ ਗੱਲ ਹੈ, ਉਹ ਬੰਦਾ ਉਹ ਰਿਸ਼ਵਤ ਲੈਂਦਾ ਰਿਹਾ, ਵਾਹਵਾ ਪੈਸੇ ਇਕੱਠੇ ਕਰ ਲਏ, ਫਿਰ ਫੜਿਆ ਗਿਆ। ਟੀਵੀ ਤੇ ਆਈ ਉਹਦੀ ਫੋਟੋ, ਉਹਦੇ ਮੁੰਡੇ ਨੇ ਗੋਲੀ ਮਾਰ ਲਈ। ਹੁਣ ਘਰ ਦੀਆਂ ਪਤਾ ਨੀ, ਘਰ ਦੀ ਉਹਦੀ ਕਹਿੰਦੀ ਹੈ ਸਾਡੇ ਨਾਲ ਧੱਕਾ ਕੀਤਾ, ਸਾਡੇ ਨਾਲ ਬੇਇਨਸਾਫੀ ਕੀਤੀ ਹੈ। ਬੇਇਨਸਾਫੀ ਨਹੀਂ ਕੀਤੀ ਹੈ, ਬੰਦੇ ਨੇ ਕੀਤਾ ਕਿਦੋਂ ਉਹਦਾ ਪੈਸਾ ਇਕੱਠਾ ਕਰਨ ਦੇ। ਉਹਦਾ ਪਿਓ ਕਹਿੰਦਾ ਵੀ ਆਪੇ ਮੁੰਡੇ ਨੂੰ ਪੁਲਿਸ ਨੇ ਗੋਲੀ ਮਾਰੀ ਹੈ, ਦੇਖੋ ਕਿਵੇਂ ਬਦਲ ਗਿਆ। ਹਾਂ, ਹੁਣ ਉਹ ਕਹਿੰਦਾ ਪੁਲਿਸ ਨੇ ਨੌਕਰੀ ਮਾਰੀ। ਮਤਲਬ ਇਹ ਲੋਕ ਏਦਾਂ ਦੇ ਨੇ, ਬਿਮਾਰ ਨੇ। ਤੂੰ ਇੰਨਾ ਪੈਸਾ ਕਿੱਥੇ ਖੜਨਾ? ਤੇਰੀ ਘੱਟੋ ਘੱਟ ਲੱਖ 1.5 ਲੱਖ ਰੁਪਏ ਤਨਖਾਹ ਹੋਣੀ ਹੈ, ਕਿੰਨੀਆਂ ਕਿ ਤੇਰੀਆਂ ਜ਼ਰੂਰਤਾਂ ਨੇ, ਸਾਰਾ ਕੁਝ ਤੇ ਤੇਰਾ ਫ੍ਰੀ ਹੈ। ਤੂੰ ਕੋਈ ਅਫਸਰ ਹੈ, ਤੂੰ ਕੋਈ ਮਾੜਾ ਮੋਟਾ ਪੀਏ ਨੇ, ਉਹਦੀ ਵੀ ਸਾਰਾ ਮੈਡੀਕਲ ਫ੍ਰੀ ਹੈ। ਤੇ ਤੇਰੇ ਬੱਚਿਆਂ ਦੀ ਤੈਨੂੰ ਇੰਨੀ ਜ਼ਿਆਦਾ ਚਿੰਤਾ ਸੀ। ਹੁਣ ਬੱਚਾ ਵੀ ਗਿਆ, ਸਾਰੀ ਗੇਮ ਚੌਪਟ ਹੋ ਗਈ। ਇਹ ਸੋ ਗੱਲਾਂ ਜਿਹੜੀਆਂ ਵਿਚਾਰ ਕਰਨ ਦੀ ਲੋੜ ਹੈ। ਇੱਥੇ ਖਾਲਸਾ ਕਾਲਜ ਦੇ ਵਿੱਚ, ਸੱਚ ਨਹੀਂ ਖਾਲਸਾ ਕਾਲਜ ਨਹੀਂ, ਚੀਫ ਖਾਲਸਾ ਦੀਵਾਨ 'ਚ ਵੀ ਉੱਥੇ ਹੈਗੇ ਸੀ ਆਪਣੇ, ਉਹ ਕੋਈ ਹੈ ਸੀ ਇਹਨਾਂ ਦੇ ਹੈਡ, ਉਹ ਬੰਦਾ ਵੀ ਕੁਝ ਥੋੜਾ ਜਿਹਾ ਗੜਬੜ ਕੀਤੀ, ਉਹਦੇ ਮੁੰਡੇ ਨੂੰ ਗੁੱਸਾ ਆ ਗਿਆ, ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਬਾਅਦ ਦੇ ਵਿੱਚ ਮਤਲਬ ਬਾਅਦ 'ਚ ਬੰਦਾ ਪਛਤਾਉਂਦਾ ਹੈ, ਤੇ ਫਾਇਦਾ ਕੀ ਨਿੱਜਰ ਸਾਹਿਬ?
ਬਾਣੀ ਕਹਿੰਦੀ ਐਸਾ ਕਰਮ ਮੂਲ ਨਾ ਕੀਜੀਏ ਅੰਤ ਪਛਤਾਈਏ, ਕਿ ਤੂੰ ਏਦਾਂ ਦਾ ਕਰਮ ਕੀਤਾ ਹੀ ਕਿਉਂ ਜੇ ਤੈਨੂੰ ਪਛਤਾਉਣਾ ਪਿਆ। ਪਰ ਨਹੀਂ, ਰਸ ਚ ਉਸ ਬੰਦੇ ਨੂੰ ਜਦੋਂ ਲੋਭ ਆ ਜਾਂਦਾ ਹੈ ਨਾ, ਉਹਨੂੰ ਨਹੀਂ ਪਤਾ ਲੱਗਦਾ ਵਿਚਾਰੇ ਨੂੰ ਕੀ ਸਹੀ ਗਲਤ। ਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ। ਉਹ ਅੰਨਾ ਤੇ ਬੋਲਾ ਵੀ ਹੋ ਜਾਂਦਾ ਹੈ ਨਿੱਜਾ ਸਾਹਿਬ, ਉਹਨੂੰ ਸੁਣਦਾ ਹੀ ਨਹੀਂ। ਇਹ ਦੇਖ ਲਓ, ਇਹ ਜਿਹੜੇ ਮਹਾਰਾਜ ਜਿਹੜੇ ਕੱਲ ਜਿਨ੍ਹਾਂ ਨੇ ਜਿਹੜੇ ਫੜੇ ਗਏ ਆ, ਉਹਨਾਂ ਨੂੰ ਲੋਕਾਂ ਨੇ ਨਹੀਂ ਸਮਝਾਇਆ ਹੋਊਗਾ, ਲੋਕਾਂ ਨੇ ਬਹੁਤ ਸਮਝਾਇਆ ਹੋਣਾ ਹੈ, ਪਰ ਉਹ ਅੱਤ ਦਾ ਅੰਨਾ ਤੇ ਬੋਲਾ ਹੋ ਜਾਂਦਾ ਬੰਦਾ। ਇਹ ਸੱਚ ਹੈ, ਦੇਖ ਲਓ ਬਾਣੀ ਚ ਲਿਖਿਆ ਤੇ ਉਹ ਬੰਦਾ ਉਦਾਂ ਹੀ ਕੀਤਾ। ਹੁਣ ਅਗਲੇ ਬੰਨੇ ਦੇਖੋ, ਉਹ ਕਹਿੰਦੇ ਆ ਕਿ ਚੰਗਾ ਤੇ ਮੰਦਾ ਜੋ ਤੂੰ ਕਰੇਗਾ ਤੇਰਾ ਆਪਣਾ ਹੈ, ਬਈ ਕਿਸੇ ਦਾ ਕੋਈ ਕਨੈਕਸ਼ਨ ਨਹੀਂ ਆ। ਇਹ ਨਾ ਸੋਚੀ ਕਿ ਤੇਰੀ ਪੰਡ ਕੋਈ ਚੁੱਕ ਲੂਗਾ, ਤੈਨੂੰ ਚੁੱਕਣੀ ਪੈਣੀ। ਹੁਕਮ ਕੀ ਹੈ? ਮਨੇ ਭਾਵਦੇ, ਹਾਂ ਜੋ ਮਨ ਕਹਿੰਦਾ ਅੱਗੇ ਜਾਣਾ। ਹਾਂ ਜੋ ਮਨ ਕਹਿੰਦਾ ਹੈ, ਮਨ ਨੇ ਜਿਹੜਾ ਹੁਕਮ ਕੀਤਾ ਉਹੀ ਤੂੰ ਮੰਨ ਲਿਆ। ਮਨ ਜੋ ਕਹਿੰਦਾ ਮੰਦਾ ਚੰਗਾ ਸਾਰਾ ਕੁਛ ਕਰਦਾ ਰਹਿ ਗਿਆ, ਤੇ ਭਾਈ ਹੁਣ ਫਿਰ ਮਨ ਜਿਹੜਾ ਹੈਗਾ, ਮਨ ਤਾਂ ਪਾਸੇ ਹੋ ਜਾਣਾ ਹੈ, ਲੇਖਾ ਤਾਂ ਤੈਨੂੰ ਜੀਵ ਨੂੰ ਦੇਣਾ ਪੈਣਾ ਹੈ ਭਾਈ। ਹੁਣ ਤੂੰ ਦੇ ਫਿਰ ਲੇਖਾ। ਮਨੁੱਖ ਕਰਦਾ ਹੈ ਕਿ ਵੇਖੋ ਹੁਕਮ ਦਿੰਦਾ ਹੈ। ਹੁਣ ਤੁਸੀਂ ਕਿਸੇ ਬੰਦੇ ਕੋਲੋਂ ਕੰਮ ਕਰਾ ਲਿਆ, ਕਿਸੇ ਬੰਦੇ ਨੂੰ ਕਿਹਾ ਵੀ ਫਲਾਨਾ ਕੰਮ ਕਰ ਦੋ, ਉਹਦੇ ਤੁਹਾਡੇ ਥੱਲੇ ਅਧੀਨ ਹੈ, ਤੁਹਾਡੇ ਅੰਡਰ ਹੈ, ਤੁਸੀਂ ਉਹ ਕੋ ਮਾੜਾ ਕੰਮ ਕਰਾ ਲਿਆ ਤੇ ਜ਼ਿੰਮੇਵਾਰੀ ਤੁਹਾਡੀ ਆ ਜੱਜ ਸਾਹਿਬ। ਇਹ ਵੀ ਬਿਲਕੁਲ ਕਹਿੰਦੇ ਆ, ਦੇਖੋ ਪਾਪ ਕਿੰਨੀ ਕਿਸਮ ਦੇ ਹੁੰਦੇ ਆ। ਇੱਕ ਪਾਪ ਹੈ ਖੁਦ ਕਰਨਾ, ਇੱਕ ਪਾਪ ਕਿਸੇ ਨੂੰ ਬੋਲ ਕੇ ਉਹਦੇ ਕੰਨ ਭਰ ਦੇਣੇ ਤੇ ਉਹ ਤੋਂ ਕਰਵਾ ਲੈਣਾ, ਇੱਕ ਕਿਸੇ ਤੋਂ ਕਰਵਾ ਲੈਣਾ। ਇਹ ਸਾਰਾ ਕੁਝ ਜਿਹੜਾ ਸਾਡੇ ਕੋਲ ਪਹੁੰਚਦਾ ਹੈ, ਜੋ ਵੀ ਅਸੀਂ ਕਹਿੰਦੇ ਆ ਜਾਂ ਕਿਸੇ ਨੂੰ ਕੰਨ ਭਰਦੇ ਆ, ਜਦੋਂ ਉਹ ਕਰਦਾ ਹੈ ਨਾ ਤੇ ਉਹ ਮਸਾਲਾ ਸਾਡੇ ਕੋਲ ਪਹੁੰਚ ਜਾਂਦਾ ਹੈ। ਪਰ ਕਿੱਤੀ ਇੰਨੀ ਚਲਾਕ ਹੈ, ਇੱਕ ਮਜ਼ਾਕ ਨਹੀਂ ਹੈਗਾ। ਬਿਲਕੁਲ। ਅਗਲੇ ਬੰਨੇ ਦੇਖੋ ਬਾਣੀ ਕਹਿੰਦੀ ਨੰਗਾ ਦੋਜਕ। ਤੂੰ ਬਈ ਬੜੀ ਕਲੈਰਿਟੀ ਨਾਲ ਲਿਖਿਆ ਇਹਨਾਂ ਨੇ ਉੱਥੇ, ਤੂੰ ਜੋ ਵੀ ਹੈਗਾ ਤੇਰੇ ਅਗਲਾ ਪਿਛਲਾ ਸਾਰਾ ਤੇਰੇ ਨਾਲ ਜਾਊਗਾ। ਬਿਲਕੁਲ ਸਾਹਮਣੇ ਤੇਰੇ ਰੱਖ ਦੇਣਾ ਉਹਨਾਂ ਨੇ ਭਾਈ, ਮੁੱਕਰ ਨਹੀਂ ਪਾਏਗਾ ਤੂੰ। ਉਹਨਾਂ ਕੋਲ ਸਾਰਾ ਕੁਝ ਹੈਗਾ ਭਾਈ, ਵੀਡੀਓ ਤੇਰੇ ਸਾਰੇ ਹੈਗੇ ਆ। ਨੰਗਾ ਦੋਜਕ ਚਾਲਿਆ, ਬਿਲਕੁਲ ਉਹਨਾਂ ਨੇ ਤੇਰੀ ਤਸੱਲੀ ਕਰਾ ਦੇਣੀ ਆ। ਬਿਲਕੁਲ ਜਰਾ ਵੀ ਤੈਨੂੰ ਜਿਹੜਾ ਹੈਗਾ ਕਿਸੇ ਪਾਸੇ ਜਿੱਦਾਂ ਕੱਲ ਵਾਲੇ ਦੀ ਕਰਾਈ, ਉਹਦੀਆਂ ਬਿਸਕੁਟਾਂ ਦੀਆਂ ਫੋਟੋਆਂ ਆਈ ਗਈਆਂ ਵਿਚਾਰੇ ਦੀਆਂ। ਹਾਂ ਬਸ ਆਹੀ ਚੀਜ਼ ਹੈ। ਕਿੰਨਾ ਡਰਾਉਣਾ ਲੱਗਣ ਦਿਆ ਉਹ ਬੰਦਾ। ਹੁਣ ਭਾਵੇਂ ਉਹਦਾ ਨੁਕਸਾਨ ਵੀ ਹੋ ਗਿਆ, ਲੋਕੀ ਉਹਨੂੰ ਲਾਈਕ ਥੋੜੀ ਕਰਦੇ ਆ। ਲੋਕੀ ਕਹਿੰਦੇ ਸਾਡਾ ਪੈਸਾ ਨੇ ਠੱਗੀ ਮਾਰੀ, ਠੀਕ ਹੈ ਜੀ। ਤੇ ਫਿਰ ਅੱਗੇ ਬਾਣੀ ਫਿਰ ਕਹਿੰਦੀ ਹੈ ਕਰ ਉਗਣ ਪਛਤਾਵਣਾ। ਉਹ ਕਹਿੰਦੇ ਕਿ ਤੂੰ ਜੋ ਤੂੰ ਕਰ ਰਿਹਾ ਤੂੰ ਪਛਤਾਉਣਾ ਹੈ। ਬਿਲਕੁਲ ਪਛਤਾਉਣਾ ਹੈ, ਕਿਉਂਕਿ ਜਦੋਂ ਬੰਦਾ ਮਰਦਾ ਹੈ ਨਾ ਉਦੋਂ ਫਿਲਮ ਘੁੰਮਦੀ ਹੈ ਨਿੱਜਰ ਸਾਹਿਬ। ਬਿਲਕੁਲ ਘੁੰਮਦੀ ਹੈ, ਇੱਕਦਮ ਫਿਲਮ ਘੁੰਮਦੀ ਹੈ। ਨਹੀਂ ਯਕੀਨ ਤੇ ਜਾਓ ਕਿਸੇ ਮਰਦੇ ਕੋਲ ਜਾ ਕੇ ਉਹਨੂੰ ਪੁੱਛੋ ਕਿ ਬਈ ਕੀ ਕਹਾਣੀ ਹੈ। ਉਹਨੇ ਕਹਿਣਾ ਕਿ ਕੁਝ ਗਲਤੀਆਂ ਕਰ ਲਈਆਂ। ਫਿਰ ਉਹਨੇ ਕਹਿਣਾ ਲੋਕਾਂ ਨੂੰ ਕਿ ਏਦਾਂ ਨਾ ਕਰੋ, ਪਰ ਲੋਕੀ ਕਹਿੰਦੇ ਨਹੀਂ ਤੂੰ ਕਿਉਂ ਕੀਤਾ, ਸਾਨੂੰ ਕੀ ਸਮਝਾਉਣਾ, ਅਸੀਂ ਪੱਥਰ ਚੱਟ ਕੇ ਵਾਪਸ ਆਵਾਂਗੇ। ਇਹ ਜੀਵਨ ਹੈ। ਸੋ ਇਸੇ ਤਰ੍ਹਾਂ ਜੀਵਨ ਨੂੰ ਸਹੀ ਤਰੀਕੇ ਨਾਲ ਆਪਾਂ ਬਤੀਤ ਕਰੀਏ, ਆਪਾਂ ਉਹ ਕੰਮ ਨਾ ਕਰੀਏ ਜੋ ਲੋਕ ਕਰਦੇ ਆ, ਕਿਉਂਕਿ ਆਮ ਲੋਕੀ ਕਹਿ ਦਿੰਦੇ ਉਹਨੂੰ ਕੀ ਹੋ ਗਿਆ। ਪਰ ਉਹ ਆਪਣੀ ਕਬਰ ਚ ਉਹਨੇ ਆਪ ਪੈਣਾ, ਆਪਾਂ ਆਪਣੀ ਕਬਰ ਚ ਆਪ ਪੈਣਾ। ਆਪਾਂ ਨੂੰ ਫਿਰ ਦੂਜੇ ਨਾਲ ਕੰਪੇਅਰ ਕਰਨ ਦੀ ਕੋਈ ਲੋੜ ਨਹੀਂ, ਠੀਕ ਹੈ ਜੀ। ਹਾਂਜੀ ਗੋਰਖੀ ਸਾਹਿਬ, ਇਹਦੇ ਵਿੱਚ ਨਾ ਦੇਖੋ ਆਖਰੀ ਦੇ ਵਿੱਚ ਜਿਹੜਾ ਹੈ ਨਾ ਐਕਚੁਅਲੀ ਜਿਆਦਾ ਲੇਖਾ ਜਿਆਦਾ ਨੰਗਾ ਦੋਜ਼ਖ ਚਾਲਿਆ ਜਦ ਲੇਖਾ ਸਮਝਾਉਂਦੇ ਆ ਭਾਈ, ਤੇ ਉਸ ਟਾਈਮ ਫਿਰ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਆ ਸੁੱਧ ਜਿਹੜੀ ਹੈਗੀ ਆ ਸਾਰੀ ਜਿਹੜੀ ਹੈਗੀ ਉਹ ਆਪਣੀ ਸੈਂਸਸ ਜਿਹੜੀਆਂ ਹੈਗੀਆਂ ਨਾ, ਇਹ ਸੈਂਸਸ ਸਾਰੀਆਂ ਖਤਮ ਹੋ ਜਾਂਦੀਆਂ ਆ। ਆਪਾਂ ਕੁਝ ਵੀ ਨਹੀਂ ਕਰ ਸਕਦੇ ਉਸ ਟਾਈਮ ਪਛਤਾਉਣ ਤੋਂ ਇਲਾਵਾ, ਕਿਉਂਕਿ ਜੋ ਕਰਨ ਦਾ ਕੰਮ ਟਾਈਮ ਸੀਗਾ ਉਹ ਚਲਾ ਗਿਆ ਭਾਈ। ਫਿਰ ਤਾਂ ਹੁਣ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਾਣਾ ਪਊਗਾ ਤੇ ਪਛਤਾਉਂਦੇ ਹੀ ਚਲੇ ਜਾਵਾਂਗੇ। ਹਾਂਜੀ ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਲਈ ਹੈ। ਹਾਂਜੀ ਵੀਰ ਜੀ। ਤੇ ਬਸ ਜੋ ਆਪਾਂ ਸਮਰਾਈਜ਼ ਕਰ ਦਿੰਦਾ ਮੈਂ, ਬਾਣੀ ਇਹ ਕਹਿੰਦੀ ਆ ਕਿ ਬਈ ਤੇਰਾ ਜੀਵਨ ਹੈ, ਤੂੰ ਇਹਨੂੰ ਸਹੀ ਤਰੀਕੇ ਨਾਲ ਬਤੀਤ ਕਰੋ ਕਿ ਕੱਲ ਨੂੰ ਤੈਨੂੰ ਕੋਈ ਪ੍ਰੋਬਲਮ ਨਾ ਹੋਏ, ਕਿਉਂਕਿ ਜਿਹੜਾ ਤੂੰ ਕਰੇਗਾ ਤੈਨੂੰ ਉਹਦਾ ਫਲ ਮਿਲਣਾ। ਬਾਕੀ ਜਿਹੜਾ ਤੂੰ ਨਾਟਕ ਕਰ ਰਿਹਾ ਹੈ, ਗਲ 'ਚ ਮਾਲਾ ਪਾ ਕੇ ਘੁੰਮ ਰਿਹਾ, ਸਿਰ ਤੇ ਪਤਾ ਨਹੀਂ ਕੀ ਬੱਧਾ ਹੈ, ਥੱਲੇ ਕੀ ਪਾਇਆ ਹੈ, ਉਹ ਸਮਾਜ 'ਚ ਤੈਨੂੰ ਸ਼ੋਭਾ ਦੇ ਦੇਗਾ, ਕਿਉਂਕਿ ਲੋਕੀ ਬਾਹਰੀ ਰੂਪ ਤੇਰਾ ਦੇਖਦੇ ਆ। ਪਰ ਬਾਣੀ 'ਚ ਕਿਹਾ ਕਿ ਤੇਰੇ ਅੰਦਰ ਦਾ ਰੂਪ ਕੀ ਹੈ। ਜੇ ਤੂੰ ਬੰਗਲਾ ਹੈ ਨਾ ਤੇ ਸਮਝ ਲੈ ਕਿ ਗੜਬੜ ਹੈ। ਤੂੰ ਲੋਕਾਂ ਨੂੰ ਧੋਖਾ ਦੇ ਸਕਦਾ,
ਪਰ ਨਹੀਂ ਪ੍ਰਕਿਰਤੀ ਨੇ ਇਸ ਤਰ੍ਹਾਂ ਤੇ ਹਾਂ। ਇਹਦੇ ਵਿੱਚ ਨਾ ਗੁਰਕੀ ਸਾਹਿਬ ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਹੈ ਬਈ ਇਹ ਖਾਲੀ ਜਿਹੜਾ ਹੈਗਾ ਨਾ ਇਹ ਪੰਡਤ ਦੇ ਵਾਸਤੇ ਜਾਂ ਹਿੰਦੂ ਧਰਮ ਦੇ ਵਾਸਤੇ ਇਹ ਗੱਲਾਂ ਨਹੀਂ ਕੀਤੀਆਂ ਮਹਾਰਾਜ ਨੇ। ਇਹ ਜਿਹੜਾ ਐਗਜ਼ਾਮਪਲ ਹੈਗਾ ਇਹ ਹਰੇਕ ਦੇ ਵਾਸਤੇ ਹੈਗਾ, ਹਰੇਕ ਧਰਮ ਦੇ ਵਾਸਤੇ ਯੂਨੀਵਰਸਲ ਬਾਣੀ ਹੈਗੀ ਆ। ਆਪਣੇ ਸਿੱਖਾਂ ਦੇ ਵਿੱਚ ਜਾਂ ਹੋਰ ਜਿਹੜੇ ਹੈਗੇ ਮੁਸਲਮਾਨ ਲੈ ਲਓ, ਈਸਾਈ ਲੈ ਲਓ, ਜਿਹੜੇ ਵੀ ਬਾਹਰੀ ਜਿਹੜਾ ਹੈਗਾ ਬਾਹਰੀ ਡਰੈਸ ਕੋਡ ਪੇ ਮਹਾਰਾਜ ਤਾਂ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਏ ਫਲ ਨਾਹੀ ਜੀਓ। ਅਤੇ ਬਾਹਰੀ ਜਿਹੜੇ ਡਰੈਸ ਦੇ ਨਾਲ ਜਾਂ ਬਾਹਰੀ ਜਿਹੜੇ ਭੇਖ ਦੇ ਨਾਲ ਨਹੀਂ ਗੱਲ ਬਣੇਗੀ ਭਾਈ। ਇਹ ਮਨ ਦੀ ਜਿਹੜੀ ਭਗਤੀ ਮਾਰਗ ਮਨ ਦਾ ਹੈਗਾ, ਮਨ ਨਹੀਂ ਜਾਣਾ ਹੈ। ਅਤੇ ਇਸ ਕਰਕੇ ਭਾਈ ਇਹ ਸਾਰਿਆਂ ਦੇ ਵਾਸਤੇ ਹੈਗਾ, ਇਹ ਕੋਈ ਇਹਨਾਂ ਦਾ ਖਾਸ ਪਰਟੀਕੂਲਰ ਨਹੀਂ ਲਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਇਹ ਸਾਰਿਆਂ ਵਾਸਤੇ ਹੈ ਜੀ। ਇਹ ਕੋਈ ਇਕੱਲਾ ਪੰਡਿਤ ਦੀ ਗੱਲ ਨਹੀਂ ਹੋਈ। ਜੇਕਰ ਅਸੀਂ ਵੀ ਅੰਦਰੋਂ ਗੰਦੇ ਆ, ਮਲੀਨ ਆ, ਤੇ ਬਾਹਰੋਂ ਆਪਾਂ ਯੂਨੀਫਾਰਮ ਦੇ ਤੌਰ ਤੇ ਕਾਫੀ ਵਧੀਆ ਦਿਖਾਈ ਦਿੰਦੇ ਆ, ਤੇ ਜੇਕਰ ਆਪਾਂ ਉਹਨੂੰ ਹੀ ਜੀਵਨ ਦਾ ਆਖਰੀ ਮੰਜ਼ਿਲ ਸਮਝ ਕੇ ਬੈਠੇ ਆ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਠੀਕ ਹੈ, ਉਹ ਇਹ ਚੀਜ਼ ਨੂੰ ਅਸੈਪਟ ਨਹੀਂ ਕਰਦੇ, ਮਨਾ ਕਰ ਰਹੇ ਆ। ਉਹ ਕਹਿੰਦੇ ਆ ਕਿ ਨਹੀਂ ਇਹ ਪ੍ਰੋਗਰੈਸ ਨਹੀਂ ਹੋਈ। ਪ੍ਰੋਗਰੈਸ ਦਾ ਮਤਲਬ ਨਿਰਮਲ ਹੋਣਾ ਜ਼ਰੂਰੀ ਹੈ, ਤੇ ਜੇ ਤੇਰਾ ਮਨ ਨਿਰਮਲ ਨਹੀਂ ਆ ਗੜਬੜ ਹੈ। ਅੱਜ ਦੇ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੇ, ਦੇ ਨਿਰੋਗਤਾ ਤੰਦਰੁਸਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।